ਜਿਹੜੇ ਤੇ 8:28 ਤੇ ਛਿਪੇਗਾ। ਆਪਾਂ ਗੱਲਾਂ ਬਾਤਾਂ ਕਰਾਂਗੇ ਜੀ। ਪੰਜਾਬ ਭਰ ਤੋਂ ਆਪਣੇ ਨਾਲ ਬਖਤੌਰ ਸਿੰਘ ਢਿੱਲੋਂ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੁਹਾਡੀਆਂ ਕੱਲਾਂ ਵੀ ਆਪਾਂ ਔਨ ਏਅਰ ਕਰਾਂਗੇ, ਗੱਲਾਂ ਬਾਤਾਂ ਕਰਾਂਗੇ ਕੀ ਕੁਛ ਘੱਟ ਵਾਪਰਿਆ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ। ਸਾਰੀ ਦੁਨੀਆ ਜਿਹੜੀ ਹੈ ਝੰਬੀ ਪਈ ਆ। ਇਸ ਵਿਸ਼ੇ 'ਤੇ ਵੀ ਆਪਾਂ ਗੱਲਬਾਤ ਕਰਾਂਗੇ। ਆਪਣੇ ਨਾਲ ਸਟਾਰਟਿੰਗ ਦੇ ਵਿੱਚ ਹੀ ਕਾਲਰ ਜੁੜ ਗਏ ਜੀ। ਆਪਾਂ ਢਿੱਲੋਂ ਸਾਹਿਬ ਦਾ ਸਵਾਗਤ ਕਰਕੇ ਪਹਿਲਾਂ ਕਾਲ ਲੈ ਲਈਏ, ਫਿਰ ਚੱਲਦੇ ਖਬਰਾਂ ਵਾਲੇ ਬੰਨੇ ਜੀ। ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਆਪਾਂ ਗੱਲਬਾਤ ਕਰਦੇ ਹਾਂ ਜੀ। ਸਾਬਕਾ DGP ਹੁੰਦੇ ਸੀਗੇ ਤੇ ਕਾਫੀ ਸਾਡੀ ਕੌਮ ਦੇ ਨਾਲ ਉਹਨਾਂ ਦਾ ਕਾਫੀ ਰਿਹਾ ਜੀ, ਕਿਉਂਕਿ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹੇ ਆ। ਕੌਮ ਦੇ ਨਾਲ ਧੱਕਾ ਕਰਨ ਦਾ ਵੀ ਸਿੱਖ ਕੌਮ ਦੇ ਨਾਲ ਉਹਨਾਂ ਤੇ ਦੋਸ਼ ਲੱਗਦਾ। ਸਮੇਤ ਸੈਣੀ ਖਿਲਾਫ 29 ਸਾਲ ਪੁਰਾਣੇ ਕੇਸ ਦਾ ਮੁਕੱਦਮਾ ਦਰਜ। ਬਿਲਕੁਲ ਜੀ, ਇਹ ਮੁਕੱਦਮਾ ਜਿਹੜਾ ਦਰਜ ਹੋਇਆ ਹੈ, ਇਹ ਹੋਇਆ ਮਟੌਰ, ਮੋਹਾਲੀ ਜ਼ਿਲ੍ਹੇ ਦੇ ਅੰਦਰ ਜਾਂ ਮੋਹਾਲੀ ਦੇ ਵਿੱਚ ਹੀ ਪੈਂਦਾ ਹੈ ਇੱਕ ਪੁਲਿਸ ਸਟੇਸ਼ਨ। ਔਰ ਇਹ ਮੁਕੱਦਮਾ ਜਿਹੜਾ ਦਰਜ ਹੋਇਆ ਪਲਵਿੰਦਰ ਸਿੰਘ ਦੀ ਸ਼ਿਕਾਇਤ ਤੇ ਹੋਇਆ। ਪਲਵਿੰਦਰ ਸਿੰਘ ਮੁਲਤਾਨੀ ਜੀ ਸ਼ਿਕਾਇਤ ਉਹਨੇ 5 ਮਈ ਨੂੰ ਦਿੱਤੀ ਹੈ। 5 ਤੇ 6 ਮਈ ਨੂੰ ਹੀ ਸਾਰੀ ਪੜਤਾਲ ਹੋ ਗਈ। SSP ਨੇ SPD ਨੂੰ ਮਾਰਕ ਕੀਤੀ। SPD ਨੇ ਸਰਕਾਰੀ ਵਕੀਲ ਦੀ ਰਾਏ ਲਈ। ਸਰਕਾਰੀ ਵਕੀਲ ਦੀ ਰਾਏ ਲੈਣ ਉਪਰੰਤ 6 ਤਾਰੀਖ ਨੂੰ ਭਾਵ ਕੱਲ FIR ਦਰਜ ਹੋ ਗਈ ਸੀ। ਜਿਹੜੀ FIR ਦਰਜ ਹੋਈ ਹੈ ਜੀ, ਇਹ FIR ਦਰਜ ਹੋਣ ਦਾ ਆਧਾਰ ਇਹ ਹੈ ਕਿ ਮਿਸਟਰ ਬਲਵੰਤ ਸਿੰਘ ਮੁਲਤਾਨੀ ਦਸੰਬਰ 13 ਨੂੰ ਉਹਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਸੀ ਜੀ। ਉਦੋਂ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਦਾ SSP ਲੱਗਾ ਹੁੰਦਾ ਸੀ। ਚੰਡੀਗੜ੍ਹ ਪੁਲਿਸ ਨੇ ਹੀ ਉਹਨੂੰ ਗ੍ਰਿਫਤਾਰ ਕੀਤਾ ਸੀ ਜੀ। ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ ਉਹ ਤੋਂ ਪਹਿਲਾਂ ਸੁਮੇਧ ਸਿੰਘ ਸੈਣੀ ਤੇ ਇੱਕ ਬੰਬ ਧਮਾਕਾ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਪੁਲਿਸ ਹੈਡਕੁਆਟਰ ਦੇ ਨੇੜੇ, ਜਿਹੜਾ ਚੰਡੀਗੜ੍ਹ ਦਾ ਪੁਲਿਸ ਹੈਡਕੁਆਟਰ ਸੀ ਉਸ ਵੇਲੇ ਸੈਕਟਰ 17 ਜੀ। ਔਰ ਉਸ ਬੰਬ ਧਮਾਕੇ ਦੇ ਵਿੱਚ ਉਹਦੇ 4 ਜਿਹੜੇ ਹੈਗੇ ਅੰਗ ਰੱਖਕ ਉਹ ਮਾਰੇ ਗਏ ਸੀ। ਇੱਕ ਉਹਦਾ ਅੰਗ ਰੱਖਕ ਜਿਹੜਾ ਉਹਦਾ PSO ਸੀ, ਉਹਦੀ ਲੱਤ ਤੇ ਬਾਂਹ ਉੱਡ ਗਈ ਸੀ ਜੀ। ਸੁਮੇਧ ਸਿੰਘ ਸੈਣੀ ਆਪ ਉਹਦੇ ਚ ਬਚ ਗਿਆ ਸੀ, ਲੇਕਿਨ ਕਾਫੀ ਦਿਨ ਉਹ ਹਸਪੀਟਲ ਦੇ ਵਿੱਚ ਰਿਹਾ। ਹਸਪੀਟਲ ਤੋਂ ਰਹਿਣ ਦੇ ਦੌਰਾਨ ਹੀ ਜੀ ਨੇੜੇ ਦਾ ਪਿੰਡ ਹੈ ਰੋਪੜ ਜ਼ਿਲ੍ਹੇ ਦਾ ਕੋਈ, ਉੱਥੇ ਦਾ ਇੱਕ ਖਾੜਕੂ ਸੀਗਾ ਤੇ ਖਾੜਕੂ ਦੇ ਪਰਿਵਾਰ ਤੇ ਹਮਲਾ ਹੋਇਆ ਸੀ ਜੀ। ਉਹਦੇ ਪਰਿਵਾਰ ਦੇ ਕੁਝ ਲੋਕ ਮਾਰੇ ਵੀ ਗਏ ਸੀ। ਕਿਹਾ ਇਹ ਜਾਂਦਾ ਹੈ ਕਿ ਹਮਲਾ ਉਹ ਕੂਲੇ ਨਿਹੰਗ ਨੇ ਕਰਵਾਇਆ ਸੀ ਜੀ। ਕੂਲੇ ਨਿਹੰਗ ਦੇ ਆਦਮੀ ਸੀ, ਉਹਨਾਂ ਨੇ ਉਹ ਹਮਲਾ ਕੀਤਾ ਸੀ। ਇਸੇ ਕੇਸ ਦੇ ਸੰਬੰਧ ਵਿੱਚ ਮੁਲਤਾਨੀ ਜਿਹੜੇ ਬਲਵੰਤ ਸਿੰਘ ਹੋਣੀ ਹੈ, ਉਹਨਾਂ ਨੂੰ 13 ਦਸੰਬਰ ਨੂੰ ਅਰੈਸਟ ਕੀਤਾ ਜੀ। ਉਹਦੇ ਭਾਈ ਪਲਵਿੰਦਰ ਸਿੰਘ ਦੀ ਸ਼ਿਕਾਇਤ ਦੇ ਮੁਤਾਬਕ ਵੱਖ-ਵੱਖ ਥਾਣੇ 'ਚ ਰੱਖ ਕੇ ਉਹਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਜੀ। ਉਹਦੀ ਗ੍ਰਿਫਤਾਰੀ ਦੇ ਦੌਰਾਨ ਹੀ ਦਵਿੰਦਰਪਾਲ ਸਿੰਘ ਭੁੱਲਰ ਦੇ ਬਾਪ ਨੂੰ ਵੀ ਗ੍ਰਿਫਤਾਰ ਕੀਤਾ, ਉਹਦੇ ਕੁਝ ਰਿਸ਼ਤੇਦਾਰਾਂ ਨੂੰ ਵੀ ਗ੍ਰਿਫਤਾਰ ਕੀਤਾ ਜੀ। ਇਹ ਆਪਣੀ ਕੰਪਲੇਂਟ ਦੇ ਵਿੱਚ ਪਲਵਿੰਦਰ ਸਿੰਘ ਇਹ ਗੱਲ ਕਹਿੰਦਾ ਹੈ ਕਿ ਇਹਨਾਂ ਸਾਰੇ ਲੋਕਾਂ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਰੱਖ ਕੇ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਸੀ। ਔਰ ਉਦੋਂ ਤੋਂ ਹੀ ਦਵਿੰਦਰਪਾਲ ਸਿੰਘ ਭੁੱਲਰ ਦਾ ਬਾਪ ਲਾਪਤਾ ਹੋਇਆ, ਜਿਹਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਿਆ ਜੀ। ਕਿਉਂਕਿ ਰਾਜ ਗਵਰਨਰ ਸੀ, ਚੰਡੀਗੜ੍ਹ ਵੈਸੇ ਵੀ ਪੰਜਾਬ ਦਾ ਹਿੱਸਾ ਨਹੀਂ। ਉਹ ਦੌਰ ਹੀ ਅਜਿਹਾ ਸੀਗਾ ਕਿ ਉਦੋਂ ਕਿਸੇ ਦੀ ਦਾਦ ਫਰਿਆਦ ਕੋਈ ਸੁਣਦਾ ਨਹੀਂ ਸੀ। ਹਾਲਾਤ ਬਦਲੇ ਤੇ ਜਿਹੜਾ ਬਲਵੰਤ ਸਿੰਘ ਮੁਲਤਾਨੀ ਦਾ ਬਾਪ ਸੀ DS ਮੁਲਤਾਨੀ, ਉਹ ਇੱਕ IAS ਅਫੀਸਰ ਹੁੰਦਾ ਸੀ ਜੀ। ਇਹ ਬਲਵੰਤ ਸਿੰਘ ਮੁਲਤਾਨੀ ਵੀ ਸਿਟਕੋ ਦੇ ਵਿੱਚ JE ਦੇ ਤੌਰ ਤੇ ਨੌਕਰੀ ਕਰਦਾ ਸੀ, ਜਿੱਥੋਂ ਇਹਨੂੰ ਚੱਕਿਆ ਸੀ। ਬਾਪ ਉਹਦਾ IAS ਸੀ। ਉਹਨੇ ਇੱਕ ਕੰਪਲੇਂਟ ਪਾਈ, ਪਟੀਸ਼ਨ ਦਾਇਰ ਕੀਤੀ। ਉਹ ਪਟੀਸ਼ਨ ਦਾਇਰ ਕੀਤੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਜੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਦੀ ਜਾਂਚ ਹੈ ਜਿਹੜੀ CBI ਦੇ ਹਵਾਲੇ ਕਰਤੀ। CBI ਨੇ ਜਾਂਚ ਕਰਕੇ ਜੋ ਸਿੱਟਾ ਰਿਪੋਰਟ ਹਾਈ ਕੋਰਟ ਨੂੰ ਪੇਸ਼ ਕੀਤਾ, ਹਾਈ ਕੋਰਟ ਨੇ ਉਸ ਸਿੱਟਾ ਰਿਪੋਰਟ ਨੂੰ ਪ੍ਰਵਾਨ ਕਰਦਿਆਂ ਹੁਕਮ ਦਿੱਤਾ ਕਿ ਸੁਮੇਧ ਸਿੰਘ ਸੈਣੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ। ਔਰ ਇਹ ਮੁਕੱਦਮਾ CBI ਚੰਡੀਗੜ੍ਹ ਨੇ ਦਰਜ ਕਰ ਲਿਆ ਸੀ। ਪੜਤਾਲ ਜਿਹੜੀ ਹੈ 2007 ਸ਼ੁਰੂ ਹੋਈ ਸੀ ਜੀ। ਮੁਕੱਦਮਾ 2008 ਚ ਦਰਜ ਕੀਤਾ ਸੀ CBI ਨੇ।
लेकिन ये मुकदमा बहुता लंबा समा टिक ना सकिया जी। कारण ਇਹਦਾ ਇਹ ਸੀ कि सुमैध सिंह सैनी ने पंजाब ते हरियाणा हाई कोर्ट का ਜਿਹੜਾ फैसला सी मुकदमा दर्ज करवाने वाला ਉਹਨੂੰ चैलेंज कर दिता, चुनौती दे दी और वो सुप्रीम कोर्ट पहुंच गई जी। सुप्रीम कोर्ट ने उसे विचार वटांदरा किया। विचार वटांदरा करने तो बाद सुप्रीम कोर्ट ने हाई कोर्ट के उस फैसले को रद्द करता। FIR है जी वो भी खत्म करती, कोएश करती। कारण CBI ने की दसिया कि ज्यूरीडिक्शन जिन्हों असीं वकूआ कह दिंदे हां, वकूए के मामले दे विच हाई कोर्ट ने अपनी जिहड़ी लक्ष्मण रेखा सी वो लंघ ली सी। इस तरह ये मुकदमे का अंत हो गया। उन्हां दिनां दे विच तुहानूं पता भी पंजाब दे विच अकाली सरकार बन गई सी और सुमैध सिंह सैनी उस वेले हुंदे सीगे डायरैक्टर विजिलेंस ब्यूरो जी। 2007 दे विच सरकार बन गई सी। फिर वो सरकार रिपीट हुंदी है 2012 च, पर सुमैध सिंह सैनी नूं DGP बना दिता सी। DGP बनने तो बाद काफी जदोजहद की। इसे अरसे के दौरान ही जिहड़े DS मुल्तानी है उन्हां दी मौत हो जाती है। परिवार उन्हां दा पूरी तरह डर गया, तरप गया कि हुण आपां करिए तां करिए की जी। और बलविंदर सिंह ने जिहड़ी कंप्लेंट दी है, बलविंदर सिंह ने कहा कि मैं ये उड़ीकदा रहा सी कि अखबारों के विच बहुत कुछ आ गया, क्योंकि पिंकी कैट नां दा एक सब इंस्पैक्टर सी, उन्हें कुछ इंकशाफात कीते सी, कुछ उन्हें खुलासे कीते सी मीडिया के सामने जी। ਉਹਦੇ ਵਿੱਚ ਉਹਨੇ ਕੁਝ ਬੰਦਿਆਂ ਨੇ ਨਾਂ ਲਏ ਸੀ ਕਿ ਇਹਨਾਂ ਬੰਦਿਆਂ ਨੂੰ ਟੌਰਚਰ ਕਰ ਕਰਕੇ ਮਾਰਿਆ ਗਿਆ। ਉਹਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਦਾ ਵੀ ਉਚੇਚੇ ਤੌਰ ਤੇ ਜ਼ਿਕਰ ਕੀਤਾ ਕਿ ਚੰਡੀਗੜ੍ਹ ਪੁਲਿਸ ਦਾ ਮੁਖੀ ਹੁੰਦਿਆਂ ਸੁਮੈਧ ਸਿੰਘ ਸੈਣੀ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਉਹਦਾ ਇਨਕਾਊਂਟਰ ਕੀਤਾ। ਕਿਸ ਢੰਗ ਨਾਲ ਇਨਕਾਊਂਟਰ ਕੀਤਾ ਇਹ ਸਾਰੀ ਗੱਲ ਉਹਨੇ ਦੱਸੀ ਸੀ ਜੀ। ਔਰ ਉਸ ਵੇਲੇ ਇਸ ਮਾਮਲੇ ਨੂੰ ਆਊਟਲੁੱਕ ਇੱਕ ਮੈਗਜ਼ੀਨ ਹੈ ਜਿਹੜਾ ਉਹਨੇ ਕਵਰ ਸਟੋਰੀ ਦੇ ਤੌਰ ਤੇ ਉਹ ਪ੍ਰਕਾਸ਼ਿਤ ਕੀਤਾ ਕਿ ਸਾਰਾ ਕੁਝ ਆ ਗਿਆ। बलविंदर सिंह का मनना है कि मैं ये सोचता सा कि जो ये मीडिया सारा कुछ आ गया जरूर ਇਹਦਾ नोटिस लऊगी वक्त की सरकार, लेकिन वक्त की सरकार ने कोई नोटिस नहीं लिया, ना केंद्र सरकार ने नोटिस लिया, ना ही जी कोई ब्यूरोक्रेटिक सरकारी मशीनरी ਉਹਦਾ नोटिस लिया। और इतने मैं ये भी जिक्र कर रहा कि बलविंदर सिंह ये गल कहता है कि 13 दसंबर को मेरे भरा नूं चंडीगढ़ पुलिस ने मोहाली तो चुक्या, चंडीगढ़ रखा। फिर कुछ ये कह के हथियारों की बरामदगी लई ते कुछ बंदियां की गिरफ्तारी दे लई गुरदासपुर जिले दे विच कादियां थाने के इलाके दे विच रेड कर ली है जी। वो रेड करने के नाम थले उत्थे वो नाल लै गए और 19 तारीख नूं 13 दसंबर 19 दसंबर 1991 नूं ये गल कह दी कि जी वो पुलिस की हिरासत दे विचों फरार हो गया। उन्हें अपनी कंप्लेंट दे विच लिखिया कि उस वेले कादियां थाने की प्रोटेक्शन वास्ते चंडीगढ़ पुलिस, पंजाब की पुलिस और CRPF का भी काफी सारा जिहड़ा हैगा अमला फैला उत्थे सी। इन्ने लोगों के हुंदिया होया एक बंदा जिहड़ा बुरी तरह कुट्टिया मारिया, जिन्होंने बहुत बुरी तरह टॉर्चर किया है, वो बंदा भज किवें जाऊगा, एक वड्डा सवाल है। इहदे ते कार्रवाई होनी चाहिए सी। बलविंदर सिंह मुल्तानी अपनी एप्लीकेशन ये गल भी कहता है कि भावें सुप्रीम कोर्ट ने पंजाब ते हरियाणा हाई कोर्ट का फैसला रद्द कर दिया, FIR भी कोएश कर दी सी, पर उन्होंने साडे ते ये कदे पाबंदी नहीं सी लाई कि असी इस मामले नूं लैके ते कोई होर दाद फरियाद ना करिए जी, क्योंकि मामला ज्यूरीडिक्शन का सी। साडे ते ये बंदिश नहीं सी असी एप्लीकेशन दे सकते सां। ते नाल ही वो कहता कि लंबा समा एप्लीकेशन असी इस करके नहीं दी क्योंकि वो बहुत पावरफुल आदमी है, वो DGP है, साडा नुकसान कर सकता है। हुण वो रिटायर हो गया जी और उहदे कोल कोई ताकत नहीं रही, इस करके मैं ये एप्लीकेशन देना। उन्हें SSP मोहाली नूं एप्लीकेशन दी, SSP मोहाली ने वो एप्लीकेशन है जी उहदे ते कार्रवाई करती, केस रजिस्टर हो गया जी। केस राती रजिस्टर हुंदा है। सुमैध सिंह सैनी नूं शायद इहदी इंफॉर्मेशन मिल गई सी, क्योंकि पुलिस के कुछ लोग होंगे, पुलिस के लॉबीज भी है, ये फलाने की लॉबी है, तिनके की लॉबी है, और कितों ना कितों इंफॉर्मेशन बंदे नूं मिल जाती है। राती लेट नाइट सुमैध सिंह सैनी उत्थों जाता है और जी कीरतपुर साहब वाला साडा वार्डर है हिमाचल के नाल लगदा, उस वार्डर के राही
2 ਬੰਦੇ ਉਹਦੇ ਨਾਲ ਹੋਰ ਹੈ, 3 ਬੰਦੇ ਕਾਰ ਰਾਹੀਂ ਜਾਂਦੇ ਹੈ। ਉਹਨਾਂ ਨੇ ਸਵੇਰੇ 4 ਵਜੇ ਕ੍ਰਾਸ ਕਰਨ ਦਾ ਯਤਨ ਕੀਤਾ ਕਿ ਬਾਰਡਰ ਕ੍ਰਾਸ ਕਰਕੇ ਅਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇੰਟਰ ਹੋ ਜਾਈਏ ਜੀ। ਲੇਕਿਨ ਮੌਕੇ ਤੇ ਜਿਹੜੀ ਪੁਲਿਸ ਪਾਰਟੀ ਸੀ, ਉਸ ਪੁਲਿਸ ਪਾਰਟੀ ਨੇ ਕਿਹਾ ਜੀ ਪਾਸ ਦਿਖਾਓ, ਤੁਹਾਡੇ ਕੋਲੇ ਕਰਫਿਊ ਪਾਸ ਹੈ ਜੀ। ਕਰਫਿਊ ਪਾਸ ਇਹਨਾਂ ਦੇ ਕੋਲੇ ਨਹੀਂ ਸੀ ਤੇ ਉਹ ਜਿਹੜਾ ਪੁਲਿਸ ਦੀ ਟੀਮ ਸੀਗੀ ਉਹਨਾਂ ਨੇ ਕਹਿਤਾ ਅਸੀਂ ਤੁਹਾਨੂੰ ਅੱਗੇ ਨਹੀਂ ਲੰਘਣ ਦੇਵਾਂਗੇ ਜੀ। ਸੁਮੇਧ ਸਿੰਘ ਸੈਣੀ ਨੇ ਬਿਲਾਸਪੁਰ ਦੇ ਐਸਐਸਪੀ ਨੂੰ ਫੋਨ ਵੀ ਕੀਤਾ, ਹਵਾਲਾ ਦਿੱਤਾ ਕਿ ਮੈਂ ਸਾਬਕਾ ਡੀਜੀਪੀ ਹਾਂ ਪੰਜਾਬ ਦਾ ਔਰ ਮੈਂ ਹਿਮਾਚਲ ਦੇ ਵਿੱਚ ਹੀ ਜਾਣਾ ਹੈ। ਉਹਨੇ ਕੋਈ ਜਗ੍ਹਾ ਦੱਸੀ, ਉਸ ਥਾਂ ਤੇ ਮੈਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਜੀ। ਲੇਕਿਨ ਐਸਐਸਪੀ ਨੇ ਵੀ ਕਹਿ ਦਿੱਤਾ ਕਿ ਇਹ ਹੋ ਹੀ ਨਹੀਂ ਸਕਦਾ ਕਿਉਂਕਿ ਤੁਹਾਡੇ ਕੋਲੇ ਜਿਹੜਾ ਵਾਜਬ ਵੈਲਿਡ ਪਾਸ ਨਹੀਂ, ਬਗੈਰ ਪਾਸ ਤੋਂ ਅਸੀਂ ਕਿਸੇ ਵੀ ਬੰਦੇ ਨੂੰ ਇੰਟਰ ਨਹੀਂ ਕਰ ਦੇਵਾਂਗੇ। ਜੱਦੀ ਸਾਹਿਬ ਮੈਂ ਇੱਥੇ ਦੱਸਦਾ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਹੈ। ਭਾਰਤੀ ਜਨਤਾ ਪਾਰਟੀ ਕਿਉਂਕਿ ਪੁਲਿਸ ਜਿਹੜੇ ਪੁਲਿਸ ਅਫਸਰਾਂ ਨੇ ਉਸ ਦੌਰ ਦੇ ਵਿੱਚ ਪੰਜਾਬ 'ਚ ਕੰਮ ਕੀਤਾ ਹੈ ਜੀ, ਉਹਨਾਂ ਦੇ ਪ੍ਰਤੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਰਵੱਈਆ ਹੈ ਉਹ ਬੜਾ ਉਸਾਰੂ ਹੈ। ਜੇ ਇਹ ਤੋਂ ਵੀ ਅਗਲਾ ਸ਼ਬਦ ਬੋਲਾ, ਉਸਾਰੂ ਦੀ ਬਜਾਏ ਲਿਹਾਜ਼ੂ ਹੈ। ਉਹ ਉਹਨਾਂ ਬੰਦਿਆਂ ਨੂੰ ਪ੍ਰੋਟੈਕਟ ਕਰਦੀ ਹੈ, ਇਸ ਵੇਲੇ ਵੀ ਭਾਰਤੀ ਜਨਤਾ ਪਾਰਟੀ ਵਾਲੇ ਪ੍ਰੋਟੈਕਟ ਕਰਦੇ ਹੈ ਜੀ। ਚਲੋ ਪੁਲਿਸ ਪਾਰਟੀ ਨੇ ਆਪਣਾ ਪੁਲਿਸੀਆ ਧਰਮ ਨਿਭਾਇਆ, ਐਸਐਸਪੀ ਨੇ ਆਪਣਾ ਧਰਮ ਨਿਭਾਇਆ, ਉਹਨਾਂ ਨੇ ਕਿਹਾ ਜੀ ਅਸੀਂ ਇੰਟਰ ਨਹੀਂ ਹੋਣ ਦੇਵਾਂਗੇ। ਉਹਦੇ ਤੋਂ ਬਾਅਦ ਸੁਮੇਧ ਸਿੰਘ ਸੈਣੀ ਤੇ ਉਹਦੇ ਸਾਥੀ ਵਾਪਸ ਮੁੜਦੇ ਆ। ਵਾਪਸ ਆਉਣ ਤੋਂ ਬਾਅਦ ਮੋਹਾਲੀ ਜਾਂ ਚੰਡੀਗੜ੍ਹ ਜਾਣ ਦੀ ਬਜਾਏ ਉਹ ਸਿੱਧੇ ਦਿੱਲੀ ਨੂੰ ਨਿਕਲ ਜਾਂਦੇ ਅਤੇ ਦਿੱਲੀ ਪਹੁੰਚ ਗਏ ਜੀ। ਚੰਡੀਗੜ੍ਹ ਦੇ ਇੱਕ ਪੱਤਰਕਾਰ ਨੇ ਜਿਹਦੇ ਨਾਲ ਮੇਰੇ ਬੜੇ ਵਧੀਆ ਤਾਲੁਕਾਤ ਹੈ, ਉਹਨੇ ਕੰਟੈਕਟ ਕੀਤਾ ਸੁਮੇਧ ਸਿੰਘ ਸੈਣੀ ਦੇ ਨਾਲ ਟੈਲੀਫੋਨ ਦੇ ਜ਼ਰੀਏ, ਪੁੱਛਿਆ ਕਿ ਤੁਸੀਂ ਇਸ ਵੇਲੇ ਕਿੱਥੇ ਹੋ ਤੇ ਉਹਨੇ ਦੱਸਿਆ ਕਿ ਮੈਂ ਦਿੱਲੀ ਪਹੁੰਚ ਚੁੱਕਾ ਜੀ। ਔਰ ਨਾਲ ਹੀ ਜਦੋਂ ਇਸ ਮੁਕੱਦਮੇ ਦਾ ਹਵਾਲਾ ਦਿੱਤਾ ਗਿਆ ਕਿ ਤੁਹਾਡੇ ਖਿਲਾਫ ਇਹ ਮੁਕੱਦਮਾ ਦਰਜ ਹੋ ਗਿਆ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਤਾਂ ਉਹਨੇ ਕਿਹਾ ਕਿ ਬਦਲੇ ਦੀ ਭਾਵਨਾ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਮੇਰੇ ਖਿਲਾਫ ਇਹ ਮੁਕੱਦਮਾ ਦਰਜ ਕਰਵਾਇਆ ਜੀ। ਕੈਪਟਨ ਅਮਰਿੰਦਰ ਸਿੰਘ ਮੇਰੇ ਨਾਲ ਖਾਰ ਖਾਂਦਾ ਹੈ, ਉਹ ਮੈਥੋਂ ਬਦਲਾ ਲੈਣਾ ਚਾਹੁੰਦਾ ਹੈ, ਇਸ ਲਈ ਇਹ ਮੁਕੱਦਮਾ ਦਰਜ ਕਰਵਾਇਆ ਹੈ। ਹੁਣ ਜੇ ਅਸੀਂ ਇਸ ਮੁਕੱਦਮੇ ਦੀਆਂ ਧਾਰਾਵਾਂ ਦੇਖੀਏ ਤਾਂ ਇਸ ਮੁਕੱਦਮੇ ਦੀ ਧਾਰਾ ਹੈਗੀ ਹੈ 364। 364 ਦਾ ਮਤਲਬ ਹੁੰਦਾ ਕਿਸੇ ਬੰਦੇ ਨੂੰ ਕਿਡਨੈਪ ਕਰਨਾ ਜੀ। 364 ਤੋਂ ਬਾਅਦ ਦੂਜੀ ਧਾਰਾ ਇਹਦੇ ਨਾਲ ਲੱਗਦੀ ਹੈ 201। 201 ਦਾ ਮਤਲਬ ਹੁੰਦਾ ਸਬੂਤ ਨਸ਼ਟ ਕਰਨਾ। ਸਬੂਤ ਨਸ਼ਟ ਕਰਨ ਦੇ ਵਿੱਚ ਨਿੱਕੀਆਂ ਮੋਟੀਆਂ ਗਵਾਹੀਆਂ ਤੋਂ ਬਗੈਰ ਕਿਸੇ ਬੰਦੇ ਦੀ ਬੋਡੀ ਨੂੰ ਵੀ ਖੁਰਦ-ਬੁਰਦ ਕਰਨਾ ਹੁੰਦਾ ਹੈ ਕਿ ਜੇ ਜਿਉਂਦਾ ਹੈ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ ਜਾਂ ਕਤਲ ਕਰਨ ਤੋਂ ਬਾਅਦ ਉਹਦੀ ਡੈਡ ਬੋਡੀ ਹੈ ਜਿਹੜੀ ਉਹਨੂੰ ਖਤਮ ਕਰ ਦਿੱਤਾ ਜਾਂਦਾ ਹੈ। ਔਰ ਨਾਲ ਹੀ 120 ਆਈ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਅਜਿਹਾ ਕੀਤਾ ਗਿਆ ਹੈ। 2 ਧਾਰਾਵਾਂ ਹੋਰ ਹੈ 330 ਤੇ 344, ਉਹ ਵੀ ਇਹਦੇ ਵਿੱਚ ਜੁੜੀਆਂ ਗਈਆਂ। ਮੇਰੇ ਕੋਲ FIR ਦੀ ਕਾਪੀ ਆ ਗਈ ਸੀ, ਅਵੇਲੇਬਲ ਹੈ ਮੇਰੇ ਕੋਲ ਇਸ ਵੇਲੇ। FIR ਨੂੰ ਮੈਂ ਬੜਾ ਸਵਾਰ ਕੇ ਪੜ੍ਹਿਆ। FIR ਦੇ ਵਿੱਚ ਸਰਕਾਰੀ ਵਕੀਲ ਨੇ ਜਿਹੜੀ ਟਿੱਪਣੀ ਕੀਤੀ ਹੈ, ਉਹਨੇ ਇਹ ਗੱਲ ਕੀਤੀ ਹੈ ਕਿ ਇਹ ਧਾਰਾਵਾਂ ਤਾਂ ਪਹਿਲੀ ਨਜ਼ਰੇ ਲੱਗਦੀ ਹੈ। ਦੌਰਾਨੇ ਤਫਤੀਸ਼ ਜੇ ਕੋਈ ਹੋਰ ਵੀ ਐਵੀਡੈਂਸ ਆਉਂਦੀ ਹੈ, ਉਸ ਐਵੀਡੈਂਸ ਦੇ ਆਧਾਰ ਦੇ ਉੱਤੇ ਕੁਝ ਹੋਰ ਧਾਰਾਵਾਂ ਵੀ ਜੋੜੀਆਂ ਜਾ ਸਕਦੀਆਂ। ਸੋ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਬੜੇ ਲੰਬੇ ਅਰਸੇ ਬਾਅਦ, ਕਿਉਂਕਿ ਕੇਸ ਪਹਿਲਾਂ ਵੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਚੱਲਦੇ ਹੈ ਜੀ। ਲੁਧਿਆਣੇ ਦੇ ਵਿੱਚ ਸੈਣੀ ਮੋਟਰਸ ਵਾਲਿਆਂ ਦਾ ਕੇਸ ਵੀ ਚੱਲੀ ਜਾਂਦਾ ਹੈ। ਬਹੁਤ ਲੰਬੇ ਸਮੇਂ ਤੋਂ ਉਸ ਕੇਸ ਨੂੰ ਲਟਕਾਇਆ ਹੋਇਆ ਹੈ। ਉਹ ਸ਼ਿਫਟ ਹੋ ਕੇ ਪੰਜਾਬ ਤੋਂ ਦਿੱਲੀ ਚਲਾ ਗਿਆ ਸੀ। ਦਿੱਲੀ ਦੇ ਵਿੱਚ ਵੀ ਜਿਹੜੀ ਉਹ ਸੈਣੀ ਮੋਟਰਸ ਵਾਲੀ ਮੈਡਮ ਸੀਗੀ, ਜਿਹਦਾ ਪੁੱਤ ਔਰ ਇੱਕ ਡਰਾਈਵਰ, ਇੱਕ ਉਹਨਾਂ ਦਾ ਰਿਸ਼ਤੇਦਾਰ, 3 ਬੰਦੇ ਮਾਰੇ ਗਏ ਸੀ। ਉਹ ਆਖਰੀ ਸਮੇਂ ਤੱਕ ਇਹ ਕਰਲਾਉਂਦੀ ਰਹੀ ਕਿ ਮੈਨੂੰ ਮੌਕਾ ਦਿੱਤਾ ਜਾਵੇ, ਮੇਰੇ ਜਿਉਂਦਿਆਂ ਮੇਰੀ ਗਵਾਹੀ ਕਰਵਾ ਲਈ ਜਾਵੇ, ਕਿਤੇ ਇਹ ਨਾ ਹੋਵੇ ਕਿ ਕਥਿਤ ਦੋਸ਼ੀਆਂ ਨੂੰ ਇਹਦਾ ਕੋਈ ਬੈਨੀਫਿਟ ਮਿਲ ਜਾਵੇ। ਲੇਕਿਨ ਉਹ ਮਾਮਲਾ ਕਾਫੀ ਲਮਕਦਾ ਗਿਆ। ਅਜੇ ਤੱਕ ਉਹ ਮਾਮਲਾ ਕਿਸੇ ਤਨ ਪੱਤਰ ਨਹੀਂ ਲੱਗਿਆ ਜੀ। ਪੰਜਾਬ ਦੇ ਸੰਬੰਧ ਵਿੱਚ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਸੰਬੰਧ ਵਿੱਚ ਸੁਮੇਧ ਸਿੰਘ ਸੈਣੀ ਤੇ ਹਾਲੇ ਤੱਕ ਇੱਕ ਵੀ ਪਰਚਾ ਦਰਜ ਨਹੀਂ ਹੋਇਆ ਸੀ, ਜਿਹੜਾ ਟੈਰਰਿਜ਼ਮ ਨਾਲ ਰਿਲੇਟਡ ਕਹਿ ਸਕਦੇ ਹਾਂ ਆਪਾਂ, ਜਿਹਨੂੰ ਅਸੀਂ ਖਾੜਕੂਵਾਦ ਨਾਲ ਰਿਲੇਟਡ ਕਹਿ ਸਕਦੇ ਹਾਂ ਕਿ ਖਾੜਕੂਵਾਦ ਦੇ ਦੌਰ ਦੇ ਵਿੱਚ ਕੀ ਹੋਇਆ ਹੈ। ਭਾਵੇਂ ਬਲਵੰਤ ਸਿੰਘ ਮੁਲਤਾਨੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਚੰਡੀਗੜ੍ਹ ਦੇ ਵਿੱਚ, ਲੇਕਿਨ ਉਹਦੀ ਗ੍ਰਿਫਤਾਰੀ ਹੈ ਜਿਹੜੀ ਉਹ ਮੋਹਾਲੀ ਤੋਂ ਹੁੰਦੀ ਹੈ। ਔਰ ਜਿਹੜਾ ਉਹਨੂੰ ਭਗੌੜਾ ਦਿਖਾਇਆ ਗਿਆ ਹੈ ਉਹ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਥਾਣੇ ਤੋਂ ਦਿਖਾਇਆ ਗਿਆ ਹੈ। ਸੋ ਇਹ ਕਹਿ ਸਕਦੇ ਹਾਂ ਕਿ ਬਹੁਤ ਲੰਬੇ ਸਮੇਂ ਬਾਅਦ ਸੁਮੇਧ ਸਿੰਘ ਸੈਣੀ ਦੇ ਤੇ FIR ਦਰਜ ਹੋਈ ਹੈ। ਅਦਾਲਤਾਂ ਦੇ ਵਿੱਚ ਇਹ FIR ਕਿੰਨੀ ਖੜਦੀ ਹੈ, ਕਿੰਨੀ ਕੁ ਨਹੀਂ ਖੜਦੀ, ਇਹ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ। ਲੇਕਿਨ ਇੱਕ ਗੱਲ ਮੰਨਣੀ ਪੈਣੀ ਹੈ ਕਿ ਇਸ ਵੇਲੇ ਪੰਜਾਬ ਦਾ ਜਿਹੜਾ ਮਾਹੌਲ ਹੈ, ਬੇਸ਼ੱਕ ਕੋਰੋਨਾ ਵਰਗੀ ਘਾਤਕ ਬਿਮਾਰੀ ਵੀ ਹੈ,
ਲੇਕਿਨ ਮੇਰੇ ਖਿਆਲ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਰੋਨਾ ਦੀ ਬਿਮਾਰੀ ਦਾ ਜਿਹੜਾ ਪ੍ਰਕੋਪ ਹੈ ਇਹ ਸ਼ਾਇਦ ਲੰਬਾ ਚੱਲੇ, ਤੇ ਜੇਕਰ ਅਸੀਂ ਇਸੇ ਦੇ ਵਿੱਚ ਉਲਝ ਕੇ ਰਹਿ ਗਏ ਤਾਂ ਉਹ ਲੋਕ ਜਿਹੜੇ ਲੋਕ ਜ਼ਿਆਦਤੀਆਂ ਲਈ ਜਾਣੇ ਜਾਂਦੇ ਹੈ, ਜਾਂ ਆਪਾਂ ਦੂਜੇ ਸ਼ਬਦਾਂ ਵਿੱਚ ਇਹ ਕਹਿ ਲਈਏ ਕਿ ਜਿਨ੍ਹਾਂ ਨੇ ਅਕਾਲੀ ਸਰਕਾਰ ਦੇ ਹੁੰਦਿਆਂ ਹੋਇਆਂ ਖੁਦ ਕੈਪਟਨ ਅਮਰਿੰਦਰ ਸਿੰਘ, ਉਹਦੇ ਪਰਿਵਾਰ, ਉਹਦੇ ਸੱਜਣਾ ਮਿੱਤਰਾਂ ਦੇ ਨਾਲ ਵੀ ਜ਼ਿਆਦਤੀਆਂ ਕੀਤੀਆਂ, ਤੇ ਜੇ ਹੁਕੂਮਤ ਦੇ ਸਾਲ ਤਾਂ 2 ਹੀ ਰਹਿ ਗਏ, 2 ਸਾਲਾਂ ਦੇ ਵਿੱਚ ਆਪਾਂ ਜੇ ਹੁਣੇ ਕਾਰਵਾਈ ਨਾ ਕੀਤੀ ਤਾਂ ਫਿਰ ਅੱਗੇ ਹੋਰ ਕਾਰਵਾਈ ਵਾਸਤੇ ਸਮਾਂ ਨਹੀਂ ਮਿਲਣਾ। ਲੇਕਿਨ ਜਿਵੇਂ ਕਿ ਮੈਂ ਪਹਿਲਾਂ ਕਹਿ ਚੁੱਕਾ ਕਿ RSS ਤੇ BJP ਵਾਲਿਆਂ ਦਾ ਉਹਨਾਂ ਪੁਲਿਸ ਅਫਸਰਾਂ ਪ੍ਰਤੀ ਲਿਹਾਜ਼ੂ ਰਵੱਈਆ ਹੈ ਜਿਨ੍ਹਾਂ ਨੇ ਮਾੜੇ ਦੌਰ ਦੇ ਵਿੱਚ ਲੋਕਾਂ ਨਾਲ ਜ਼ਿਆਦਤੀਆਂ ਕੀਤੀਆਂ। ਸੁਮੇਧ ਸਿੰਘ ਸੈਣੀ ਦਾ ਦਿੱਲੀ ਜਾਣ ਦਾ ਮਤਲਬ ਵੀ ਇਹ ਹੈ ਕਿ ਉਹਨੂੰ ਉੱਥੋਂ ਕੋਈ ਪ੍ਰੋਟੈਕਸ਼ਨ ਮਿਲ ਜੇ। ਨਰਿੰਦਰ ਮੋਦੀ ਸਾਹਿਬ, ਅਮਿਤ ਸ਼ਾਹ ਸਾਹਿਬ, ਜਾਂ ਜਿਹੜੇ ਜਿਵੇਂ ਕਿ ਅਜੀਤ ਡੋਵਾਲ ਹੈ, ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ, ਉਹ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਕਰਨ, ਅਦਾਲਤੀ ਪ੍ਰਣਾਲੀ ਹੈ ਜਿਹੜੀ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਕਰਨ, ਕੋਈ ਵੇਲ ਵਗੈਰਾ ਦਵਾ ਦੇਣ, ਇਹ ਗੱਲ ਤਾਂ ਹਾਲੇ ਤੱਕ ਭਵਿੱਖ ਤੇ ਨਿਰਭਰ ਹੈ, ਭਵਿੱਖ ਦੇ ਵਿੱਚ ਕੀ ਹੁੰਦਾ ਹੈ। ਲੇਕਿਨ ਅੱਜ ਦੀ ਘੜੀ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਵੇਂ ਬੰਦਾ ਕਿੰਨਾ ਵੀ ਸ਼ਕਤੀਸ਼ਾਲੀ ਹੋਵੇ, ਲੇਕਿਨ ਕਿਸੇ ਨਾ ਕਿਸੇ ਦਿਨ ਫਿਰਦੇ ਹੈ, ਇਹਦੇ ਵਿੱਚ ਹੋਵੇ ਚਾਹੇ ਕੁਛ ਨਾ ਹੋਵੇ, ਲੇਕਿਨ ਜਦੋਂ ਕਿਸੇ ਬੰਦੇ ਦੇ ਖਿਲਾਫ ਮੁਕੱਦਮਾ ਦਰਜ ਹੋ ਜਾਂਦਾ ਹੈ ਤੇ ਉਸ ਮੁਕੱਦਮੇ ਦੇ ਵਿੱਚ ਧਾਰਾਵਾਂ ਅਜਿਹੀਆਂ ਲੱਗੀਆਂ ਹੋਣ ਜਿਹਦੇ ਤਹਿਤ ਬੰਦੇ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੋਵੇ, ਉੱਥੇ ਫਿਰ ਬੰਦੇ ਦੀ ਜਿਹੜੀ ਰਾਤਾਂ ਦੀ ਨੀਂਦ ਹੈ ਉਹ ਹਰਾਮ ਹੁੰਦੀ ਹੈ, ਬੰਦਾ ਬੇਚੈਨ ਹੁੰਦਾ ਹੈ। ਦੇਖਦੇ ਆਪਾਂ ਅੱਗੇ ਹੁੰਦਾ ਕੀ ਹੈ। ਜੀ ਬਿਲਕੁਲ ਢਿੱਲੋਂ ਸਾਹਿਬ, ਜਿਹੜੀ ਸਟੇਟ ਆ ਇਹੋ ਜਿਹੇ ਅਫੀਸਰਾਂ ਨੂੰ ਹਮੇਸ਼ਾ ਪ੍ਰੋਟੈਕਟ ਕਰਦੀ ਆ, ਸੱਤਾ ਦੇ ਵਿੱਚ ਜਿਹੜੀ ਮਰਜ਼ੀ ਸਰਕਾਰ ਹੋਵੇ, ਕਿਉਂਕਿ ਉਦੋਂ ਇਹ ਜਦੋਂ ਸੀਗਾ ਉਦੋਂ ਕਾਂਗਰਸ ਸਰਕਾਰ ਸੀਗੀ, ਉਹ ਵੀ ਇਹਨਾਂ ਨੂੰ ਪ੍ਰਮੋਟ ਕਰਦੀ ਰਹੀ ਹੈ ਜੀ, ਇਹੋ ਜਿਹੇ ਅਫਸਰਾਂ ਨੂੰ ਜਿਹੜੇ ਵੀ ਕਿਸੇ ਦਾ ਘਾਣ ਕਰਦੇ, ਜਿਹੜਾ ਸਟੇਟ ਦਾ ਹੁਕਮ ਮੰਨਦੇ ਆ। ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਪ੍ਰੋਟੈਕਟ ਕਰਦੀਆਂ, ਉਹਨਾਂ ਨੂੰ ਸ਼ੈਲਟਰ ਦਿੰਦੀਆਂ, ਉਹਨਾਂ ਨੂੰ ਤਰੱਕੀਆਂ ਦਿੰਦੀਆਂ। ਪਰ ਜੇ ਵੀ ਇੰਨੀ ਦੇਰ ਬਾਅਦ ਵੀ ਕੁਛ ਨਾ ਕੁਛ ਮਸਲੇ ਦਾ ਹੱਲ ਹੋਵੇ ਤੇ ਸ਼ਾਇਦ ਜਿੱਦਾਂ ਰਾਮ ਰਹੀਮ ਅੰਦਰ ਹੋਇਆ ਸ਼ਾਇਦ ਵੀ ਇਹਦੇ ਵੀ ਦਿਨ ਪੁੱਗ ਗਏ ਹੋਣ ਤੇ ਚਾਂਸ ਹੈਗੇ ਆ। ਪਰ ਦੇਖੋ ਆਉਣ ਵਾਲਾ ਸਮਾਂ ਦੱਸ ਦੂਗਾ ਜੀ ਕੀ ਹੁੰਦਾ ਆ। ਨਾਲ ਹੀ ਮੈਂ ਜਾਣਕਾਰੀ ਦੇ ਦਾਂ ਜੀ, ਜੇ ਤੁਸੀਂ ਕੋਈ ਘੜੀ ਠੀਕ ਕਰਾਉਣੀ ਆ। ਜੱਦੀ ਸਾਹਿਬ ਮੈਂ ਮੈਂ ਥੋੜਾ ਜਿਹਾ ਤੁਹਾਨੂੰ ਟੋਕਦਾ, ਅਸਲ ਦੇ ਵਿੱਚ ਜਿਹੜੇ ਇਹ ਅਫਸਰ ਹੁੰਦੇ ਹੈ ਜੀ, ਇਹ ਆਪਣੇ ਆਪ ਦੇ ਵਿੱਚ ਹੀ ਸਟੇਟ ਹੁੰਦੀ ਹੈ। ਸਟੇਟ ਦਾ ਇਹ ਅੰਗ ਹੁੰਦੇ, ਚਾਹੇ ਪੁਲਿਸ ਹੈ, ਚਾਹੇ ਫੌਜ ਹੈ, ਚਾਹੇ ਜੇਲ੍ਹਾਂ ਹੈ, ਚਾਹੇ ਅਦਾਲਤੀ ਸਿਸਟਮ ਹੈ, ਇਹ ਸਾਰੇ ਸਿਸਟਮ ਨੂੰ ਮਿਲਾ ਕੇ ਅਸੀਂ ਕਹਿੰਦੇ ਹੁੰਦੇ ਹਾਂ ਇਹ ਸਟੇਟ ਹੁੰਦੀ ਹੈ। ਇਹੀ ਸਟੇਟ ਦੇ ਅੰਗ ਹੁੰਦੇ, ਇਹੀ ਕੰਮ ਕਰਦੇ ਹੈ। ਇਹਨਾਂ ਨੂੰ ਪੋਲੀਟੀਕਲ ਲੀਡਰਸ਼ਿਪ ਹੈ ਜਿਹੜੀ, ਉਹ ਪੋਲੀਟੀਕਲ ਲੀਡਰਸ਼ਿਪ ਇਹਨਾਂ ਨੂੰ ਹੁਕਮ ਦਿੰਦੀ ਹੈ। ਲੇਕਿਨ ਹੁਕਮ ਦੇਣ ਦੇ ਬਾਵਜੂਦ ਕਈ ਵਾਰੀ ਬੰਦੇ ਦੇ ਅੰਦਰ ਇੱਕ ਮਨੁੱਖੀ ਹਿਰਦਾ ਹੁੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਮਿਲ ਗਏ ਤੁਹਾਨੂੰ, ਖਾੜਕੂਬਾਦ ਦੇ ਦੌਰ ਦੇ ਵੀ ਮਿਲ ਗਏ, ਜਿਨ੍ਹਾਂ ਨੂੰ ਕਿਹਾ ਵੀ ਗਿਆ ਕਿ ਤੁਸੀਂ ਇਹ ਕੰਮ ਕਰੋ, ਉਹਨਾਂ ਨੇ ਨਹੀਂ ਸੀ ਕੀਤਾ। ਇਹ ਆਦਮੀ ਆਪ ਤੇ ਬੜਾ ਨਿਰਭਰ ਕਰਦਾ ਹੁੰਦਾ ਕਿ ਬੰਦੇ ਨੇ ਮਾੜਾ ਕੰਮ ਕਰਨਾ ਜਾਂ ਨਹੀਂ ਕਰਨਾ। ਸੋ ਇਹ ਉਸ ਸਟੇਟ ਦਾ ਹਿੱਸਾ ਹੀ ਸੀ ਸੁਮੇਧ ਸਿੰਘ ਸੈਣੀ ਜੀ, ਪਰ ਕਿਉਂਕਿ ਹੁਣੇ ਰਿਟਾਇਰ ਹੋ ਚੁੱਕਾ ਹੈ ਤੇ ਆਪਾਂ ਨੂੰ ਇਹ ਵੀ ਪਤਾ ਕਿ ਸਿਸਟਮ ਜਿਵੇਂ ਕਹਿੰਦੇ ਉਹਦੇ ਚੱਲਿਆ ਹੋਇਆ ਕਾਰਤੂਸ ਤੇ ਰਿਟਾਇਰਡ ਹੋਇਆ ਅਫਸਰ, ਉਹਦੀ ਕੋਈ ਕੀਮਤ ਨਹੀਂ ਹੁੰਦੀ। ਤੇ ਸਟੇਟ ਦੇ ਜਿਹੜੇ ਫਿਰ ਜਦੋਂ ਸਟੇਟ ਦਾ ਰੰਗ ਰੂਪ ਬਦਲਦਾ ਹੈ, ਸਟੇਟ ਉਸ ਵੇਲੇ ਵੀ ਜਿਹੜੀ ਆਪਣੀ ਗਵਾਈ ਹੋਈ ਪਰਤ ਹੁੰਦੀ ਹੈ, ਉਸ ਪਰਤ ਨੂੰ ਹਾਸਲ ਕਰਨ ਵਾਸਤੇ ਫਿਰ ਇਸ ਕਿਸਮ ਦੀਆਂ ਕਾਰਵਾਈਆਂ ਵੀ ਕਰਦੀ ਹੈ। ਕਈ ਗੁਰਗਾਂ ਨੂੰ ਫਿਰ ਉਹ ਟੰਗ ਵੀ ਦਿੰਦੇ ਹੁੰਦੇ ਹੈ ਕਿ ਚਲੋ ਹੁਣ ਸਾਡੀ ਜਿਹੜਾ ਚਿਹਰਾ ਮੋਹਰ ਹੈ ਥੋੜਾ ਜਿਹਾ ਇਹਨੂੰ ਇਹ ਕਹਿਣ ਕਿ ਇਹ ਮਨੁੱਖੀ ਚਿਹਰਾ ਮੋਹਰ ਹੈ। ਜੀ ਜੀ ਬਿਲਕੁਲ ਜੀ ਢਿੱਲੋਂ ਸਾਹਿਬ, ਵਾਕਿਆ ਇਹੋ ਜਿਹੇ ਅਫਸਰਾਂ ਦੇ ਵਿੱਚ ਇਨਸਾਨੀਅਤ ਨਹੀਂ ਹੁੰਦੀ। ਉਹ ਲੋਕਾਂ ਨਾਲ ਇੰਨਾ ਅਤਿਆਚਾਰ ਕਰਦੇ ਆ ਤੇ ਲੋਕ ਤਾਂ ਹੀ ਉਹਨਾਂ ਤੋਂ ਹੇਟ ਕਰਨ ਲੱਗ ਪੈਂਦੇ ਜੀ, ਅਫੀਸਰਾਂ ਤੋਂ। ਇੱਥੇ ਸਾਡੇ ਕੰਟਰੀ ਦੀ ਪੁਲਿਸ ਆ ਜੀ, ਤੇ ਜੇ ਇੰਡੀਆ ਦੇ ਵਿੱਚ ਕਿਸੇ ਦੀ ਗੱਡੀ ਖਰਾਬ ਹੋ ਜਾਵੇ ਜਾਂ ਕੋਈ ਗੱਲਬਾਤ ਹੋ ਜਾਵੇ ਤੇ ਉੱਥੇ ਪੁਲਿਸ ਆ ਜਾਵੇ ਤੇ ਬੰਦੇ ਨੂੰ ਡਰ ਲੱਗਣ ਲੱਗ ਪੈਂਦਾ, ਕਹਿਣਾ ਪੁਲਿਸ ਆ ਗਈ ਆ ਤੇ ਇਹ ਨੁਕਸਾਨ ਕਰਨਗੇ, ਕੁਛ ਪੈਸੇ ਮੰਗਣਗੇ। ਇੱਥੇ ਕਿਸੇ ਦੀ ਗੱਡੀ ਖਰਾਬ ਹੋ ਗਈ ਜਾਂ ਕੋਈ ਪ੍ਰੋਬਲਮ ਆ ਗਈ, ਐਕਸੀਡੈਂਟ ਹੋ ਗਿਆ ਤਾਂ ਪੁਲਿਸ ਆ ਗਈ ਤੇ ਜਿਹੜਾ ਸਾਹ ਦੇ ਵਿੱਚ ਸਾਹ ਆ ਜਾਂਦਾ, ਸ਼ੁਕਰ ਆ ਕਹਿਣਾ ਪੁਲਿਸ ਆ ਗਈ ਸਾਡੀ ਹੈਲਪ ਕਰੂਗੀ। ਕਿਉਂਕਿ ਇੱਥੇ ਦਾ ਤੇ ਇੱਥੋਂ ਦੇ ਸਿਸਟਮ ਦਾ ਬਹੁਤ ਜ਼ਿਆਦਾ ਫਰਕ ਆ। ਮੈਂ ਜਾਣਕਾਰੀ ਦੇ ਦਾਂ ਜੀ, ਜੇ ਤੁਸੀਂ ਕਿਸੇ ਤਰ੍ਹਾਂ ਦੀ ਘੜੀ ਠੀਕ ਕਰਾਉਣੀ ਆ, ਪਿੰਨ ਪਾਉਣੀ, ਬੈਟਰੀ ਪਾਉਣੀ ਆ, ਜਾਂ ਘੜੀ ਬਾਏ ਕਰਨੀ ਆ, ਰਾਡੋ, ਰੋਲੈਕਸ, ਸਿਟੀਜ਼ਨ, ਸਿਕੋ 5, ਕੈਸੀਓ ਕੋਈ ਵੀ, ਜਾਂ ਆਪਣੇ ਨਾਂ ਦਾ ਵਾਲ ਕਲੌਕ ਬਣਾਉਣਾ, ਤੁਸੀਂ ਆਪਣਾ ਨਾਂ ਲਿਖਾ ਸਕਦੇ ਹੋ ਟਰਾਂਸਪੋਰਟ ਜਾਂ ਕੰਪਨੀ ਦਾ। ਸੋਮਲ ਵਾਚ ਕਲੌਕ ਐਂਡ ਪਾਰਟਸ, 905 790 2188। ਟੋਰਾਂਟੋ ਤੋਂ ਮੌਂਟਰੀਅਲ, ਮੌਂਟਰੀਅਲ ਤੋਂ ਟੋਰਾਂਟੋ ਜਾਣਾ ਜੀ। ਬੈਸਟ ਕੈਨੇਡੀਅਨ ਰਾਈਡ ਸਰਵਿਸ 514 560 6613 ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਜੇ ਤੁਸੀਂ ਸੋਫਾ ਬਣਵਾਉਣਾ ਚਾਹੁੰਦੇ ਬੈਸਟ ਕੁਆਲਿਟੀ ਦੇ ਵਿੱਚ, ਐਲ ਸ਼ੇਪ, ਰਾਉਂਡ ਸ਼ੇਪ, ਕਿਸੇ ਵੀ ਤਰ੍ਹਾਂ ਦਾ,
ਤੇ ਸੋਫਾ ਸਟੂਡੀਓ ਤੋਂ ਸ਼ਗਨਦੀਪ ਉਹਨਾਂ ਨੂੰ ਕਾਲ ਕਰ ਸਕਦੇ ਹੋ 905 799 8877। ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਕਰਾਉਣੀ ਹੈ ਤੁਸੀਂ ਤੇ ਹਰਦਿਆਲ ਸਿੰਘ ਝੀਤਾ ਦਾ ਨਾਂ ਯਾਦ ਰੱਖੋ। ਲੀਗਲ ਬੇਸਮੈਂਟ ਕਰਾਉਣ ਵਾਸਤੇ ਵੀ, ਵਾਸ਼ਰੂਮ ਬਣਾਉਣਾ ਹੈ, ਕੁਛ ਵੀ ਕਰਨ ਵਾਲਾ 647 409 99 15। ਜੇ ਤੁਸੀਂ ਟਰੱਕਿੰਗ ਕੰਪਨੀ ਖੋਲ੍ਹਣੀ ਆ, ਤੁਸੀਂ ਕੰਪਨੀ ਖੋਲ੍ਹਣੀ ਆ ਕੈਨੇਡਾ ਇੰਕ, ਅੰਟਾਰੀਓ ਇੰਕ, ਕਿਸੇ ਵੀ ਤਰ੍ਹਾਂ ਦੀ, ਜਾਂ ਇਫਤਾ ਲੈਣਾ ਚਾਹੁੰਦੇ ਹੋ ਤੁਸੀਂ, ਕੋਈ ਸਟਿੱਕਰ ਲੈਣਾ ਚਾਹੁੰਦੇ ਹੋ, CVR ਲੈਣਾ ਚਾਹੁੰਦੇ ਹੋ, ਨਹੀਂ ਪਤਾ ਹੈਗਾ, ਤੁਸੀਂ A to Z ਕੋਈ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਤੇ ਕਾਲ ਕਰ ਸਕਦੇ G&G ਟਰੱਕਿੰਗ ਸੋਲਿਊਸ਼ਨ ਨੂੰ। 905 461 2525 ਤੇ ਕਾਲ ਕੀਤੀ ਜਾ ਸਕਦੀ ਹੈ। ਢਿੱਲੋਂ ਸਾਹਿਬ, ਵਿਸ਼ਾਖਾਪਟਨਮ ਦੇ ਕੈਮੀਕਲ ਪਲਾਂਟ ਚੋਂ ਜ਼ਹਿਰੀਲੀ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਆ ਤੇ ਕਾਫੀ ਜਣੇ ਇਹਦੇ ਨਾਲ ਅਫੈਕਟਡ ਹੋਏ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਬਿਲਕੁਲ ਜੀ, ਇਹ ਗਿਣਤੀ ਹੈ ਜਿਹੜੀ ਵੱਧ ਗਈ ਹੈ, 11 ਦੀ ਬਜਾਏ 13 ਹੋ ਗਈ ਜੀ। ਔਰ ਮਰਨ ਵਾਲਿਆਂ ਦੇ ਵਿੱਚ ਇੱਕ ਬੱਚਾ ਵੀ ਹੈ। ਅਸਲ ਦੇ ਵਿੱਚ ਵਿਸ਼ਾਖਾਪਟਨਮ ਦੇ ਵਿੱਚ ਕੈਮੀਕਲ ਪਲਾਂਟ ਲੱਗਿਆ ਹੋਇਆ ਹੈ ਜੀ। ਉਸ ਪਲਾਂਟ ਦੇ ਵਿੱਚੋਂ ਸਟੀਰਨ ਨਾਂ ਦੀ ਜ਼ਹਿਰੀਲੀ ਗੈਸ ਜਿਹੜੀ ਹੈ ਉਹ ਲੀਕ ਹੋਈ ਹੈ। ਔਰ ਇਸ ਗੈਸ ਦੇ ਲੀਕ ਹੋਣ ਨਾਲ ਆਲੇ ਦੁਆਲੇ ਦੇ ਜਿਹੜੇ ਲੋਕ ਹੈ ਜੀ, ਉਹਨਾਂ ਦੀਆਂ ਅੱਖਾਂ 'ਚ ਜਲਨ, ਸਾਹ ਲੈਣ 'ਚ ਦਿੱਕਤ ਤੇ ਸਰੀਰ ਦੇ ਉੱਤੇ ਧੱਫੜ ਪੈਣ ਦੀ ਸ਼ਿਕਾਇਤ ਹੈ ਜਿਹੜੀ ਉਹ ਮਿਲ ਰਹੀ ਹੈ ਜੀ। ਸਟੀਰਨ ਗੈਸ ਜਿਹੜੀ ਹੈ ਇਹਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਕਿ ਕਾਹਦੇ ਕੰਮ ਆਉਂਦੀ ਹੈ। ਪਤਾ ਲੱਗਿਆ ਕਿ ਇਹ ਪਲਾਸਟਿਕ ਪੇਂਟ ਬਣਾਉਣ ਦੇ ਕੰਮ ਆਉਂਦੀ ਹੈ। ਔਰ ਇਹ ਗੈਸ ਜਿਹੜੀ ਹੈ ਦਿਮਾਗੀ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਹਦਾ ਅਸਰ ਜਿਹੜਾ ਉਸ ਇਲਾਕੇ ਦੇ 3-4 ਕਿਲੋਮੀਟਰ ਦੇ ਆਲੇ ਦੁਆਲੇ ਪੈਂਦਾ ਹੈ। ਇਹ ਚਲੋ ਇਹ ਗੱਲ ਤਾਂ ਆਪਣੀ ਥਾਂ ਦੇ ਉੱਤੇ ਹੋਈ, ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਆਮ ਤੌਰ ਦੇ ਉੱਤੇ ਕਿ ਬਹੁਤ ਸਾਰੇ ਪਲਾਂਟ ਜਿਹੜੇ ਹੈ ਇਸ ਕਿਸਮ ਦੇ ਜ਼ਹਿਰੀਲੀਆਂ ਗੈਸਾਂ ਵਾਲੇ ਪਲਾਂਟ ਇਹ ਸੰਘਣੀ ਆਬਾਦੀ ਦੇ ਵਿੱਚ ਲੱਗੇ ਹੁੰਦੇ ਹੈ। ਤੁਸੀਂ ਦੇਖਿਆ ਹੋਣਾ ਪਿੱਛੇ ਜੇ ਤਾਮਿਲਨਾਡੂ ਦੇ ਵਿੱਚ ਵੀ ਇੱਕ ਹਾਦਸਾ ਹੋਇਆ ਸੀ, ਉਹਦੇ ਵਿੱਚ ਵੀ ਕਾਫੀ ਸਾਰੇ ਲੋਕ ਜਿਹੜੇ ਹੈਗੇ ਜਾਨਾਂ ਗਵਾ ਬੈਠੇ ਸੀ। ਉੱਥੇ ਇੱਕ ਮਕਾਨ ਦੀ ਕੰਧ ਡਿੱਗੀ ਸੀ, ਲੋਕਾਂ ਨੇ ਪ੍ਰੋਟੈਸਟ ਕੀਤਾ ਸੀ ਤੇ ਫਿਰ ਉਸ ਪ੍ਰੋਟੈਸਟ ਦੇ ਉੱਤੇ ਵੀ ਲਾਠੀ ਗੋਲੀ ਚੱਲੀ ਸੀ ਜੀ। ਉਹ ਤੋਂ ਪਹਿਲਾਂ ਕਾਫੀ ਅਰਸਾ ਪਹਿਲਾਂ ਤੁਹਾਡੇ ਯਾਦ ਹੋਣਾ ਹੈ ਭੋਪਾਲ ਗੈਸ ਕਾਂਡ ਹੋਇਆ ਸੀ ਜੀ। ਔਰ ਉਦੋਂ ਉੱਥੇ ਯੂਨੀਅਨ ਕਾਰਬਾਈਡ ਨਾਂ ਦੀ ਇੱਕ ਕੰਪਨੀ ਦਾ ਗੋਦਾਮ ਹੁੰਦਾ ਸੀ। ਉਹ ਗੋਦਾਮ ਸੀ, ਫੈਕਟਰੀ ਸੀ, ਜੋ ਵੀ ਆਪਾਂ ਕਹਿ ਸਕਦੇ, ਉੱਥੋਂ ਜ਼ਹਿਰੀਲੀ ਗੈਸ ਲੀਕ ਹੋਈ ਸੀ। ਔਰ ਉਸ ਗੈਸ ਨੇ ਵੀ ਬਹੁਤ ਸਾਰਾ ਜਾਨੀ ਨੁਕਸਾਨ ਕਰ ਦਿੱਤਾ ਸੀ ਜੀ। ਲੇਕਿਨ ਬਦਕਿਸਮਤੀ ਇਹ ਹੈ ਕਿ ਉਸ ਗੈਸ ਕਾਂਡ ਦਾ ਜਿਹੜਾ ਮੁੱਖ ਦੋਸ਼ੀ ਸੀ ਯੂਨੀਅਨ ਕਾਰਬਾਈਡ ਦਾ, ਉਹ ਬੰਦਾ ਗ੍ਰਿਫਤਾਰ ਹੋਣਾ ਚਾਹੀਦਾ ਸੀ। ਲੇਕਿਨ ਇੰਡੀਅਨ ਸਟੇਟ ਨੇ, ਇੱਥੋਂ ਦੇ ਸਿਸਟਮ ਨੇ, ਢਾਂਚੇ ਨੇ ਕੀਤਾ ਕਿ ਆਪਣੇ ਦੇਸ਼ ਦੇ ਲੋਕਾਂ ਦੇ ਹਿੱਤਾਂ ਦੀ ਹਿਫਾਜ਼ਤ ਕਰਨ ਦੇ ਉਲਟ ਉਹਨਾਂ ਨੇ ਉਸ ਜਿਹੜਾ ਹੈਗਾ ਯੂਨੀਅਨ ਕਾਰਬਾਈਡ ਦਾ ਕਰਤਾ ਧਰਤਾ ਉਹਨੂੰ ਭਾਰਤ ਦੇ ਵਿੱਚੋਂ ਸੁਰੱਖਿਅਤ ਕੱਢਣ ਦੇ ਵਿੱਚ ਯੋਗਦਾਨ ਪਾਇਆ ਸੀ ਤੇ ਉਹ ਬੰਦਾ ਨਿਕਲ ਕੇ ਚਲਾ ਗਿਆ ਸੀ ਜੀ। ਬਾਅਦ ਦੇ ਵਿੱਚ ਬੜਾ ਜ਼ੋਰ ਲੱਗਿਆ, ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਪ੍ਰੋਟੈਸਟ ਕੀਤੇ, ਮੁਕੱਦਮੇ ਵਗੈਰਾ ਚੱਲੇ, ਲੇਕਿਨ ਉਹਦੇ ਵਿੱਚ ਕੱਖ ਨਹੀਂ ਸੀ ਹੋਇਆ। ਅੱਜ ਵੀ ਭੋਪਾਲ ਦੇ ਵਿੱਚ ਲੋਕ ਜਿਹੜੇ ਹੈਗੇ ਉਦੋਂ ਦੇ ਉਸ ਗੈਸ ਕਾਂਡ ਤੋਂ ਪੀੜਤ, ਉਹ ਬੜੇ ਵਿਚਾਰੇ ਮਤਲਬ ਦੁਖੀ ਹੈ। ਅਜੇ ਤੱਕ ਵੀ ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਗੈਸ ਜਿਹੜੀ ਹੈ ਬਾਹਰੋਂ ਅਸਰ ਕਰ ਰਹੀ ਹੈ ਜੀ। ਸੋ ਸਾਡੀ ਜਿਹੜੀ ਸਥਿਤੀ ਹੈ ਭਾਰਤ ਦੀ ਬਦਕਿਸਮਤੀ ਹੈ ਕਿ ਆਪਣੇ ਆਪ ਨੂੰ ਅਸੀਂ ਇੱਕ ਆਜ਼ਾਦ ਦੇਸ਼ ਕਹਾਉਂਦੇ ਹਾਂ, ਲੇਕਿਨ ਹਮੇਸ਼ਾ ਹੀ ਸਾਡੇ ਦੇਸ਼ ਦੀਆਂ ਸਰਕਾਰਾਂ ਉਹ ਆਪਣੇ ਲੋਕਾਂ ਦੀ ਬਜਾਏ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਇਸ ਕਿਸਮ ਦੇ ਜਾਂ ਕਾਰਪੋਰੇਟ ਘਰਾਣੇ ਇਸ ਕਿਸਮ ਦੀਆਂ ਗੈਸਾਂ ਵਗੈਰਾ ਬਣਾਉਂਦੇ ਹੈ ਉਹਨਾਂ ਨੂੰ ਪ੍ਰੋਟੈਕਟ ਕਰਦੇ ਹੈ ਜੀ। ਮਕਸਦ ਦੀ ਸਰਕਾਰ ਜਦੋਂ ਹੁੰਦੀ ਹੈ ਉਹ ਪ੍ਰੋਟੈਕਟ ਕਰਦੇ ਹੈ, ਲੇਕਿਨ ਜਦੋਂ ਉਹਦੇ ਵਿੱਚੋਂ ਸਰਕਾਰ ਚੋਂ ਉਹ ਬੇਦਖਲ ਹੋ ਜਾਂਦੇ ਹੈ, ਆਪੋਜੀਸ਼ਨ ਚਲੇ ਜਾਂਦੇ ਹੈ, ਤੇ ਫਿਰ ਵੱਡੇ ਵੱਡੇ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਹੈ। ਇਹ ਜਿਹੜੀ ਗੈਸ ਵਾਲੀ ਕੰਪਨੀ ਫੈਕਟਰੀ ਜਾਂ ਕੰਪਨੀ ਗੋਦਾਮ ਹੈ ਇਹ ਵੀ ਕੋਈ ਅੱਜ ਦਾ ਨਹੀਂ, ਇਹ ਪੁਰਾਣਾ ਹੀ ਸੀਗਾ। ਲੇਕਿਨ ਚੰਦਰ ਬਾਬੂ ਨਾਇਡੂ ਜਿਹੜੇ ਥੋੜਾ ਸਮਾਂ ਪਹਿਲਾਂ ਤੱਕ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ, ਉਹਨਾਂ ਨੇ ਆਪਣੇ ਵੇਲੇ ਕੁਛ ਨਹੀਂ ਕੀਤਾ ਤੇ ਹੁਣ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਇਹ ਕਿਹਾ ਮਿਸਟਰ ਪਿਊਸ਼ ਗੋਇਲ ਜਿਹੜੇ ਕੇਂਦਰ ਦੇ ਵਜ਼ੀਰ ਹੈ ਕਿ ਤੁਸੀਂ ਧਿਆਨ ਦਿਓ ਤੇ ਇਹਦੀ ਪੂਰੀ ਤਰ੍ਹਾਂ ਪੜਤਾਲ ਕਰਵਾ ਕੇ ਜਿਹੜਾ ਦੋਸ਼ੀ ਬੰਦਾ ਹੈ ਉਹਨੂੰ ਜਿਹੜਾ ਜਾਏ ਜੋ ਜਿਹਦੇ ਖਿਲਾਫ ਵੀ ਦੋਸ਼ ਆਇਦ ਹੁੰਦਾ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਕਰਨਾ ਕਰਾਉਣਾ ਕਿਹਨੇ ਕੀ ਹੈ, ਹੁਣ ਭਾਵੇਂ ਉੱਥੇ ਮੁੱਖ ਮੰਤਰੀ ਹੋਰ ਹੈ, ਪਰ ਕੱਲ ਨੂੰ ਜਦੋਂ ਇਹ ਵੀ ਮੁੱਖ ਮੰਤਰੀ ਆਊਟ ਆਫ ਪਾਵਰ ਹੋਇਆ, ਇਹ ਅਗਲਿਆਂ ਦੀਆਂ ਗੱਲਾਂ ਦੀ ਲੈ ਕੇ ਤਾਂ ਕੋਈ ਕਿੰਤੂ ਪਰੰਤੂ ਕਰੂਗਾ, ਲੇਕਿਨ ਆਪਣੇ ਦੌਰ ਦਾ ਮਾਮਲਾ ਜਿਹੜਾ
ਉਹਨੂੰ ਇਹ ਪੁੱਲ ਬਣਾ ਦਿੰਦੇ ਆ ਜੀ। ਬਿਲਕੁਲ ਜੀ, ਵਾਕਿਆ ਗੱਲ ਸਹੀ ਹੈ ਜੀ। ਜਦੋਂ ਆਪ ਸੱਤਾ ਦੇ ਵਿੱਚ ਆਉਂਦੇ ਢਿੱਲੋਂ ਸਾਹਿਬ ਕੱਖ ਨਹੀਂ ਕਰਦੇ ਤੇ ਅੱਗੋਂ ਪਿੱਛੋਂ ਬਿਆਨ ਜਦੋਂ ਆਪੋਜੀਸ਼ਨ 'ਚ ਆ ਜਾਂਦੇ ਆ, ਸੱਤਾਹੀਣ ਹੋ ਜਾਂਦੇ ਆ ਤੇ ਫਿਰ ਬੜੇ ਤਰ੍ਹਾਂ ਦੇ ਬਿਆਨ ਦਿੰਦੇ ਆ। ਵਨ ਟੱਚ ਕਮਿਊਨੀਕੇਸ਼ਨ ਵੱਲੋਂ ਜਿਹੜਾ ਜੀ ਤੁਹਾਨੂੰ ਸੁਣਿਆ ਹੈ, ਜੇ ਤੁਸੀਂ ਕੈਨੇਡਾ ਜਾਂ ਅਮਰੀਕਾ ਨੂੰ ਟਰੱਕ ਚਲਾਉਂਦੇ ਹੋ, ਲੌਂਗ ਡਿਸਟੈਂਸ ਚੱਲਦੇ ਆ ਤਾਂ ਬਹੁਤ ਹੀ ਵਧੀਆ ਫੋਨ ਦੀਆਂ ਡੀਲਾਂ ਆ। ਤੁਸੀਂ ਕਾਲ ਕਰ ਸਕਦੇ ਹੋ ਸੁਖਦੀਪ ਥਾਪਰ ਉਹਨਾਂ ਨੂੰ। ਅਨਲਿਮਟਿਡ ਇੰਟਰਨੈਟ ਆ, ਤੁਸੀਂ ਘਰਾਂ ਦੇ ਵਿੱਚ ਬੈਠੇ ਹੋ ਜਾਂ ਆਪਣੇ ਆਫਿਸ ਦਾ ਜਿਹੜਾ ਫੋਨ ਆ ਤੁਸੀਂ ਆਪਣੇ ਸੈੱਲ ਫੋਨ ਤੇ ਟਰਾਂਸਫਰ ਕਰ ਸਕਦੇ ਤੇ ਘਰੇ ਬੈਠੇ ਆਪਣਾ ਕੰਮ ਕਰ ਸਕਦੇ ਹੋ। ਫਾਈਬਰ ਇੰਟਰਨੈਟ ਵੀ ਹੈ, ਤੁਸੀਂ ਮੌਂਟਰੀਅਲ ਰਹਿੰਦੇ ਹੋ, ਅੰਟਾਰੀਓ 'ਚ ਰਹਿੰਦੇ ਹੋ, ਕਿਸੇ ਵੀ ਜਗ੍ਹਾ ਤੇ ਇਹ ਸੇਵਾਵਾਂ ਲੈ ਸਕਦੇ ਹੋ। 905-203-3636 905-203-3636 ਤੇ ਕਾਲ ਕੀਤੀ ਜਾ ਸਕਦੀ ਆ। ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਜਾਂ ਕੋਈ ਜਾਣਕਾਰੀ ਲੈਣੀ ਹੈ ਟਿਕਟਾਂ ਬਾਰੇ, ਤੁਸੀਂ ਉਹਨਾਂ ਨੂੰ ਰਿਫੰਡ ਕਰਾਉਣਾ, ਅੱਗੇ ਕਰਾਉਣਾ, ਆਲ ਲਿੰਕ ਟਰੈਵਲ ਦੀ ਨੇੜਲੀ ਬ੍ਰਾਂਚ ਜਾਂ 416-293-8700 ਤੇ ਬੱਲਾ ਦਸਾਂਝ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਟਰੱਕਿੰਗ ਦੀ ਜੌਬ ਦੇ ਭਾਲ ਦੇ ਵਿੱਚੋਂ ਜਾਂ ਓਨਰ ਆਪਰੇਟਰ ਬਣਨਾ ਚਾਹੁੰਦੇ, ਤੁਹਾਡਾ ਐਕਸਪੀਰੀਅੰਸ ਹੈਗਾ, ਟਰੱਕ ਤੁਹਾਡੇ ਕੋਲ ਆ, ਚਾਹੇ ਕੈਨੇਡਾ ਚਾਹੇ ਅਮਰੀਕਾ ਦੇ ਵਿੱਚ ਆ। ਕੈਨੇਡਾ ਦੇ ਵਿੱਚ GTA ਦੇ ਵਿੱਚ ਟਰਮੀਨਲ ਆ, ਤਾਂ ਅਮਰੀਕਾ ਦੇ ਵਿੱਚ ਇੰਡੀਆਨਾ ਐਪਲਸ ਦੇ ਵਿੱਚ KJS ਟਰਾਂਸਪੋਰਟ। ਜਿੰਦਰ ਪੁੱਟਰ ਜਾਂ ਕੁਲਵੰਤ ਸਿੰਘ ਨੂੰ ਕਾਲ ਕਰ ਸਕਦੇ 905-799-9500 ਤੇ। ਸਾਫ਼ ਸੁਥਰੀ ਤੇ ਫਰੈਸ਼ ਗਰੋਸਰੀ ਖਰੀਦਣ ਵਾਸਤੇ ਏਸ਼ੀਅਨ ਫੂਡ ਦਾ ਨਾਂ ਯਾਦ ਰੱਖੋ। ਨੇੜਲੇ ਸਟੋਰ ਤੇ ਜਾ ਕੇ ਤੁਸੀਂ ਗਰੋਸਰੀ ਲੈ ਸਕਦੇ ਹੋ ਤੇ ਕੋਈ ਜਾਣਕਾਰੀ ਲੈਣੀ 416-543-7107 ਤੇ ਕਾਲ ਕੀਤੀ ਜਾ ਸਕਦੀ ਆ। ਢਿੱਲੋਂ ਸਾਹਿਬ ਹਮੇਸ਼ਾ ਹੀ ਕਾਫੀ ਵਿਵਾਦਾਂ ਦੇ ਵਿੱਚ ਰਹਿੰਦੇ ਆ ਜੀ। ਨਵਜੋਤ ਸਿੱਧੂ ਹੋਣੀ ਜਦੋਂ ਪਾਕਿਸਤਾਨ ਗਏ ਸੀਗੇ ਤੇ ਉਸ ਤੋਂ ਬਾਅਦ ਕਈ ਕੁਛ ਘਟਿਆ ਵਾਪਰਿਆ, ਭਾਵੇਂ ਲਾਂਘਾ ਤੇ ਖੁੱਲ ਗਿਆ ਪਰ ਉਹਨਾਂ ਦੀ ਜਿਹੜੀ ਵਜ਼ੀਰੀ ਆ ਉਹ ਚਲੀ ਗਈ। ਹੁਣ ਫੇਰ ਖਬਰ ਆਈ ਹੈ ਜੀ, ਕਹਿੰਦੇ ਨਵਜੋਤ ਸਿੱਧੂ ਦਾ ਕੈਪਟਨ ਅਮਰਿੰਦਰ ਸਿੰਘ ਤੇ ਸਿੱਧਾ ਹਮਲਾ। ਬਿਲਕੁਲ, ਜੇ ਇਹ ਖਬਰ ਦੇਖੀਏ ਆਪਾਂ ਤਾਂ ਇਸ ਖਬਰ ਦਾ ਨਾ ਕੋਈ ਪਾਕਿਸਤਾਨ ਨਾਲ ਤਾਲੁਕ ਹੈ ਤੇ ਨਾ ਹੀ ਇਹਦਾ ਤਾਲੁਕ ਹੈ ਲਾਂਘੇ ਨਾਲ ਜੀ। ਅਸਲ ਦੇ ਵਿੱਚ ਇਸ ਖਬਰ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਸੀ। ਆਪਾਂ ਜਾਣਦੇ ਹਾਂ ਕਿ ਮਿਸਟਰ ਨਵਜੋਤ ਸਿੰਘ ਸਿੱਧੂ ਜੀ ਕਾਂਗਰਸ ਪਾਰਟੀ ਦਾ ਸਟਾਰ ਪ੍ਰਚਾਰਕ ਹੈ ਜੀ। ਕਿਸੇ ਵੇਲੇ ਇਹ ਸੋਨੀਆ ਗਾਂਧੀ ਨੂੰ ਮੁੰਨੀ ਬਦਨਾਮ ਹੋਈ ਕਹਿੰਦਾ ਹੁੰਦਾ ਸੀ ਤੇ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ ਦਾ ਪਾਰਲੀਮੈਂਟ ਦੇ ਮੈਂਬਰ ਹੁੰਦਿਆਂ ਹੋਇਆਂ ਡਾਕਟਰ ਮਨਮੋਹਨ ਸਿੰਘ ਨੂੰ ਟਾਰਗੇਟ ਕਰਕੇ ਇਹ ਗੱਲ ਕਹਿੰਦਾ ਹੁੰਦਾ ਸੀਗਾ ਕਿ ਇੱਕ ਸਰਦਾਰ ਹੋਣ ਦੇ ਨਾਤੇ ਮੇਰਾ ਸਿਰ ਸ਼ਰਮ ਨਾਲ ਝੁਕ ਰਿਹਾ ਕਿ ਡਾਕਟਰ ਮਨਮੋਹਨ ਸਿੰਘ ਵਰਗਾ ਨਾ ਅਹਿਲ ਬੰਦਾ ਇੱਥੇ ਦਾ ਪ੍ਰਧਾਨ ਮੰਤਰੀ ਬਣਿਆ ਹੋਇਆ। ਫਿਰ ਬਾਅਦ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਦੋਂ 2017 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ, ਉਹਨਾਂ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ 2017 ਦੀ ਲੋਕ ਸਭਾ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਉਹਨਾਂ ਤੋਂ ਪਹਿਲਾਂ ਇੱਕ ਲੋਕ ਸਭਾ ਦੀ ਚੋਣ ਹੋਈ ਸੀਗੀ 2014 ਤੋਂ ਲੈ ਕੇ ਜਿਹੜਾ ਦਰਮਿਆਨਾ ਅਰਸਾ ਸੀ ਜੀ। ਇੱਕ ਵਾਈ ਇਲੈਕਸ਼ਨ ਜਿਹੜੀ ਉਦੋਂ ਹੋਈ ਸੀ ਤੇ ਮਿਸਟਰ ਅਰੁਣ ਜੇਤਲੀ ਨੂੰ 14 ਵੇਲੇ ਦੀ ਅਰੁਣ ਜੇਤਲੀ ਨੂੰ ਉਚੇਚੇ ਤੌਰ ਤੇ ਲਿਆਂਦਾ ਸੀ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਕਿ ਤੁਸੀਂ ਆਓ ਤੇ ਆ ਕੇ ਇੱਥੋਂ ਚੋਣ ਲੜੋ ਜੀ। ਉਹਨੂੰ ਲਿਆਉਣ ਦਾ ਮਤਲਬ ਕੀ ਸੀ? ਉਹਨੂੰ ਲਿਆਉਣ ਦਾ ਮਕਸਦ ਇਹ ਸੀ ਕਿ ਨਵਜੋਤ ਸਿੱਧੂ ਨੂੰ ਪਾਰਲੀਮੈਂਟ ਦੀ ਟਿਕਟ ਨਾ ਲੈਣ ਦਿੱਤੀ ਜਾਵੇ, ਇਸ ਬੰਦੇ ਨੂੰ ਪੰਜਾਬ ਦੀ ਸਿਆਸਤ ਦੇ ਵਿੱਚੋਂ ਮਨਸੀ ਕੀਤਾ ਜਾਵੇ, ਖਾਰਜ ਕੀਤਾ ਜਾਵੇ। ਉਦੋਂ ਵੀ ਇਹਨੇ ਉਹਦੀ ਖਾਤਰ ਕੰਪੇਨ ਨਹੀਂ ਸੀ ਕੀਤੀ, ਲੇਕਿਨ ਅਰੁਣ ਜੇਤਲੀ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਿਆ ਸੀ। ਫਿਰ ਇਹ ਕਿਹਾ ਗਿਆ ਕਿ ਤੁਹਾਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੰਦੇ ਆ, ਤੁਸੀਂ ਇੱਥੇ ਆ ਜਾਓ, ਇੱਥੋਂ ਚੋਣ ਲੜ ਲਓ। ਪਰ ਇਹਨੇ ਕਿਹਾ ਵੀ ਮੈਂ ਚੋਣ ਨਹੀਂ ਲੈਣੀ। 2017 ਤੱਕ ਆਉਂਦਿਆਂ ਇਹਦਾ ਮਨ ਬਣ ਗਿਆ ਸੀ ਕਿ ਕਿਉਂਕਿ ਬੀਜੇਪੀ ਬਾਦਲ ਪਰਿਵਾਰ ਦਾ ਖਹਿੜਾ ਨਹੀਂ ਛੱਡ ਰਹੀ, ਉਹਦੇ ਨਾਲੋਂ ਪਾਸੇ ਨਹੀਂ ਹੋ ਰਹੀ, ਇਸ ਲਈ ਬਿਹਤਰ ਇਹ ਹੈ ਕਿ ਬੀਜੇਪੀ ਦੀ ਬਜਾਏ ਕਿਤੇ ਹੋਰ ਜਾ ਕੇ ਆਪਣਾ ਟਿਕਾਣਾ ਲੱਭਿਆ ਜਾਵੇ। ਉਦੋਂ ਇਹ ਗੱਲ ਚੱਲ ਪਈ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਜੁਆਇਨ ਕਰ ਲਵੇ, ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਹਨਾਂ ਦਾ ਕਾਫੀ ਰਫੜ ਪੈਂਦਾ ਰਿਹਾ ਕਿ ਮੁੱਖ ਮੰਤਰੀ ਕੌਣ ਹੋਵੇ, ਕਿਸ ਅਹੁਦੇ ਦੇ ਉੱਤੇ ਇਹਨੂੰ ਲਿਆਂਦਾ ਜਾਵੇ। ਤੇ ਅਚਨਚੇਤ ਫਿਰ ਉਦੋਂ ਹੀ ਪਤਾ ਲੱਗਿਆ ਜਦੋਂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਜੁਆਇਨ ਕਰ ਲਈ। ਪਰ ਜਦੋਂ ਇਹਨੇ ਕਾਂਗਰਸ ਜੁਆਇਨ ਕੀਤੀ, ਇਹਨੂੰ ਕਾਂਗਰਸ ਜੁਆਇਨ ਕਰਵਾਉਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਦੀ ਕਾਂਗਰਸ ਪਾਰਟੀ ਦਾ ਕੋਈ ਯੋਗਦਾਨ ਨਹੀਂ ਸੀ। ਇਹਦੀ ਐਂਟਰੀ ਹੈ ਜਿਹੜੀ ਇਹ ਥਰੂ ਹਾਈ ਕਮਾਂਡ ਹੋਈ ਸੀ, ਔਰ ਹਾਈ ਕਮਾਂਡ ਦੇ ਵਿੱਚੋਂ ਵੀ ਅਸਲ ਦੇ ਵਿੱਚ ਇਹ ਰਾਹੁਲ ਗਾਂਧੀ ਦੀ ਭੈਣ ਪ੍ਰਿੰਕਾ ਗਾਂਧੀ ਦੇ ਨਾਲ ਇਹਨਾਂ ਦੀ ਪਰਿਵਾਰਕ ਨੇਤਾ ਹੈ।
चाहे नवजोत सिंह सिद्धू आप है चाहे ਇਹਦੀ ਵਾਈਫ है, ये उन्होंने बहुत नेड़े है। उन्होंने राही एंट्री हुई सी और जो सरकार बन गई ਤੇ ਸਰਕਾਰ ਬਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਲੋਕਲ ਬਾਡੀ ਦਾ ਮਹਿਕਮਾ ਮਿਲ ਗਿਆ ਸੀ। ਫਿਰ ਪਾਰਲੀਮੈਂਟ ਦੀਆਂ ਚੋਣਾਂ ਆਉਂਦੀਆਂ 2019 ਵਾਲੀਆਂ, ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਸਟਾਰ ਪ੍ਰਚਾਰਕ ਹੁੰਦਿਆਂ ਇਹਨੇ ਵੱਖ-ਵੱਖ ਥਾਵਾਂ ਦੇ ਪ੍ਰਚਾਰ ਕੀਤਾ ਜੀ, ਲੇਕਿਨ ਪੰਜਾਬ ਵਾਲੇ ਪਾਸੋਂ ਮੂੰਹ ਮੋੜ ਲਿਆ ਸੀ। ਪੰਜਾਬ 'ਚ ਇਹ ਉਦੋਂ ਹੀ ਆਇਆ ਜਦੋਂ ਪ੍ਰਿੰਕਾ ਗਾਂਧੀ ਬਠਿੰਡੇ ਦੇ ਬੋਲਣ ਵਾਸਤੇ ਆਉਂਦੀ ਹੈ, ਇਹਨੂੰ ਨਾਲ ਲਿਆਂਦਾ, ਇਹਨੇ ਉੱਥੇ ਬੋਲਿਆ। ਪ੍ਰਿੰਕਾ ਗਾਂਧੀ ਨੇ ਦੇਖਿਆ ਕਿ ਬਠਿੰਡਾ ਸੀਟ ਜਿਹੜੀ ਹੈ ਹੌਟ ਸੀਟ ਹੈ, ਇੱਥੇ ਬਾਦਲ ਪਰਿਵਾਰ ਦੀ ਨੂੰਹ ਦੇ ਨਾਲ ਮੁਕਾਬਲਾ ਹੈ, ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦਾ, ਇਸ ਲਈ ਇਹਨੂੰ ਕਿਹਾ ਕਿ ਤੈਨੂੰ ਦੁਬਾਰਾ ਫੇਰ ਇੱਥੇ ਆਉਣਾ ਪਊਗਾ ਤੇ ਇਹਨੇ ਪ੍ਰੋਮਿਸ ਕੀਤਾ ਕਿ ਮੈਂ ਕੁਝ ਦਿਨਾਂ ਬਾਅਦ ਦੁਬਾਰਾ ਆਊਂਗਾ ਜੀ। ਉਸ ਦਿਨਾਂ ਬਾਅਦ ਦੁਬਾਰਾ ਆਇਆ। ਲੰਬੀ ਤੋਂ ਇਹਨੇ ਆਪਣੀ ਕੰਪੇਨ ਸਟਾਰਟ ਕੀਤੀ। ਜਦੋਂ ਬਠਿੰਡੇ ਆਇਆ, ਬਠਿੰਡੇ ਆ ਕੇ ਇਹਨੇ ਇੱਕ ਭਾਸ਼ਣ ਦਿੱਤਾ ਸੀ, ਜਿਹੜਾ ਭਾਸ਼ਣ ਇਹਨੂੰ ਵਿਵਾਦਾਂ ਦੇ ਵਿੱਚ ਉਲਝਾ ਕੇ ਨਹੀਂ ਰੱਖਦਾ। ਉਹ ਭਾਸ਼ਣ ਕੀ ਸੀ? ਇਹਨੇ ਕਿਹਾ ਸੀ ਕਿ ਲੋਕ ਹਰਾ ਦੇਣਗੇ, ਲੋਕ ਉਹਨਾਂ ਨੂੰ ਸਬਕ ਸਿਖਾ ਦੇਣਗੇ ਜਿਨ੍ਹਾਂ ਦਾ 25-75 ਲੈਣ ਦੇਣ ਜੀ, ਮਤਲਬ 25% ਦੀ ਆਪੋਜੀਸ਼ਨ ਵਾਲੇ ਤੇ 75% ਹੈ ਜਿਹੜੇ ਰੂਲਿੰਗ ਪਾਰਟੀ ਵਾਲੇ, ਉਹ ਲੁੱਟਮਾਰ ਕਰਦੇ ਹੈ। ਉਹ ਨਾਲ ਤੋਂ ਬਗੈਰ ਸਿੱਧਾ ਅਟੈਕ ਸੀ ਕੈਪਟਨ ਅਮਰਿੰਦਰ ਸਿੰਘ ਤੇ ਕਿ ਇਹ ਬਾਦਲ ਪਰਿਵਾਰ ਦੇ ਨਾਲ ਰਲਿਆ ਹੋਇਆ ਹੈ ਜੀ। ਇਹ ਜਿਹੜੀ ਇਹਦੀ ਸਟੇਟਮੈਂਟ ਸੀ, ਜਿਹੜੀ ਇਹਨੇ ਤਕਰੀਰ ਕੀਤੀ ਸੀ, ਜਦੋਂ ਤਕਰੀਰ ਕੀਤੀ ਉਦੋਂ ਮਨਪ੍ਰੀਤ ਸਿੰਘ ਬਾਦਲ ਵੀ ਨਾਲ ਖੜੋਤਾ ਸੀ, ਉਸ ਵੇਲੇ ਰਾਜਾ ਵੜਿੰਗ ਵੀ ਨਾਲ ਖੜੋਤਾ ਸੀ, ਅਸੀਂ ਮੀਡੀਆ ਵਾਲੇ ਬਿਲਕੁਲ ਸਾਹਮਣੇ ਖੜੋਤੇ ਸੀ। ਤੇ ਮੈਂ ਉਸ ਵੇਲੇ ਨੋਟ ਕੀਤਾ ਸੀ ਰਾਜੇ ਵੜਿੰਗ ਦੇ ਚਿਹਰੇ ਦਾ ਜਿਹੜਾ ਹੈਗਾ ਰੰਗ ਉਹ ਤਬਦੀਲ ਹੋਣਾ ਸ਼ੁਰੂ ਹੋ ਗਿਆ ਸੀ, ਉਹਦਾ ਮੱਥਾ ਠਣਕਿਆ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਇਹ ਫੇਰੀ ਹੈ, ਇਹ ਇਹਦੀ ਦੀ ਬਜਾਏ ਮੇਰੇ ਲਈ ਨੁਕਸਾਨਦਾਇਕ ਹੋਊਗੀ ਜੀ। ਚਲੋ ਰਿਜ਼ਲਟ ਆਇਆ, ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਜਿੱਤ ਗਈ, ਰਾਜਾ ਵੜਿੰਗ ਹਾਰ ਗਿਆ। ਉਹ ਤੋਂ ਬਾਅਦ ਫਿਰ ਇਹਨਾਂ ਦਾ ਕਲੇਸ਼ ਵੱਧਦਾ ਗਿਆ। ਅਖੀਰ ਕਿਸੇ ਨੇ ਵਿੱਚ ਬੈਠ ਕੇ ਇਹਨਾਂ ਦੀ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਨਾ ਕੀਤੀ, ਕਾਂਗਰਸ ਹਾਈ ਕਮਾਂਡ ਨੇ ਵੀ ਨਾ ਕੀਤੀ। ਫਿਰ ਮਹਿਕਮੇ ਦੇ ਵਿੱਚ ਅਦਲਾ ਬੰਦੀ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹਦਾ ਮਹਿਕਮਾ ਬਦਲਤਾ, ਇਹਨੂੰ ਲੋਕਲ ਬਾਡੀ ਚੋਂ ਵਾਪਸ ਲੈ ਕੇ ਬਿਜਲੀ ਬੋਰਡ ਦਾ ਮਹਿਕਮਾ ਦੇਤਾ। ਲੋਕਲ ਬਾਡੀ ਹੈ ਜਿਹੜੀ ਉਹ ਸੀਨੀਅਰ ਕਾਂਗਰਸੀ ਲੀਡਰ ਬਰਮ ਮਹਿੰਦਰਾ ਦੇ ਸਪੋਰਟ ਕਰਤੀ ਕਿ ਜੀ ਤੁਸੀਂ ਇਹਨੂੰ ਚਲਾਓ ਜੀ। ਉਸ ਗੱਲ ਤੇ ਨਾਰਾਜ਼ ਹੋ ਗਿਆ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ, ਮੈਂ ਕੋਈ ਹੋਰ ਮਹਿਕਮਾ ਲੈ ਲਾ, ਮੈਂ ਆਪਣਾ ਇਹੀ ਮਹਿਕਮਾ ਰੱਖੂਗਾ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਪੈਠ ਬੜੀ ਬਣ ਗਈ ਸੀ, ਇਹਦਾ ਨਾਮ ਬੜਾ ਬਣ ਗਿਆ ਸੀ, ਜਿਹੜਾ ਆਪਾਂ ਤੁਸੀਂ ਸ਼ੁਰੂ ਚ ਗੱਲ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਦੇ ਵਿੱਚ ਇਸ ਬੰਦੇ ਦਾ ਬੜਾ ਵੱਡਾ ਯੋਗਦਾਨ ਹੈ। ਇਹਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਪਾਕਿਸਤਾਨ ਦਾ ਕੋਈ ਆਪਣਾ ਵੀ ਛੁਪਿਆ ਏਜੰਡਾ ਹੋ ਸਕਦਾ ਹੈ, ਇਹ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਲੇਕਿਨ ਗਹਿਰਾ ਤੌਰ ਤੇ ਜਿਹੜੀ ਆਮ ਲੋਕਾਂ ਦੇ ਵਿੱਚ ਗੱਲ ਗਈ ਹੈ ਉਹ ਇਹ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਬਦੌਲਤ ਜਿਹੜਾ ਜੀ ਇਹ ਸਾਡਾ ਲਾਂਘਾ ਖੁੱਲਿਆ ਕਰਤਾਰਪੁਰ ਸਾਹਿਬ ਵਾਲਾ। ਸੋ ਇਹਨੂੰ ਉਹ ਜਿਹੜੀ ਬੱਲੇ ਬੱਲੇ ਹੋਈ ਸੀ, ਜਦੋਂ ਇਹ ਸੱਤਾ ਚੋਂ ਪਾਸੇ ਹੋ ਗਿਆ, ਇਹਨੇ ਨਵਾਂ ਮਹਿਕਮਾ ਜੁਆਇਨ ਨਹੀਂ ਕੀਤਾ, ਨਾ ਇਹਨੂੰ ਬਰਖਾਸਤ ਕੀਤਾ, ਨਾ ਇਹਨੂੰ ਹਟਾਇਆ, ਪਰ ਇਹਨੇ ਮਹਿਕਮਾ ਕੋਈ ਜੁਆਇਨ ਨਹੀਂ ਕੀਤਾ। ਆ 2 ਦਿਨ ਪਹਿਲਾਂ ਖਬਰ ਆ ਗਈ ਸੀ, ABP ਵਾਲਿਆਂ ਨੇ ਖਬਰ ਚਲਾਤੀ ਸੀ ਕਿ ਸਾਨੂੰ ਬਹੁਤ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਨਵਜੋਤ ਸਿੰਘ ਸਿੱਧੂ ਨੇ ਕੱਲ ਬੀਤ ਗਿਆ, ਨਵਜੋਤ ਸਿੰਘ ਸਿੱਧੂ ਨੂੰ ਸਹੁੰ ਚੁਕਾ ਦੇਣੀ ਹੈ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦੀ। ਗੱਲ ਇਹ ਚੱਲਦੀ ਸੀ, ਲੇਕਿਨ ਡਿਪਟੀ ਮੁੱਖ ਮੰਤਰੀ ਦੀ ਸਹੁੰ ਤਾਂ ਕਿਸੇ ਪਾਸੇ ਰਹਿ ਗਈ। ਮੈਨੂੰ ਵੀ ਹਾਸੀ ਆਈ ਸੀ, ਮੈਂ ਕੁਝ ਪੱਤਰਕਾਰ ਮਿੱਤਰਾਂ ਨਾਲ ਗੱਲ ਵੀ ਕੀਤੀ ਕਿ ਹੁਣ ਇਸ ਵੇਲੇ ਜਦੋਂ ਸਮੁੱਚਾ ਦੇਸ਼ ਨਹੀਂ ਸਮੁੱਚੀ ਦੁਨੀਆ ਕਰੋਨਾ ਦੇ ਨਾਲ ਜੂਝ ਰਹੀ ਹੈ, ਉਸ ਵੇਲੇ ਕਿਸੇ ਇੱਕ ਵਿਅਕਤੀ ਨੂੰ ਡਿਪਟੀ ਮੁੱਖ ਮੰਤਰੀ ਜੇ ਕੋਈ ਪਾਰਟੀ ਬਣਾਉਂਦੀ ਹੈ, ਚਾਹੇ ਭਾਰਤੀ ਜਨਤਾ ਪਾਰਟੀ ਹੈ ਚਾਹੇ ਕਾਂਗਰਸ ਪਾਰਟੀ ਹੈ, ਇਹਨੂੰ ਲੋਕ ਚੰਗਾ ਨਹੀਂ ਸਮਝਣਗੇ ਤੇ ਮੇਰਾ ਨਹੀਂ ਖਿਆਲ ਕਿ ਇਸ ਕਿਸਮ ਦੀ ਕੋਈ ਗੱਲ ਹੋਊਗੀ। ਲੇਕਿਨ ਅੱਜ ਨਵਜੋਤ ਸਿੰਘ ਸਿੱਧੂ ਦੀ ਇੱਕ ਜਿਹੜੀ ਸਟੇਟਮੈਂਟ ਵੀ ਆਈ, ਇੱਕ ਵੀਡੀਓ ਆ ਗਈ ਜਿੱਤੇਗਾ ਪੰਜਾਬ। ਤੁਹਾਨੂੰ ਪਤਾ ਉਹਨੇ ਇੱਕ ਆਪਣਾ ਵੀਡੀਓ ਚੈਨਲ ਬਣਾਇਆ ਹੋਇਆ ਹੈ, YouTube ਚੈਨਲ ਬਣਾਇਆ ਹੋਇਆ ਹੈ। ਉਹਦੇ ਤੇ ਅੱਜ ਉਹਦੀ ਜਿਹੜੀ ਵੀਡੀਓ ਆਈ ਹੈ, ਉਸ ਵੀਡੀਓ ਦੇ ਰਾਹੀਂ ਉਹਨੇ ਇਹ ਗੱਲ ਕਹੀ ਹੈ ਕਿ
ਲੋਕ ਜਿਹੜਾ ਟੈਕਸ ਦਿੰਦੇ ਹੈ, ਇਸ ਟੈਕਸ ਦੇ ਵਿੱਚੋਂ ਲੋਕਾਂ ਦੇ ਭਲੇ ਲਈ ਖਰਚਾ ਹੋਣਾ ਚਾਹੀਦਾ। ਇਹ ਟੈਕਸ ਹੈ ਜਿਹੜਾ ਲੋਕਾਂ ਕੋਲੇ ਵਾਪਸ ਆਉਣਾ ਚਾਹੀਦਾ ਹੈ ਜੀ। ਟੈਕਸ ਦੇ ਰੂਪ ਵਿੱਚ ਦਿੱਤਾ ਹੋਇਆ ਪੈਸਾ ਇੱਕ ਜੁੱਤੀ ਬਣ ਕੇ ਲੋਕਾਂ ਦੇ ਸਿਰ ਦੇ ਉੱਤੇ ਨਹੀਂ ਵੱਜਣੀ ਚਾਹੀਦੀ। ਉਹਨੇ ਇਹ ਗੱਲ ਕਹੀ ਹੈ। ਉਹਨੇ ਕਿਹਾ ਕਿ ਲੋਕ ਸੱਤਾ, ਜਦੋਂ ਹੁਣ ਸੱਤਾ ਆਉਣੀ, ਅੱਗੇ ਇਲੈਕਸ਼ਨ ਆਊਗੀ, ਸੱਤਾ ਤਬਦੀਲ ਹੋਣੀ ਹੈ ਤੇ ਲੋਕ ਸੱਤਾ ਉਹਨਾਂ ਨੂੰ ਦੇਣਗੇ ਜਿਹੜੇ ਰਾਜ ਭਾਗ ਕਰਨਗੇ, ਉਲਟ ਲੋਕਾਂ ਦੀ ਸੇਵਾ ਕਰਨਗੇ। ਔਰ ਤਰੀਕੇ ਦੇ ਨਾਲ ਇਹਨੇ ਕਿਹਾ ਕਿ ਨਾ ਕੇਂਦਰ ਵਾਲੇ ਕੁਛ ਕਰ ਰਹੇ ਹੈ, ਨਾ ਪੰਜਾਬ ਵਾਲੇ ਕੁਛ ਕਰ ਰਹੇ ਹੈ। ਅੱਜ ਭਾਵੇਂ ਬਗੈਰ ਨਾਂ ਲਏ ਤੋਂ ਉਹਨੇ ਟਾਰਗੇਟ ਕੀਤਾ ਕੈਪਟਨ ਅਮਰਿੰਦਰ ਸਿੰਘ ਨੂੰ, ਲੇਕਿਨ ਇਹ ਤੋਂ ਕੁਝ ਦਿਨ ਪਹਿਲਾਂ ਇੱਕ ਉਹਦੀ ਵੀਡੀਓ ਹੋਰ ਪਾਈ ਸੀ ਆਪਣੇ ਚੈਨਲ ਤੇ। ਉਸ ਵੀਡੀਓ ਦੇ ਰਾਹੀਂ ਇਹਨੇ ਕਿਹਾ ਸੀਗਾ ਕਿ ਸਰਕਾਰਾਂ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀਆਂ। ਕਰੋਨਾ ਦੇ ਖਿਲਾਫ ਜਿਹੜੀ ਲੜਾਈ ਹੈ ਉਹਦਾ ਜ਼ਿਕਰ ਕਰਦੇ ਹਾਂ, ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਭਾਰਤ ਦੀ ਆਬਾਦੀ ਹੈ ਜਿਹੜੀ ਉਹ 133 ਕਰੋੜ ਹੈ ਜੀ। 133 ਕਰੋੜ ਦੇ ਵਿੱਚੋਂ ਹਾਲੇ ਤੱਕ ਟੈਸਟ ਕਿੰਨੇ ਹੋਏ ਹੈ? ਸਿਰਫ ਤੇ ਸਿਰਫ 1,14,000 ਟੈਸਟ ਹੋਏ ਹੈ, ਜਦੋਂ ਕਿ ਪੰਜਾਬ ਦੇ ਵਿੱਚ ਇਹਨਾਂ ਟੈਸਟਾਂ ਦੀ ਗਿਣਤੀ ਜਿਹੜੀ ਹੈ ਸਿਰਫ 2500 ਹੈ। ਔਰ ਇਹ ਜਿਹੜਾ ਹੈਗਾ ਅੰਕੜਾ, ਇਸ ਅੰਕੜੇ ਤੋਂ ਇਹ ਪਤਾ ਲੱਗਦਾ ਕਿ ਨਾ ਪੰਜਾਬ ਸਰਕਾਰ ਤੇ ਨਾ ਭਾਰਤ ਸਰਕਾਰ, ਇਹ ਦੋਨੇ ਹੀ ਸੁਹਿਰਦ ਨੇ ਜੀ। ਚੰਦੀ ਸਾਹਿਬ ਨੂੰ ਇਉਂ ਲੱਗਦਾ ਹੈ ਕਿ ਜਿਵੇਂ ਜਾਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਇਹ ਸੰਦੇਸ਼ ਹੈ ਕਿ ਜਿਹੜੀ ਅਗਲੀ ਚੋਣ ਹੋਣੀ ਹੈ ਪੰਜਾਬ ਦੇ ਵਿੱਚ 2022 ਚ ਆਉਣੀ ਹੈ, ਉਸ ਚੋਣ ਦੀ ਅਗਵਾਈ ਕਾਂਗਰਸ ਪਾਰਟੀ ਵੱਲੋਂ ਅਸੀਂ ਤੁਹਾਨੂੰ ਦੇਵਾਂਗੇ। ਹੋ ਸਕਦਾ ਕਾਂਗਰਸ ਹਾਈ ਕਮਾਂਡ ਨੇ ਇਹ ਗੱਲ ਕਹਿ ਦਿੱਤੀ ਹੋਵੇ, ਇਸੇ ਕਰਕੇ ਉਹ ਕਹਿੰਦਾ ਕਿ ਅਗਲੀ ਵਾਰੀ ਲੋਕ ਸੱਤਾ ਉਹਨਾਂ ਨੂੰ ਦੇਣਗੇ ਜਿਹੜੇ ਲੋਕਾਂ ਦੀ ਸੇਵਾ ਕਰਨਗੇ। ਮੈਂ ਇੱਥੇ ਵੀ ਜ਼ਿਕਰ ਕਰਦਾ ਕਿ ਜਦੋਂ ਪਾਕਿਸਤਾਨ ਦਾ ਲਾਂਘਾ ਖੁੱਲਿਆ ਕਰਤਾਰਪੁਰ ਸਾਹਿਬ ਵਾਲਾ, ਉਸ ਲਾਂਘੇ ਵੇਲੇ ਜਥੇਦਾਰ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਹੇਠ ਜਿਹੜਾ ਜਥਾ ਗਿਆ ਸੀ ਪਾਕਿਸਤਾਨ, ਉਸ ਜਥੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਗਿਆ ਸੀ ਜੀ। ਔਰ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਹੀ ਮਾਣ ਸਤਿਕਾਰ ਦੇ ਨਾਲ ਉੱਥੋਂ ਦੇ ਪ੍ਰਧਾਨ ਮੰਤਰੀ ਸਾਹਿਬ ਇਮਰਾਨ ਖਾਨ ਨੇ ਆਪਣੇ ਨਾਲ ਬਿਠਾਇਆ ਸੀ ਮੰਚ ਤੇ ਜੀ। ਤੇ ਭਾਰਤ ਵਾਲੇ ਪਾਸਿਓਂ ਇੱਕੋ ਇੱਕ ਬੰਦੇ ਨੂੰ ਬੋਲਣ ਦਾ ਮੌਕਾ ਮਿਲਿਆ ਸੀ, ਉਹ ਕੋਈ ਹੋਰ ਨਹੀਂ ਸਗੋਂ ਨਵਜੋਤ ਸਿੰਘ ਸਿੱਧੂ ਸੀ ਜੀ। ਨਵਜੋਤ ਸਿੰਘ ਸਿੱਧੂ ਨੇ ਉੱਥੇ ਬੋਲਦਿਆਂ ਇਹ ਗੱਲ ਸਪਸ਼ਟ ਕਹੀ ਸੀ ਕਿ ਮੇਰੀ ਨਹਿਰੂ ਗਾਂਧੀ ਪਰਿਵਾਰ ਦੇ ਨਾਲ ਨੇੜਤਾ, ਮੈਂ ਉਹਨਾਂ ਦੇ ਨਾਲ ਖੜਾ ਵਾਂ। ਇਹ ਤੋਂ ਇਉਂ ਲੱਗਦਾ ਕਿ ਸ਼ਾਇਦ ਇਹ ਕਾਂਗਰਸ ਪਾਰਟੀ ਨਾ ਛੱਡੇ, ਇਹਨੂੰ ਸ਼ਾਇਦ ਇਸ਼ਾਰਾ ਹੋਵੇ ਕਿ ਕੋਈ ਗੱਲ ਨਹੀਂ ਭਾਈ, ਤੂੰ ਸਾਰ ਲਾ, 22 ਦੇ ਵਿੱਚ ਚੋਣਾਂ ਆਉਣੀਆਂ ਔਰ ਅਸੀਂ ਤੇਰੀ ਅਗਵਾਈ ਦੇ ਹੇਠ ਚੋਣਾਂ ਲੜਾਂਗੇ। ਜੇ ਇਹ ਗੱਲ ਨਾ ਹੋਈ ਤਾਂ ਜਿਵੇਂ ਬੀਜੇਪੀ ਨੂੰ ਵੀ ਇਹ ਕ੍ਰਿਟੀਸਾਈਜ਼ ਕਰ ਰਿਹਾ, ਸੈਂਟਰ ਸਰਕਾਰ ਨੂੰ ਕ੍ਰਿਟੀਸਾਈਜ਼ ਕਰ ਰਿਹਾ, ਉਹ ਤੋਂ ਇਉਂ ਜਾਪਦਾ ਕਿ ਨਾ ਇਹ ਅਕਾਲੀ ਦਲ ਚ ਜਾ ਸਕਦਾ ਔਰ ਨਾ ਹੀ ਇਹਦੀ ਬੀਜੇਪੀ ਚ ਵਾਪਸੀ ਹੋ ਸਕਦੀ ਹੈ। ਫਿਰ ਤੀਜੀ ਗੱਲ ਹੈ ਕਿ ਜਿਸ ਕਿਸਮ ਦੀ ਇਹਨੇ ਆਪਣੀ ਉਹ ਵੀਡੀਓ ਚੈਨਲ ਬਣਾਇਆ ਹੈ, ਉਸ ਚੈਨਲ ਦੇ ਰਾਹੀਂ ਇਹ ਆਪਣੀਆਂ ਸਰਗਰਮੀਆਂ ਕਰਦੇ। ਫਿਰ ਜਿਹੜੀਆਂ ਥਾਂ ਰਹਿ ਗਈਆਂ ਪੰਜਾਬ ਦੇ ਵਿੱਚ ਬਾਕੀ, ਉਹਦੇ ਵਿੱਚ ਜਾਂ ਤਾਂ ਆਮ ਆਦਮੀ ਪਾਰਟੀ ਰਹਿ ਗਈ ਜਾਂ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਰਹਿ ਗਈ। ਲੇਕਿਨ ਬੈਂਸ ਭਰਾਵਾਂ ਦੀ ਪਾਰਟੀ ਇੰਨੀ ਛੋਟੀ ਹੈ, ਉਹਦੇ ਵਿੱਚ ਸ਼ਾਮਲ ਹੋਣ ਦਾ ਸ਼ਾਇਦ ਇਹ ਨਾ ਸੋਚੇ। ਲੇਕਿਨ ਆਮ ਆਦਮੀ ਪਾਰਟੀ ਦੇ ਨਾਲ ਕੋਈ ਦੀ ਗੱਡ ਤੁੱਪ ਹੋ ਸਕਦੀ ਹੈ, ਅਜਿਹਾ ਵੀ ਲੱਗਦਾ ਨਹੀਂ, ਕਿਉਂਕਿ ਤੁਹਾਨੂੰ ਪਤਾ ਵੀ ਆਮ ਆਦਮੀ ਪਾਰਟੀ ਵਾਲੇ ਪਿਛਲੀ ਵਾਰੀ ਵੀ ਫੈਸਲਾ ਨਹੀਂ ਸੀ ਕਰ ਪਾ ਰਹੇ ਕਿ ਉਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਕਿਹਨੂੰ ਬਣਾਉਣਾ ਹੈ। ਕਿਉਂਕਿ ਹੁਣ ਤੱਕ ਦੀ ਜਿਹੜੀ ਸਥਿਤੀ ਹੈ, ਉਸ ਸਥਿਤੀ ਦੇ ਵਿੱਚ ਪਤਾ ਲੱਗਦਾ ਕਿ ਪਿਛਲੀ ਵਾਰੀ ਵੀ ਮਨੀਸ਼ ਸਿਸੋਦੀਆ ਜਦੋਂ ਚੋਣ ਪ੍ਰਚਾਰ ਲਈ ਰੋਪੜ ਦੇ ਵਿੱਚ ਆਇਆ ਸੀ, ਉਦੋਂ ਕੁਝ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਸੀ ਕਿ ਸ਼੍ਰੀਮਾਨ ਜੀ ਤੁਹਾਡਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ, ਔਰ ਉਹਨੇ ਡਾਇਰੈਕਟ ਨਾਂ ਲੈ ਦਿੱਤਾ ਸੀ ਕਿ ਤੁਸੀਂ ਪੰਜਾਬ ਦੇ ਬੰਦੇ ਦਾ ਜ਼ਿਕਰ ਹੀ ਨਾ ਕਰੋ, ਮੁੱਖ ਮੰਤਰੀ ਤਾਂ ਸਿਰਫ ਤੇ ਸਿਰਫ ਤੁਸੀਂ ਕੇਜਰੀਵਾਲ ਨੂੰ ਮੰਨ ਕੇ ਦੇ ਵੋਟਾਂ ਇਸ ਤਰ੍ਹਾਂ ਪਾਓ। ਉਦੋਂ ਇਹ ਭਾਵਨਾ ਜਿਹੜੀ ਹੈਗੀ ਆ ਬਾਹਰ ਆ ਗਈ ਸੀ ਕਿ ਕੇਜਰੀਵਾਲ ਸਾਹਿਬ ਦਿੱਲੀ ਦੀ ਇੱਕ ਯੂਨੀਅਨ ਟੈਰੀਟਰੀ ਦੀ ਬਜਾਏ ਇੱਕ ਫੁੱਲ ਫਲੈਜਡ ਜਿਹੜੀ ਸਰਕਾਰ ਹੈ, ਸਟੇਟ ਹੈ, ਉਹਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹੈ। ਚਲੋ ਮੰਨ ਲਓ ਵੀ ਸ਼ਾਇਦ ਹੁਣ ਕੇਜਰੀਵਾਲ ਸਾਹਿਬ ਕਹਿ ਦੇਣ ਕਿ ਪੰਜਾਬ ਦੇ ਲੋਕ ਮੈਨੂੰ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਪੰਜਾਬ ਦੀ ਵਿੱਚ ਪਾਰਟੀ ਦੀ ਟੁੱਟ ਫੁੱਟ ਹੋਈ ਵੀ ਹੈ। ਔਰ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਜਿਹੜਾ ਗਰੁੱਪ ਆ, ਉਹਨਾਂ ਨੇ ਇਹ ਇਲਜ਼ਾਮ ਲਾਏ ਸੀ ਕਿ ਪੰਜਾਬ ਦੀ ਪਾਰਟੀ ਨੂੰ ਇੱਥੇ ਜਿਹੜੀ ਹੈਗੀ ਹੈ ਆਪਣੀ ਖੁਦ ਮੁਖਤਿਆਰੀ ਨਹੀਂ ਦਿੱਤੀ ਜਾ ਰਹੀ, ਸਾਡੇ ਤੇ ਫੈਸਲੇ ਠੋਸੇ ਜਾ ਰਹੇ ਹੈ। ਜਿਵੇਂ ਮਜੀਠੀਏ ਤੋਂ ਮਾਫੀ ਮੰਗੀ ਸੀ ਕੇਜਰੀਵਾਲ ਨੇ, ਉਸ ਗੱਲ ਨੂੰ ਵੀ ਲੋਕ ਚੰਗਾ ਨਹੀਂ ਸਮਝਦੇ। ਲੋਕ ਇਸ ਗੱਲ ਨੂੰ ਵੀ ਨੋਟ ਕਰ ਰਹੇ ਹੈ ਕਿ ਮਿਸਟਰ ਅਰਵਿੰਦ ਕੇਜਰੀਵਾਲ ਜਿਹੜੇ ਹੈ ਉਹ ਬੁਨਿਆਦੀ ਤੌਰ ਤੇ ਹਰਿਆਣਾ ਨਾਲ ਸੰਬੰਧਿਤ ਹੈ,
ਜੀ ਔਰ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦੇ। ਪੰਜਾਬ ਦੇ ਪਾਣੀਆਂ ਦੇ ਉੱਤੇ ਵੀ ਉਹਨਾਂ ਦੀ ਨਜ਼ਰ ਹੈ, ਉਹ ਹਰਿਆਣੇ ਦੇ ਪੱਖ ਵਿੱਚ ਜਾਣਗੇ। ਇਸ ਲਈ ਉਹ ਛੱਡ ਕੇ ਦੇਣ ਕਿ ਭਾਈ ਛੱਡ ਦੇ, ਚਲੋ ਪੰਜਾਬ ਦਾ ਬੰਦਾ ਬਣਾ ਦਿਓ। ਪਰ ਸਵਾਲ ਅਗਲਾ ਫਿਰ ਵੱਡਾ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਕੀ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਵਜੋਂ ਬਰਦਾਸ਼ਤ ਕਰੂਗਾ? ਕੀ ਭਗਵੰਤ ਸਿੰਘ ਮਾਨ ਨੂੰ ਨਜ਼ਰਅੰਦਾਜ਼ ਕਰਕੇ ਆਮ ਆਦਮੀ ਪਾਰਟੀ ਇਹ ਰਿਸਕ ਲੈ ਸਕਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਹਿ ਦੇਵੇ ਕਿ ਲਓ ਜੀ ਤੁਸੀਂ ਮੁੱਖ ਮੰਤਰੀ ਬਣ ਜਾਓ? ਅਗਲੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣਾ ਰਾਜਨੀਤਿਕ ਸਫ਼ਰ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਤੋਂ ਸ਼ੁਰੂ ਕੀਤਾ ਹੈ। ਭਾਰਤੀ ਜਨਤਾ ਪਾਰਟੀ ਜਦੋਂ ਛੱਡੀ ਤੇ ਆਮ ਆਦਮੀ ਪਾਰਟੀ 'ਚ ਜਾਂਦਿਆਂ ਉਹ ਆ ਗਏ ਸੀ ਕਾਂਗਰਸ ਪਾਰਟੀ ਦੇ ਵਿੱਚ। ਕੀ ਪੱਕੇ ਤੌਰ ਦੇ ਉੱਤੇ ਉਹ ਜੇ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਉਹਦੇ ਨਾਲ ਰਹਿਣਗੇ? ਇਹਦੇ ਬਾਰੇ ਵੀ ਕੁਝ ਕਿਹਾ ਨਹੀਂ ਜਾ ਸਕਦਾ। ਸੋ ਇਹ ਇੱਕ ਬੜੀ ਜਿਹੜੀ ਹੈਗੀ ਆ ਉਹਨਾਂ ਨੇ ਵੀਡੀਓ ਤੋਂ ਆਪਦੀ ਪਾਤੀ। ਇਹ ਵੀ ਦੱਸਦਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚੰਗਾ ਨਹੀਂ ਸਮਝਦਾ, ਉਹਦੇ ਖਿਲਾਫ ਉਹਨਾਂ ਨੇ ਇੱਕ ਕਿਸਮ ਦੀ ਚਾਂਦਮਾਰੀ ਵੀ ਕੀਤੀ ਹੈ। ਪਰ ਹੁਣ ਉਹ ਲੱਭਣਗੇ ਕਿਹੜੇ ਪਾਸਿਓਂ? ਅਗਵਾਈ ਉਹ ਕਾਂਗਰਸ ਪਾਰਟੀ ਵਾਲੇ ਪਾਸਿਓਂ ਕਰਨਗੇ, ਉਹਨੂੰ ਕਾਂਗਰਸ ਪਾਰਟੀ ਅਗਵਾਈ ਦਾ ਮੌਕਾ ਦੇਊਗੀ, ਜਾਂ ਉਹ ਕੋਈ ਹੋਰ ਪਾਰਟੀ ਜੁਆਇਨ ਕਰੂਗਾ, ਜਾਂ ਉਹ ਕੋਈ ਆਪਦੀ ਪਾਰਟੀ ਬਣਾਊਗਾ? ਇਹ ਅਜੇ ਤੱਕ ਸਵਾਲ ਹੈ ਜਿਹੜਾ ਇਹਦੀ ਕੋਈ ਹਾਥ ਨਹੀਂ ਆ ਰਹੀ, ਇਹਦਾ ਕੋਈ ਉੱਤਰ ਨਹੀਂ ਲੱਭ ਰਿਹਾ ਕਿ ਹੋਊਗਾ ਕੀ। ਕੋਈ ਵੀ ਰਾਜਸੀ ਪੰਡਤ ਇਸ ਮੌਕੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੀ ਮਨੋਦਸ਼ਾ ਕੀ ਹੈ ਉਹਦਾ ਅੰਦਾਜ਼ਾ ਨਹੀਂ ਲਾ ਸਕਦਾ। ਜੀ ਬਿਲਕੁਲ ਢਿੱਲੋਂ ਸਾਹਿਬ, ਆਪਣੇ ਨਾਲ ਸਾਰੀਆਂ ਕਾਲਾਂ ਜਿਹੜੀਆਂ ਫਲੈਸ਼ ਕਰ ਰਹੀਆਂ, ਆਪਾਂ 1 ਬਾਈ 1 ਔਨ 에ਅਰ ਕਰਦੇ ਹਾਂ। ਤੇ ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹੈਲੋ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਢਿੱਲੋਂ ਸਾਹਿਬ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਕਿ ਟਾਈਮ ਤੇ ਬੜੀ ਚੰਗੀ ਜਾਣਕਾਰੀ ਦਿੰਦੇ ਆ। ਜਿੱਦਾਂ ਕੁਝ ਦਿਨ ਪਹਿਲਾਂ ਤੁਸੀਂ ਅਨੰਦਪੁਰ ਸਾਹਿਬ ਮਤੇ ਬਾਰੇ ਦੱਸਿਆ ਸੀ। ਅੱਛਾ, ਮੈਂ ਹੁਣ ਥੋੜੀ ਜਾਣਕਾਰੀ ਤੁਹਾਡੇ ਤੋਂ ਹਾਸਲ ਕਰਨਾ ਚਾਹੁੰਦਾ ਆ ਅਕਾਲੀ ਦਲ ਬਾਦਲ ਦੇ ਕਨਸਟੀਟਿਊਸ਼ਨ ਦੇ ਬਾਰੇ ਜੀ, ਕਿਉਂਕਿ ਜਿੰਨੀ ਸਾਡੀ ਸੁਰਤ ਹੋਈ ਆ, ਸਾਡੀ ਜਨਰੇਸ਼ਨ ਆ, ਅਸੀਂ ਦੇਖਿਆ ਸੀ ਕਿ ਸਰਦਾਰ ਜਗਦੇਵ ਸਿੰਘ ਤਲਵੰਡੀ ਤੋਂ ਲੈ ਕੇ ਆਪਣੇ ਹਰਜਨ ਸਿੰਘ ਲੌਂਗੋਵਾਲ ਹੋਣੀ ਸਾਰਿਆਂ ਨੇ ਦਾੜਾ ਪ੍ਰਕਾਸ਼ ਕੀਤਾ ਹੋਇਆ ਸੀ। ਲੇਕਿਨ ਜਿਹੜੇ ਹੁਣ ਮੌਜੂਦਾ ਆਪਣੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਦਾੜੀ ਬੰਨੀ ਹੋਈ ਆ। ਇਹ ਕਦੋਂ ਚੇਂਜ ਹੋਈ ਆ? ਜੀ ਧੰਨਵਾਦ ਜੀ। ਦੇਖੋ ਜੀ, ਸਵਾਲ ਬੜਾ ਔਖਾ ਹੈ ਜੀ। ਹੁਣ ਸੁਖਬੀਰ ਸਿੰਘ ਬਾਦਲ ਦੇ ਮਨ ਦੇ ਵਿੱਚ ਕੀ ਹੈ? ਕੀ ਉਹ ਦਾੜੀ ਖੋਲ ਸਕਦੇ ਹੈ ਜਾਂ ਉਹ ਦਾੜੀ ਬੰਨ ਕੇ ਰੱਖਣਗੇ? ਜੀ ਵੈਸੇ ਮੈਂ ਤੁਹਾਡੇ ਧਿਆਨ 'ਚ ਇਹ ਵੀ ਲਿਆ ਦੇਵਾਂ ਕਿ ਇਹ ਸੁਖਬੀਰ ਸਿੰਘ ਬਾਦਲ ਦੇ ਦੌਰ ਦੇ ਵਿੱਚ ਹੀ ਹੋਇਆ ਹੈ ਕਿ ਜਿਸ ਅਕਾਲੀ ਦਲ ਨੂੰ ਕਦੇ ਪੰਥਕ ਪਾਰਟੀ ਸਮਝਿਆ ਜਾਂਦਾ ਸੀ, ਜਿਸ ਅਕਾਲੀ ਦਲ ਨੂੰ ਇਹ ਸਮਝਿਆ ਜਾਂਦਾ ਸੀ ਕਿ ਇਹ ਸਿੱਖਾਂ ਦਾ ਹਰਾਵਨ ਦਸਤਾ ਹੈ, ਜੀ, ਔਰ 1920 ਦੇ ਵਿੱਚ ਜਦੋਂ ਅਕਾਲੀ ਦਲ ਬਣਿਆ ਉਦੋਂ ਵੀ ਇਹ ਮੰਨ ਕੇ ਤੁਰੇ ਸੀ ਕਿ ਆਪਾਂ ਸਿੱਖਾਂ ਦੀ ਨੁਮਾਇੰਦਗੀ ਕਰਨੀ ਹੈ। ਔਰ ਅਕਾਲੀ ਦਲ ਬਣਾਉਣ ਦੀ ਲੋੜ ਕਿਉਂ ਪਈ? ਉਹ ਇਸ ਕਰਕੇ ਲੋੜ ਪਈ ਸੀ ਕਿਉਂਕਿ ਉਦੋਂ ਗੁਰਦੁਆਰਾ ਨਿਜ਼ਾਮ ਨੂੰ, ਗੁਰਦੁਆਰਾ ਪ੍ਰਬੰਧ ਨੂੰ ਮਹਾਨਤਾ ਤੋਂ ਆਜ਼ਾਦ ਕਰਾਉਣਾ ਸੀ। ਉਹਦੇ ਲਈ ਕੋਈ ਪੋਲੀਟੀਕਲ ਜਿਹੜਾ ਹੈਗਾ ਸਿੱਖਾਂ ਦਾ ਕੋਈ ਪੋਲੀਟੀਕਲ ਪਲੇਟਫਾਰਮ ਹੋਣਾ ਚਾਹੀਦਾ ਸੀ। ਸੋ 1920 ਦੇ ਵਿੱਚ ਅਕਾਲੀ ਦਲ ਤਾਂ ਬਣਾਇਆ ਗਿਆ ਸੀ। ਲੇਕਿਨ 1995-96 ਦਾ ਦੌਰ ਤੁਹਾਡੇ ਯਾਦ ਹੋਣਾ ਹੈ ਜਦੋਂ ਮੋਗੇ ਦੇ ਨਜ਼ਦੀਕ ਚਹਿਲਾਂ ਵਾਲੀ ਦੇ ਵਿੱਚ ਇੱਕ ਬਹੁਤ ਵੱਡੀ ਅਕਾਲੀ ਕਾਨਫਰੰਸ ਹੋਈ ਸੀਗੀ। 2 ਦਿਨ ਉੱਥੇ ਬੰਦੇ ਢੋਏ ਗਏ ਸੀ, ਬੰਦੇ ਇਕੱਠੇ ਕੀਤੇ ਗਏ ਸੀ, ਔਰ ਉਹਨੇ ਅਕਾਲੀ ਦਲ ਦੀ ਸਰਕਾਰ ਵਾਸਤੇ ਰਾਹ ਸਾਫ਼ ਕੀਤਾ ਸੀ। ਉਸ ਰੈਲੀ ਦੀ ਮਹਾ ਰੈਲੀ ਹੋਈ ਸੀ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਨੇ ਹੱਸਦਿਆਂ ਕਿਹਾ ਸੀ ਕਿ ਰੈਲੀਆਂ ਮੈਂ ਬਹੁਤ ਦੇਖੀਆਂ ਤੇ ਇਹ ਰੈਲਾ ਹੈ। ਉਸ ਰੈਲੀ ਦੇ ਵਿੱਚ ਇਹਨਾਂ ਨੇ ਇਹ ਕਹਿਤਾ ਸੀ ਕਿ ਅਕਾਲੀ ਦਲ ਸਿੱਖਾਂ ਦੀ ਪਾਰਟੀ ਨਹੀਂ, ਇਹ ਸਗੋਂ ਪੰਜਾਬੀਆਂ ਦੀ ਪਾਰਟੀ ਹੈ, ਔਰ ਹਰ ਕਿਸਮ ਦੇ ਪੰਜਾਬੀਆਂ ਦਾ ਦਾਖਲਾ ਜਿਹੜਾ ਹੈਗਾ ਇਹਦੇ ਵਿੱਚ ਖੋਲ ਦਿੱਤਾ ਗਿਆ। ਜੋ ਮਰਜ਼ੀ ਇੱਥੇ ਆਓ ਤੇ ਜੋ ਮਰਜ਼ੀ ਜਾਓ। ਫਿਰ ਤੁਹਾਡੇ ਧਿਆਨ ਚ ਹੋਣਾ ਕਿ ਉਹ ਤੋਂ ਪਹਿਲਾਂ ਅਕਾਲੀ ਕਦੇ ਵੀ ਗੈਰ ਸਿੱਖਾਂ ਨੂੰ ਟਿਕਟਾਂ ਨਹੀਂ ਸੀ ਦਿੰਦੇ ਹੁੰਦੇ। ਇੱਕ ਸੀਟ ਨੂੰ ਛੱਡ ਕੇ ਉਹ ਸਿਰਫ ਤੇ ਸਿਰਫ ਮਲੇਰਕੋਟਲਾ ਦੀ ਸੀਟ ਸੀ। ਮਲੇਰਕੋਟਲੇ ਦੀ ਸੀਟ ਤੋਂ ਮੁਸਲਮਾਨ ਭਾਈਚਾਰੇ ਦੇ ਕਿਸੇ ਸ਼ਖਸ ਨੂੰ ਟਿਕਟ ਦਿੱਤੀ ਜਾਂਦੀ ਸੀ, ਨਹੀਂ ਤਾਂ ਆਮ ਤੌਰ ਦੇ ਉੱਤੇ ਬਾਕੀ ਸਾਰੀਆਂ ਟਿਕਟਾਂ ਸਿੱਖਾਂ ਨੂੰ ਦਿੱਤੀਆਂ ਜਾਂਦੀਆਂ ਸੀ। ਲੇਕਿਨ ਉਹ ਜਦੋਂ ਪੰਜਾਬੀ ਪਾਰਟੀ ਦਾ ਐਲਾਨ ਕਰਤਾ ਸੀ, ਪੰਜਾਬੀ ਪਾਰਟੀ ਬਣਾਤਾ ਸੀ ਅਕਾਲੀ ਦਲ ਨੂੰ, ਉਹ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਸਾਰੀਆਂ ਸ਼ਹਿਰੀ ਸੀਟਾਂ ਦੇ ਉੱਤੇ ਜਦੋਂ ਕਾਂਗਰਸ ਪਾਰਟੀ ਨੇ ਸਿੱਖਾਂ ਨੂੰ ਟਿਕਟਾਂ ਦਿੱਤੀਆਂ ਸੀ ਤਾਂ ਅਕਾਲੀ ਦਲ ਨੇ ਫਿਰ ਹਿੰਦੂਆਂ ਨੂੰ ਟਿਕਟਾਂ ਦਿੱਤੀਆਂ ਸੀ। ਇਹ ਅਹਿਸਾਸ ਕਰ ਰਿਹਾ ਹੋਇਆ ਕਿ ਭਾਰਤੀ ਜਨਤਾ ਪਾਰਟੀ ਦੀ ਬਜਾਏ ਅਸੀਂ ਵੀ ਹਿੰਦੂ ਭਾਈਚਾਰਾ ਦੀ ਨੁਮਾਇੰਦਗੀ ਕਰਦੇ ਹਾਂ। ਸੋ ਭਾਵੇਂ ਹੁਣ ਦੁਬਾਰਾ ਫਿਰ ਪੰਥਕ ਬੋਝ ਆ ਗਿਆ ਹੈ, ਪਰ ਇਹ ਦਾੜੀ ਕਦੋਂ ਖੋਲਣਗੇ ਇਹ ਤਾਂ ਉਹੀ ਦੱਸ ਸਕਦੇ ਹੈ। ਮੇਰੇ ਕੋਲੇ ਇਸ ਸਵਾਲ ਦਾ ਮਤਲਬ ਮੈਂ ਤੁਹਾਨੂੰ ਕੋਈ ਠੋਸ ਜਵਾਬ ਨਹੀਂ ਦੇ ਸਕਦਾ। ਜੀ ਬਿਲਕੁਲ ਜੀ, ਆਪਾਂ ਕਾਲ ਲੈਣੇ ਆ ਜੀ, ਸਾਰੀਆਂ ਫਲੈਸ਼ ਕਰ ਰਹੀਆਂ। ਹਾਂਜੀ ਵੀਰ ਜੀ, 0190 ਸਵਾਗਤ ਹੈ ਤੁਹਾਡਾ।
हाँ सत श्री अकाल चन्नी साहब, सत श्री अकाल ढिल्लों साहब। ਸਤਿ ਸ਼੍ਰੀ ਅਕਾਲ ਜੀ ਬਿਰਗਾ हाँ ਸਾਹਿਬ। जी, सिद्धू साहब बारे गल की गई। देखो सिद्धू साहब ਦੀ मैं देखदा हर 3-4 महीने बाद कोई ना कोई खबर ਉਹਨਾਂ ਦੀ ਪਲਾਂਟ ਹੁੰਦੀ ਹੈ ਜੀ ਜਿਹਦੇ ਵਿੱਚ ਇਹੀ ਸ਼ੋਅ ਕੀਤਾ ਜਾਂਦਾ ਵੀ ਸਿੱਧੂ ਸਾਹਿਬ ਨੂੰ ਕਾਂਗਰਸ ਵਿੱਚ ਕੋਈ ਬਹੁਤ ਵੱਡੀ ਪੋਸਟ ਮਿਲ ਜਾ ਰਹੀ ਹੈ। ਸਾਨੂੰ ਯਾਦ ਹੋ ਜਾ ਪਿੱਛੇ 3 ਰਾਜਾਂ ਦੀ ਇਲੈਕਸ਼ਨਾਂ ਹੋਈਆਂ ਸੀ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤਾਂ ਕਹਿ ਰਹੇ ਸੀ ਇਲੈਕਸ਼ਨ ਤੋਂ ਬਾਅਦ ਸਿੱਧੂ ਸਾਹਿਬ ਨੂੰ ਬਹੁਤ ਵੱਡੀ ਪੋਸਟ ਮਿਲ ਜਾਣੀ ਕਾਂਗਰਸ, ਪਰ ਕੁਝ ਨਹੀਂ ਮਿਲਿਆ। ਫਿਰ ਸੈਂਟਰ ਦੀਆਂ ਇਲੈਕਸ਼ਨਾਂ ਆਈਆਂ, ਕਹਿੰਦੇ ਸੈਂਟਰ ਦੇ ਇਲੈਕਸ਼ਨ ਦੇ ਪ੍ਰਚਾਰ ਤੋਂ ਬਾਅਦ ਸਿੱਧੂ ਸਾਹਿਬ ਨੂੰ ਪੰਜਾਬ 'ਚ ਬਹੁਤ ਵੱਡੀ ਇੱਕ ਪਦਵੀ ਮਿਲ ਜਾ ਰਹੀ ਹੈ। ਪਰ ਉਸ ਇਲੈਕਸ਼ਨ ਦੇ ਜਦੋਂ ਰਿਜ਼ਲਟ ਆਏ, ਕਾਂਗਰਸ ਦਾ ਜਿਹੜਾ ਸੀ ਗ੍ਰਾਫ ਉਹ ਬਾਕੀ ਸਾਰੇ ਪ੍ਰਦੇਸ਼ਾਂ ਦੇ ਤਾਂ ਬੁਰਾ ਤਰ੍ਹਾਂ ਹਾਲ ਹੋਇਆ ਜੋ ਵੀ ਕਾਂਗਰਸ ਦਾ, ਪਰ ਪੰਜਾਬ 'ਚ ਫਿਰ ਵੀ ਕਾਂਗਰਸ ਕਿਸੇ ਹੱਦ ਤੱਕ ਆਪਣੇ ਆਪ ਨੂੰ ਬਚਾ ਪਾਈ। ਤੇ ਉਸ ਗ੍ਰਾਫ ਦੀ ਚੱਕਰ ਦੇ ਵਿੱਚ ਜਿਵੇਂ ਪੰਜਾਬ 'ਚ ਕਾਂਗਰਸ ਦਾ ਗ੍ਰਾਫ ਠੀਕ ਗਿਆ ਤੇ ਕੈਪਟਨ ਸਾਹਿਬ ਦੀ ਫਿਰ ਦਿੱਲੀ ਦੇ ਦਰਬਾਰ ਜਿਹੜਾ ਸੀ ਉਹਦੇ ਵਿੱਚ ਹਾਜ਼ਰੀ ਜ਼ਿਆਦਾ ਹੀ ਲੱਗ ਗਈ ਤੇ ਉਸ ਵਜ੍ਹਾ ਨਾਲ ਫਿਰ ਸਿੱਧੂ ਸਾਹਿਬ ਨੂੰ ਕੋਈ ਪੋਸਟ ਨਹੀਂ ਮਿਲੀ ਪੰਜਾਬ ਦੇ ਵਿੱਚ। ਇਹ ਜਿਹੜੀਆਂ ਖਬਰਾਂ 3-4 ਮਹੀਨੇ ਬਾਅਦ ਮੈਂ ਦੇਖਦਾ ਹਰ ਵਾਰੀ ਆਉਂਦੀਆਂ ਨੇ ਵੀ ਸਿੱਧੂ ਸਾਹਿਬ ਨੂੰ, ਪਰ ਹੁੰਦਾ ਕੁਛ ਨਹੀਂ। ਈਵਨ ਕਰਤਾਰਪੁਰ ਦੇ ਲਾਗੇ ਵੇਲੇ ਵੀ ਇਹ ਗੱਲ ਚੱਲੀ ਸੀ ਸਿੱਧੂ ਸਾਹਿਬ ਨੂੰ ਮਹੱਤਵਪੂਰਨ ਪੋਸਟ ਦਿੱਤੀ, ਪਰ ਮਿਲਦੀ ਨਹੀਂ ਉਹਨਾਂ ਨੂੰ। ਕੁਝ ਮਿਲਦਾ ਤਾਂ ਹੈ ਨਹੀਂ। ਕਾਂਗਰਸ ਦਿਨ ਬ ਦਿਨ ਉਹਨਾਂ ਦੀ ਜੋ ਹੋ ਰਹੀ ਆ ਤੁਸੀਂ ਦੇਖ ਰਹੇ ਹੋ, ਕਾਂਗਰਸ ਉਹਦੀ ਬੇਇੱਜ਼ਤੀ ਹੁੰਦੀ ਜਾ ਰਹੀ ਆ। ਔਰ ਕਈ ਵਾਰੀ ਇਹ ਵੀ ਖਬਰ ਉੱਡ ਜਾਂਦੀ ਹੈ ਵੀ ਸ਼ਾਇਦ ਉਹ ਬੀਜੇਪੀ ਵੱਲ ਜਾ ਰਹੇ ਨੇ, ਜਿਹੜਾ ਕਿ ਉਹ ਜਾਣਾ ਬੜਾ ਲੱਗ ਰਿਹਾ ਵੀ ਮੁਸ਼ਕਿਲ ਹੀ ਲੱਗ ਰਿਹਾ ਉਹਨਾਂ ਦਾ, ਕਿਉਂਕਿ ਜਿਸ ਨੂੰ ਛੱਡ ਕੇ ਆਏ ਨੇ, ਕਿਉਂਕਿ ਉਹਨਾਂ ਦਾ ਮੁੱਦੇ ਉੱਥੇ ਖੜੇ, ਉਹਨਾਂ ਨੇ ਛੱਡਿਆ ਤੇ ਇਸੇ ਪੁਆਇੰਟ ਤੇ ਇਸੇ ਵੀ ਅਕਾਲੀਆਂ ਦਾ ਇਹਨਾਂ ਦਾ ਬੀਜੇਪੀ ਦਾ ਨਾ ਗਠਬੰਧਨ ਹੈ, ਇਹ ਤੋੜਨ ਇਹਦੇ ਨਾਲ ਉਹ ਤੋੜਨਾ ਨਹੀਂ ਹਜੇ ਉਹਨਾਂ ਨੇ, ਜਦ ਤੱਕ ਟੁੱਟਦਾ ਨਹੀਂ। ਇਸ ਕਰਕੇ ਵਾਪਸ ਹੀ ਇਹਨਾਂ ਦੀ ਬੀਜੇਪੀ ਜਾਣ ਦੀ ਤਾਂ ਮੈਨੂੰ ਲੱਗਦੀ ਸੰਭਾਵਨਾ ਨਹੀਂ। ਆਮ ਪਾਰਟੀ ਤੁਸੀਂ ਦੱਸ ਹੀ ਚੁੱਕੇ ਨੇ ਵੀ ਆਮ ਪਾਰਟੀ ਵੱਲ ਵੀ ਜਾਣਾ ਇਹਨਾਂ ਦਾ ਮੁਸ਼ਕਲ ਹੈ। ਵੈਸੇ ਵੀ ਹੁਣ ਕੇਜਰੀਵਾਲ ਸਾਹਿਬ ਦੇ ਵਿੱਚ ਤੁਹਾਨੂੰ ਪਤਾ ਤਬਦੀਲੀ ਆ ਚੁੱਕੀ ਹੈ, ਜਿਹੜੀ ਹੁਣ ਦਿੱਲੀ ਦੇ ਇਲੈਕਸ਼ਨ ਲੜੀ ਉਹਨੇ ਸੌਫਟ ਹਿੰਦੂਤਵ ਦੇ ਏਜੰਡੇ ਦੇ ਉੱਪਰ ਹੀ ਲੜੀ ਹੈ। ਤੇ ਇਸ ਕਰਕੇ ਜੇ ਉਹ ਕੋਈ ਪੰਜਾਬ ਵੱਲ ਤਾਂ ਕੇਜਰੀਵਾਲ ਹੀ ਖੁਦ ਹੀ ਨਹੀਂ ਇੰਟਰਸਟਡ ਹੈ, ਉਹ ਦਿੱਲੀ ਤੋਂ ਇਲਾਵਾ ਕਿਤੇ ਹੋਰ ਜਾਣਾ ਚਾਹੁੰਦਾ। ਤੇ ਉਸ ਇਸ ਭੰਬਲ ਭੁੱਸੇ 'ਚ ਤੁਹਾਨੂੰ ਕੀ ਲੱਗਦਾ ਕੋਈ ਸਿੱਧੂ ਸਾਹਿਬ ਦਾ ਕੋਈ ਹੈ ਵਿਕਲਪ ਬਚਿਆ? ਮੈਨੂੰ ਤਾਂ ਦਿਸਦਾ ਪਿਆ ਉਹਦੇ ਲਈ ਇਸ ਟਾਈਮ ਤਾਂ ਕਾਂਗਰਸ ਹੀ ਹੈ, ਪਰ ਕਾਂਗਰਸ ਉਹਨੂੰ ਕੈਪਟਨ ਸਾਹਿਬ ਜਿਹੜੇ ਹੈ ਕਿ ਨਹੀਂ ਉਹ ਪੂਰਾ ਡਿਊ ਜਿਹੜਾ ਰਿਗਾਰਡਸ ਦੇਣਾ ਉਹ ਨਹੀਂ ਦੇ ਰਹੇ ਨੇ। ਤੁਸੀਂ ਕੀ ਲੱਗਦਾ? ਮੈਨੂੰ ਤਾਂ ਨਹੀਂ ਲੱਗਦਾ ਕਿ ਸਿੱਧੂ ਸਾਹਿਬ ਦਾ ਕੁਝ ਹੋ ਜਾਏ ਜਾਂ ਤਾਂ ਕੋਈ ਹੋਰ ਹੀ ਕੋਈ ਗਠਬੰਧਨ ਬਣੇ, ਅਜੇ ਤੱਕ ਦਾ ਉਹ ਵੀ ਨਹੀਂ ਲੱਗ ਰਿਹਾ। ਤੇ ਇਸ ਕਰਕੇ ਮੈਨੂੰ ਤਾਂ ਉਹਨਾਂ ਲਈ ਇੱਕ ਅੰਧੇਰਾ ਹੀ ਦਿਖਾਈ ਦੇ ਰਿਹਾ, ਹੋਰ ਤਾਂ ਕੁਛ ਨਹੀਂ ਦਿਖ ਰਿਹਾ ਜੀ। ਧੰਨਵਾਦ ਜੀ, ਧੰਨਵਾਦ ਜੀ ਢਿੱਲੋਂ ਸਾਹਿਬ। ਬਿਲਕੁਲ ਜੋ ਬਿਲਗਾ ਸਾਹਿਬ ਨੇ ਗੱਲ ਕਹੀ ਹੈ, ਅਸਲ ਦੇ ਵਿੱਚ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ, ਮੈਂ ਵੀ ਉਹਨਾਂ ਵਿੱਚ ਸ਼ਾਮਿਲ ਸੀ, ਅਸੀਂ ਇਹ ਸੋਚਦੇ ਸੀ ਕਿ ਸ਼ਾਇਦ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਕੇਂਦਰੀ ਹਾਈ ਕਮਾਂਡ ਦਖਲ ਦੇ ਕੇ ਸਿੱਧੂ ਸਾਹਿਬ ਨੂੰ ਪੰਜਾਬ ਦੇ ਵਿੱਚ ਕੋਈ ਅਹਿਮ ਅਹੁਦਾ ਦਵਾ ਦੇਣਗੇ। ਲੇਕਿਨ ਪਾਰਲੀਮੈਂਟ ਦੀਆਂ ਚੋਣਾਂ ਦਾ ਜਿਹੜਾ ਰਿਜ਼ਲਟ ਆਇਆ, ਉਹ ਰਿਜ਼ਲਟ ਜਿਹੜਾ ਹੈਗਾ 2014 ਨਾਲੋਂ ਵੀ ਆਪਾਂ ਕਹਿ ਸਕਦੇ ਹਾਂ ਬਈ ਸੀਟਾਂ ਤਾਂ ਭਾਵੇਂ 1-2 ਵੱਧ ਗਈਆਂ, ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਲਈ ਬੜਾ ਨਿਰਾਸ਼ਾਜਨਕ ਸੀ। ਔਰ ਖਾਸ ਕਰਕੇ ਰਾਹੁਲ ਗਾਂਧੀ ਲਈ, ਰਾਹੁਲ ਗਾਂਧੀ ਦੀ ਜਿਹੜੀ ਹੈ ਤਾਕਤ ਪਹਿਲਾਂ ਦੇ ਮੁਕਾਬਲਤਨ ਵੀ ਘਟ ਗਈ ਸੀ। ਔਰ ਤੁਹਾਨੂੰ ਪਤਾ ਹੈ ਕਿ ਰਾਹੁਲ ਗਾਂਧੀ ਨੇ ਸਥਿਤੀ ਦਾ ਮੁਕਾਬਲਾ ਕਰਨ ਦੀ ਬਜਾਏ, ਜਿਵੇਂ ਕਿ ਇੱਕ ਵੱਡੀ ਚੁਣੌਤੀ ਸੀ ਵੀ ਕਾਂਗਰਸ ਪਾਰਟੀ ਹਾਰ ਗਈ, ਤਾਂ ਲੀਡਰਸ਼ਿਪ ਨੂੰ ਚਾਹੀਦਾ ਕਿ ਇਸ ਚੁਣੌਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਉਹ ਹੋਰ ਅੱਗੇ ਲੈ ਕੇ ਜਾਂਦੇ। ਲੇਕਿਨ ਰਾਹੁਲ ਗਾਂਧੀ ਆਪ ਹੀ ਅਸਤੀਫਾ ਦੇ ਕੇ ਭੱਜ ਗਿਆ। ਔਰ ਜਿਹੜੀ ਸੋਨੀਆ ਗਾਂਧੀ ਬਿਮਾਰੀ ਦੇ ਦਿਨਾਂ ਦੇ ਵਿੱਚ ਹੀ ਲੰਘ ਰਹੀ ਹੈ, ਬਿਮਾਰ ਹੈ, ਕਿੰਨੇ ਵਾਰੀ ਉਹ ਬਾਹਰ ਜਾ ਕੇ ਆਪਣਾ ਆਪਰੇਟ ਵਗੈਰਾ ਕਰਵਾ ਕੇ ਆਈ ਹੈ। ਆਪਾਂ ਸਾਰੇ ਜਾਣਦੇ ਹੀ ਹੈ ਕਿ ਬਿਮਾਰੀ ਵੀ ਕੋਈ ਖਤਰਨਾਕ ਹੈ। ਬੁਢਾਪੇ ਦੇ ਵਿੱਚ ਤੇ ਬਿਮਾਰੀ ਦੀ ਹਾਲਤ ਵਿੱਚ ਉਹਨੂੰ ਕਾਂਗਰਸ ਪਾਰਟੀ ਦੀ ਬਾਗਡੋਰ ਫਿਰ ਸੰਭਾਲਣੀ ਪਈ ਹੈ, ਉਹਨੂੰ ਅੱਗੇ ਆਉਣਾ ਪਿਆ। ਸੋ ਆਪਾਂ ਕਹਿ ਸਕਦੇ ਹਾਂ ਕਿ ਜੇ ਰਾਹੁਲ ਗਾਂਧੀ ਦੀ ਚੱਲਦੀ ਹੁੰਦੀ ਜਾਂ ਰਾਹੁਲ ਗਾਂਧੀ ਪਾਵਰ 'ਚ ਹੁੰਦਾ ਤੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਪਰਫਾਰਮੈਂਸ ਚੰਗੀ ਨਾ ਹੁੰਦੀ, ਕਿਉਂਕਿ 13 ਦੇ ਵਿੱਚੋਂ 8 ਸੀਟਾਂ ਲੈ ਕੇ ਬਾਕੀ ਸਾਰੇ ਦੇਸ਼ ਦੇ ਵਿੱਚ ਇਹਨਾਂ ਦਾ ਸੂਪੜਾ ਸਾਫ਼ ਹੋ ਗਿਆ। ਉਹਨਾਂ ਦੇ ਕੋਲ ਜ਼ਰੂਰਤ ਨਹੀਂ, ਉਹ ਹਾਈ ਕਮਾਂਡ ਕਮਜ਼ੋਰ ਹੋ ਗਈ ਹੈ। ਕੈਪਟਨ ਦੀ ਸ਼ਖਸੀਅਤ ਹੈ ਜਿਹੜੀ ਉਹ ਥੋੜੀ ਜਿਹੀ ਪਾਵਰਫੁਲ ਹੋ ਗਈ, ਉਹ ਕਮਜ਼ੋਰ ਹੋ ਗਈ। ਉਹ ਚਾਹੁੰਦਿਆਂ ਹੋਇਆਂ ਵੀ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦੇ, ਹਾਲਤ ਇਹ ਬਣ ਗਈ ਹੈ। ਵੈਸੇ ਵੀ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦੇ ਨਾਲੋਂ ਸੋਨੀਆ ਗਾਂਧੀ ਦਾ ਨਜ਼ਰੀਆ ਕੈਪਟਨ ਪ੍ਰਤੀ ਜਿਹੜਾ ਹੈਗਾ ਥੋੜਾ ਜਿਹਾ ਨਰਮ ਹੈ। ਕਾਰਨ ਇਹ ਹੈ ਕਿ ਇੱਕ ਰਿਲੇਸ਼ਨ ਹੈ, ਰਾਹੁਲ ਦਾ ਬਾਪ ਰਾਜੀਵ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਚੰਗੇ ਦੋਸਤ ਰਹੇ ਹੈ। ਔਰ ਜਦੋਂ ਸੋਨੀਆ ਗਾਂਧੀ ਦਾ ਰਾਜੀਵ ਗਾਂਧੀ ਨਾਲ ਵਿਆਹ ਹੁੰਦਾ ਹੈ, ਉਹ ਵਿਆਹ ਕਰਵਾਉਣ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਯੋਗਦਾਨ ਹੈ। ਔਰ ਉਹ ਤੋਂ ਪਹਿਲਾਂ ਸੋਨੀਆ ਗਾਂਧੀ ਦਾ ਪਟਿਆਲਾ ਪੈਲੇਸ ਦੇ ਵਿੱਚ ਰਹਿਣਾ, ਆਉਣਾ ਜਾਣਾ, ਇਹ ਕਈ ਗੱਲਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ। ਇਸ ਕਰਕੇ ਮੇਰਾ ਨਹੀਂ ਖਿਆਲ ਕਿ ਸੋਨੀਆ ਗਾਂਧੀ ਦੇ ਹੁੰਦਿਆਂ ਹੋਇਆਂ ਕੋਈ ਵੱਡਾ ਉਹਦਾ ਮਿਲਣ ਦੀ ਸੰਭਾਵਨਾ ਹੋਵੇ, ਕਿਉਂਕਿ ਇਸ ਕੈਪਟਨ ਅਮਰਿੰਦਰ ਸਿੰਘ ਨੂੰ ਆਪਾਂ ਜਾਣਦੇ ਹਾਂ ਵੀ ਜਿੱਦੀ ਉਹ ਵੀ ਪੂਰਾ ਹੈ, ਝੁਕਣ ਨੂੰ ਉਹ ਵੀ ਤਿਆਰ ਨਹੀਂ। ਐਮਐਲਏ ਦੀ ਸਥਿਤੀ ਹੈ ਕਿ ਪੰਜਾਬ ਦੇ ਐਮਐਲਏ ਇਹੋ ਜਿਹੇ ਹੈ, ਉਹ ਨਾਰਾਜ਼ ਵੀ ਹੋ ਜਾਂਦੇ ਹੈ, ਲੇਕਿਨ ਕੈਪਟਨ ਤੋਂ ਬਗੈਰ ਸਾਰਦੇ ਵੀ ਨਹੀਂ, ਮੁੜ ਕੇ ਪੁਰਾਣੀ ਤਨਖਾਹ ਤੇ ਫਿਰ ਕੰਮ ਕਰੀ ਜਾਂਦੇ। ਸੋ ਮੈਂ
ਸਹਿਮਤ ਹਾਂ ਮਿਰਗਾ ਸਾਹਿਬ ਨਾਲ ਕਿ ਗੱਲ ਭੰਬਲ ਭੂਸੇ ਵਾਲੀ ਹੈ, ਕੋਈ ਸਪਸ਼ਟ ਨਹੀਂ ਹੈ ਤਸਵੀਰ ਜੀ। ਬਿਲਕੁਲ ਜੀ, ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਫੋਨਾਂ ਦੀ ਡੀਲ ਲੈਣੀ ਹੈ, ਤੁਸੀਂ ਟਰੱਕ ਚਲਾਉਣੇ ਕੈਨੇਡਾ ਅਮਰੀਕਾ ਨੂੰ, ਜਾਂ ਵਧੀਆ ਇੰਟਰਨੈਟ ਅਨਲਿਮਟਿਡ ਤੁਸੀਂ ਫੋਨ ਤੇ ਵੀ ਤੇ ਘਰਾਂ ਦੇ ਵਿੱਚ ਵੀ ਫਾਈਬਰ ਇੰਟਰਨੈਟ ਲੈ ਸਕਦੇ ਹੋ ਅੰਟਾਰੀਓ ਜਾਂ ਕਿਊਬਿਕ ਦੇ ਵਿੱਚ। ਵਧੀਆ ਡੀਲਾਂ ਲੈਣ ਲਈ 905 203 3636 905 203 3636 ਤੇ ਵਨ ਟੱਚ ਕਮਿਊਨੀਕੇਸ਼ਨ ਦੇ ਸੁਖਦੇਵ ਥਾਪਰ ਉਹਨਾਂ ਨੂੰ ਕਾਲ ਕਰ ਸਕਦੇ ਹੋ। ਟਿਕਟਾਂ ਬਾਰੇ ਜਾਣਕਾਰੀ ਲੈਣ ਲਈ ਆਲ ਲਿੰਕ ਟਰੈਵਲ ਦੀ ਨੇੜਲੀ ਬ੍ਰਾਂਚ 416 293 8700। ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਜੀ, ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਆ 416 670 31 73 ਤੇ ਲਾਇਸੈਂਸ ਲੈ ਲਿਆ ਤੇ ਜੋਬ ਵਾਸਤੇ ਤੁਸੀਂ JB ਟਰਾਂਸਪੋਰਟ 905 792 5100 ਤੇ ਕਾਲ ਕਰ ਸਕਦੇ ਹੋ। ਟਰੱਕ ਟ੍ਰੇਲਰ ਖਰਾਬ ਹੋ ਗਿਆ ਤੁਹਾਡਾ ਨਾਰਥ ਅਮਰੀਕਾ 'ਚ ਕਿਤੇ ਵੀ, ਕਿੰਗ ਟੋਇੰਗ ਦਾ ਨਾਂ ਯਾਦ ਰੱਖੋ, ਸੁਖੇ ਢੇਸੀ ਨੂੰ ਕਾਲ ਕਰ ਲਓ 416 677 2222। ਕਿਸੇ ਵੀ ਤਰ੍ਹਾਂ ਤੁਸੀਂ ਗਰਾਜ ਬਣਾਉਣੀ ਹੈ ਜਾਂ ਫੈਕਟਰੀ ਬਣਾਉਣੀ ਹੈ ਤਾਂ ਸਟੀਲ ਦਾ ਸਟਰਕਚਰ ਬਣਾਉਣ ਲਈ ਅਕਾਲ ਸਟੀਲ ਦਾ ਨਾਂ ਯਾਦ ਰੱਖੋ 416 816 93 33। ਜਸਵਿੰਦਰ ਸਿੰਘ ਨੂੰ ਕਾਲ ਕਰ ਲਓ। ਜੇ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ ਤਾਂ ਪ੍ਰੋਜੋਨ ਆਟੋ ਕੋਲੀਜ਼ਨ ਹਰੇਕ ਇੰਸ਼ੋਰੈਂਸ ਕੰਪਨੀ ਦੇ ਨਾਲ ਗੱਲਬਾਤ ਕਰਦੇ ਆ ਜੀ 416 857 5700। ਜੇ ਤੁਸੀਂ ਮੌਂਟਰੀਅਲ ਗਏ ਹੋ, ਤੁਹਾਡੇ ਟਰੱਕ ਟ੍ਰੇਲਰ ਨੂੰ ਕੋਈ ਪ੍ਰੋਬਲਮ ਆ ਗਈ, ਡਾਇਮੰਡ ਟਰੱਕ ਰਿਪੇਅਰ 450 934 29 57 ਤੇ 24 ਆਵਰ ਤੁਸੀਂ ਕਾਲ ਕਰ ਸਕਦੇ ਹੋ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ ਆਉਂਦੇ ਹੋ ਤੁਸੀਂ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਵੀਰ ਜੀ, ਢਿੱਲੋਂ ਸਾਹਿਬ ਕੀ ਹਾਲ ਚਾਲ ਹੈ ਜੀ? ਹਾਂਜੀ ਜੀ, ਤੁਸੀਂ ਦੱਸੋ। ਢਿੱਲੋਂ ਸਾਹਿਬ, ਇੱਕ ਹੈ ਨਿਊਜ਼ ਆ, ਥੋੜੀ ਜਿਹੀ ਹੈ ਤਾਂ ਪੁਰਾਣੀ ਹੈ, ਤੋਂ 5-7 ਦਿਨ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੈਂਬਰ ਹੈ ਜਾਂ ਮੁਲਾਜ਼ਮ ਹੈ ਉਹ ਵੀ ਵਿੱਚ ਸੀਗਾ ਤੇ ਉਹਨੂੰ ਸ਼੍ਰੋਮਣੀ ਕਮੇਟੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰਚਾ ਉਹ 4 ਬੰਦਿਆਂ ਦਾ ਦਰਜ ਹੋ ਗਿਆ। ਜਿਹੜਾ ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਸੀਗਾ ਜਾਂ ਮੁਲਾਜ਼ਮ ਸੀਗਾ, ਮੈਨੂੰ ਪਤਾ ਨਹੀਂ ਇਹਦੇ ਬਾਰੇ ਪਤਾ ਕੌਣ ਸੀ ਉਹ, ਤੇ ਉਹਦੇ ਸਹੁਰਾ ਪਰਿਵਾਰ ਨੇ ਧਰਮ ਕਨਵਰਟ ਕਰ ਲਿਆ, ਦੂਸਰੇ ਕਿਸੇ ਹੋਰ ਧਰਮ ਦੇ ਵਿੱਚ ਚਲਾ ਗਿਆ ਤੇ ਉਹਨਾਂ ਦੇ ਯਾਨੀ ਕਿ ਸ਼ਹਿਰ ਦੇ ਵਿੱਚ ਆ ਕੇ ਤੇ ਉਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ। ਇਹ ਖਬਰ ਬਾਰੇ ਜਾਣਨਾ ਪਏ ਜੀ, ਕੀ ਖਬਰ ਪੂਰੀ ਹੈ ਤੇ ਜਾਣਕਾਰੀ ਜੀ। ਧੰਨਵਾਦ ਜੀ, ਧੰਨਵਾਦ ਢਿੱਲੋਂ ਸਾਹਿਬ ਜੀ। ਬਿਲਕੁਲ ਜੀ, ਬਿਲਕੁਲ ਜੋ ਤੁਸੀਂ ਦੱਸੀ ਹੈ ਗੱਲ ਸਹੀ ਹੈ, ਖਬਰ ਠੀਕ ਹੈ। ਅਸਲ ਦੇ ਵਿੱਚ ਇਹ ਹੈ ਕਿ ਉੱਥੇ ਜਦੋਂ ਕੂੜਾ ਚੁੱਕਣ ਵਾਲੇ ਕਾਰਪੋਰੇਸ਼ਨ ਦੇ ਕਰਮਚਾਰੀ ਘਰ ਦੇ ਅੱਗੇ ਆਏ ਤੇ ਬੋਰੇ ਦੇ ਵਿੱਚ ਕੁਝ ਸਮਾਨ ਪਿਆ ਸੀ, ਕੂੜਾ ਪਿਆ ਸੀ, ਉਸ ਕੂੜੇ ਦੇ ਵਿੱਚ ਗੁਟਕਾ ਸਾਹਿਬ, ਪੋਥੀਆਂ ਵਗੈਰਾ ਵੀ ਸੀ। ਉਹਨਾਂ ਨੇ ਜਦੋਂ, ਕਿਉਂਕਿ ਕੂੜੇ ਨੂੰ ਅਲੱਗ-ਅਲੱਗ ਕਰਦੇ, ਕੂੜੇ ਨੂੰ ਅਲੱਗ-ਅਲੱਗ ਕਰਨ ਲੱਗੇ ਤਾਂ ਉਹਨਾਂ ਦੇ ਧਿਆਨ ਦੇ ਵਿੱਚ ਉਹ ਆ ਗਿਆ ਨਾਲ ਦੀ ਨਾਲ ਕਿ ਇਹ ਤਾਂ ਗੱਲ ਬੜੀ ਮਾੜੀ ਹੋਈ। ਉਹ ਗਰੀਬ ਬੰਦੇ ਵਿਚਾਰੇ ਜਿਹੜੇ ਕੂੜਾ ਇਕੱਠਾ ਕਰਦੇ ਹੈ, ਉਹ ਮੇਰੇ ਦਾ ਜਿਹੜਾ ਗੁਰੂ ਘਰ ਸੀ ਉਸ ਗੁਰੂ ਘਰ ਦੇ ਵਿੱਚ ਚਲੇ ਗਏ ਤੇ ਜਾ ਕੇ ਉਹਨਾਂ ਨੇ ਮੱਥਾ ਟੇਕ ਕੇ ਗੁਰੂ ਘਰ ਦੇ ਜਿਹੜੇ ਪ੍ਰਬੰਧਕਾਂ ਨੂੰ ਕਿਹਾ ਜੀ ਆਹ ਦੇਖੋ, ਆਹ ਗੁਟਕਾ ਸਾਹਿਬ ਆ ਪੋਥੀਆਂ ਤੇ ਤੁਸੀਂ ਇਹਨਾਂ ਨੂੰ ਸੰਭਾਲੋ। ਵਿਧੀਵਤ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਈ ਔਰ ਉਹ ਤੋਂ ਬਾਅਦ ਫਿਰ ਇਹ ਮਾਮਲਾ ਪੁਲਿਸ ਕੋਲੇ ਪਹੁੰਚ ਗਿਆ ਸੀ। ਕੁਝ ਸਾਡੇ ਜਿਹੜੇ ਅਕਾਲੀ ਲੀਡਰ ਹੈ, ਟਕਸਾਲੀ ਅਕਾਲੀ ਦਲ ਹੈ, 1920 ਵਾਲੇ ਹੈ, ਇਹਨਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇ ਤੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਔਰ ਜਿਵੇਂ ਤੁਸੀਂ ਦੱਸਿਆ 3-4 ਬੰਦਿਆਂ ਦੇ ਖਿਲਾਫ ਜਿਹੜੀ ਹੈਗੀ ਹੈ ਗੱਲ ਉੱਭਰ ਕੇ ਸਾਹਮਣੇ ਆਈ ਹੈ, ਜਿਹਦੇ ਵਿੱਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਮਚਾਰੀ ਵੀ ਹੈ। ਮੈਨੂੰ ਜਿਹੜੀ ਉਸ ਵੇਲੇ ਜਾਣਕਾਰੀ ਮਿਲੀ ਸੀ, ਖਬਰ ਭਾਵੇਂ ਤੁਸੀਂ ਪੁਰਾਣੀ ਦੱਸਦੇ ਹੋ, ਜਦੋਂ ਉਦੋਂ ਜਾਣਕਾਰੀ ਮਿਲੀ ਹੈ ਉਸ ਦਿਨ ਕੇਸ ਰਜਿਸਟਰ ਹੋ ਗਿਆ ਸੀ ਔਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀ ਨੂੰ ਵੀ ਇੱਕ ਦੋਸ਼ੀ ਵਜੋਂ ਨਾਮਜ਼ਦ ਕਰ ਦਿੱਤਾ ਸੀ। ਉਸ ਤੋਂ ਬਾਅਦ ਜੇ ਸ਼੍ਰੋਮਣੀ ਕਮੇਟੀ ਉਹਨੂੰ ਬਚਾਉਣ ਦਾ ਯਤਨ ਕਰਦੀ ਹੈ ਤਾਂ ਮੇਰਾ ਖਿਆਲ ਹੈ ਵੀ ਇਦੋਂ ਵੱਡਾ ਬੱਚਰ ਪਾਪ ਤਾਂ ਕੋਈ ਹੋ ਨਹੀਂ ਸਕਦਾ। ਜਿਸ ਬੰਦੇ ਦੀ ਡਿਊਟੀ ਹੈ, ਜੋ ਸਾਡੇ ਗੁਰੂ ਦਾ ਸਿਪਾਹੀ ਹੈ, ਜਿਹਦੀ ਇਹ ਡਿਊਟੀ ਬਣਦੀ ਹੈ ਕਿ ਉਹਨੇ ਗੁਰੂ ਗ੍ਰੰਥ ਸਾਹਿਬ, ਗੁਟਕੇ ਸਾਹਿਬ ਜਾਂ ਜਿਹੜੇ ਪੋਥੀਆਂ ਉਹਦੀ ਸਾਂਭ ਸੰਭਾਲ ਕਰਨੀ ਹੈ ਤੇ ਜੇ ਉਹੀ ਬੇਅਦਬੀ ਕਰਦਾ ਤਾਂ ਮੇਰਾ ਖਿਆਲ ਹੈ ਵੀ ਇਹਨੂੰ ਫਿਰ ਅਸੀਂ ਰਾਮ ਰਹੀਮ ਤੋਂ ਘੱਟ ਤਾਂ ਕਹਿ ਨਹੀਂ ਸਕਦੇ। ਜੇ ਉਸ ਬੰਦੇ ਨੂੰ ਸ਼੍ਰੋਮਣੀ ਕਮੇਟੀ ਬਚਾਉਣ ਵਾਸਤੇ ਅੱਗੇ ਆਉਂਦੀ ਹੈ ਤਾਂ ਮੇਰਾ ਖਿਆਲ ਹੈ ਵੀ ਸ਼੍ਰੋਮਣੀ ਕਮੇਟੀ ਆਪਣਾ ਨੁਕਸਾਨ ਆਪ ਕਰਵਾਉਂਦੀ ਹੈ। ਔਰ ਇਸ ਵੇਲੇ ਹਾਲਾਤ ਜੋ ਬਣੇ ਹੋਏ ਆ, ਉਹਨਾਂ ਹਾਲਾਤਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਹ ਰਿਸਕ ਲੈ ਲੂਗਾ ਕਿ ਜਿਹੜਾ ਬੰਦਾ ਨਾਮਜ਼ਦ ਹੋ ਚੁੱਕਿਆ ਉਹਨੂੰ ਉਹ ਬਖਸ਼ ਦੇਣਗੇ, ਉਹਨੂੰ ਛੱਡ ਦੇਣਗੇ। ਚਲਾਨ ਤਾਂ ਮੇਰਾ ਖਿਆਲ ਵੀ ਇਹਦਾ ਹੋਊਗਾ ਹੀ ਹੋਊਗਾ, ਸੌਖਾ ਨਹੀਂ ਹੈ ਕਿਉਂਕਿ ਗੱਲ ਸਾਹਮਣੇ ਆ ਗਈ ਹੈ, ਸਪਸ਼ਟ ਹੋ ਗਈ। ਜੇ ਤਾਂ ਸਪਸ਼ਟ ਨਾ ਹੋਈ ਹੁੰਦੀ, ਅੰਦਰ ਖਾਤੇ ਦਬ ਜਾਂਦੀ ਤਾਂ ਦਬ ਜਾਂਦੀ। ਹੁਣ ਇਹ ਰੌਲਾ ਪੈ ਚੁੱਕਾ ਹੈ, ਗੱਲ ਸਾਫ਼ ਹੋ ਗਈ ਹੈ, ਸਾਰੀ ਮੁਸ਼ਕਿਲ ਹੈ ਜੀ। ਬਿਲਕੁਲ ਜੀ, ਮੈਂ ਨਾਲ ਜਾਣਕਾਰੀ ਦੇ ਦਾਂ ਜੀ। ਆਪਾਂ ਕਾਲਾਂ ਵੀ ਔਨ ਏਅਰ ਕਰਦੇ ਹਾਂ। ਪਿੰਡ ਬੁੱਟਰਾਂ ਦੇ ਟੋਰਾਂਟੋ ਨਿਵਾਸੀ ਪਰਿਵਾਰਾਂ ਵੱਲੋਂ ਸ਼ਹੀਦ ਬਾਬਾ ਤਾਰਾ ਸਿੰਘ ਜੀ ਦੀ ਵਾਂ ਦੀ ਯਾਦ ਵਿੱਚ ਅਖੰਡ ਪਾਠ ਕਰਵਾਏ ਜਾ ਰਹੇ ਜੀ। ਪਿੰਡ ਬੁੱਟਰ ਜ਼ਿਲ੍ਹਾ ਜਲੰਧਰ ਵੱਲੋਂ ਗੁਰਦੁਆਰਾ ਜੋਤ ਪ੍ਰਕਾਸ਼ ਦੇ ਵਿੱਚ ਜਿਹੜੇ
ਕਰੋਨਾ ਵਾਇਰਸ ਦਾ ਕਰਕੇ ਸੰਗਤਾਂ ਗੁਰੂ ਘਰ ਨਹੀਂ ਪਹੁੰਚ ਸਕਦੀਆਂ, ਪਰ PTN 24 ਤੇ ਇਹ ਜਿਹੜਾ ਪੂਰਾ ਅਖੰਡ ਪਾਠ ਲਾਈਵ ਦਿਖਾਇਆ ਜਾਊਗਾ 15, 16 ਤੇ 17 ਤਰੀਕ ਨੂੰ। ਸ਼ੁੱਕਰ, ਸ਼ਨੀ ਤੇ ਐਤਵਾਰ ਨੂੰ 15, 16 ਤੇ 17 ਨੂੰ PTN 24 ਤੇ ਇਹ ਜਿਹੜਾ ਪੂਰਾ ਅਖੰਡ ਪਾਠ ਲਾਈਵ ਦਿਖਾਇਆ ਜਾਊਗਾ ਜੀ। ਤੁਸੀਂ ਆਨੰਦ ਮਾਣ ਸਕਦੇ ਹੋ ਆਪਣੇ ਘਰਾਂ ਦੇ ਵਿੱਚ ਬੈਠੇ ਹੀ। ਪਿੰਡ ਬੁੱਟਰਾਂ ਦੇ ਜਿਹੜੇ ਜ਼ਿਲ੍ਹਾ ਜਲੰਧਰ ਦੇ ਵਿੱਚ ਹੈ ਜੀ, ਤੇ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੀ ਯਾਦ ਦੇ ਵਿੱਚ ਜਿਹੜਾ ਅਖੰਡ ਪਾਠ ਆ ਉਹ ਕਰਵਾਇਆ ਜਾ ਰਿਹਾ। ਇਹ ਤੁਹਾਨੂੰ ਜਾਣਕਾਰੀ ਦੇਣੀ ਸੀ। ਅੱਗੇ ਆਪਾਂ ਕਾਲ ਲੈਂਦੇ ਹਾਂ ਜੀ। ਹਾਂਜੀ 9200, ਸਵਾਗਤ ਹੈ ਵੀਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਭਾਈ ਦੇਖੋ, ਕਾਂਗਰਸ ਆਵੇ, BJP ਆਵੇ, ਸਿੱਧੂ ਹੋਵੇ, ਕੈਪਟਨ ਹੋਵੇ, ਕੋਈ ਵੀ ਹੋਵੇ, ਪੰਜਾਬ ਲਈ ਤਾਂ ਉਹਨਾਂ ਦਾ ਮਾਈਂਡ ਨਹੀਂ ਚੇਂਜ ਹੋਣਾ ਹੈਗਾ ਨਾ। ਪੰਜਾਬ ਲਈ ਤਾਂ ਉਹਨਾਂ ਦਾ ਮਾਈਂਡ ਉਹੀ ਰਹਿਣਾ ਹੈ ਵੀ ਇਹਨੂੰ ਤਬਾਹ ਕਰਨਾ ਤੇ ਕਰਨਾ ਹੀ ਆ ਜੀ। ਬਾਕੀ ਮੈਂ ਆਪਣੇ ਮੇਨ ਮੁੱਦੇ ਤੇ ਮੇਨ ਮੁੱਦਾ ਭਾਜੀ ਇਹ ਹੈ ਵੀ ਦੇਖੋ, ਇੰਡੀਆ ਦੇ ਵਿੱਚ ਆਪਾਂ ਦੇਖਿਆ ਸਿੱਖਾਂ ਨਾਲ ਤਾਂ ਬਹੁਤ ਚਿਰ ਤੋਂ ਹੋ ਰਿਹਾ, ਪਰ ਹੁਣ ਆਪਾਂ ਮੁਸਲਮਾਨਾਂ ਦੇ ਨਾਲ ਅੱਜ ਕੱਲ੍ਹ ਰੁਝਾਨ ਦੇਖ ਰਹੇ ਹਾਂ ਜੀ, ਕਿਵੇਂ ਉਹਨਾਂ ਨੂੰ ਜਾਣੀ ਕਿ ਧਰਮ ਦੇ ਨਾਂ ਤੇ ਬਦਨਾਮ ਕੀਤਾ ਜਾ ਰਿਹਾ ਕਰੋਨਾ ਵਾਇਰਸ ਕਰਕੇ ਨਾ। ਚਾਹੇ ਕਰੋਨਾ ਹੋਵੇ, ਚਾਹੇ ਕੁਛ ਵੀ ਹੋਵੇ, ਚਾਹੇ ਸਿੱਖ ਹੋਣ, ਚਾਹੇ ਮੁਸਲਮਾਨ, ਬਾਰੀ ਇੱਕ ਦੂਜੇ ਦੀ ਆਈ ਜਾਂਦੀ ਹੈ, ਕਦੀ ਸਿੱਖਾਂ ਦੀ ਆ ਗਈ, ਕਦੀ ਉਹਨਾਂ ਦੀ ਆ ਗਈ ਜੀ। ਪਰ ਮਾੜੀ ਗੱਲ ਇਹ ਹੈ ਵੀ ਇੱਥੇ ਵੀ ਉਹ ਰੁਝਾਨ ਸ਼ੁਰੂ ਹੋ ਗਿਆ ਨਾ। ਇੱਥੇ ਮੈਂ ਇੱਕ ਕੱਲ ਟਾਕ ਸ਼ੋਅ ਸੁਣ ਰਿਹਾ ਸੀਗਾ ਨਾ, ਹੁਣ ਤੁਸੀਂ ਦੇਖੋ ਇੱਥੇ ਹੁਣ ਗੱਲ ਕਰਨ ਦੀ ਕਿਸੇ ਬੰਦੇ ਨੇ ਕੋਸ਼ਿਸ਼ ਕੀਤੀ, ਉਹ ਰਵੀ ਹੁੱਡਾ ਨਾਂ ਦਾ ਬੰਦਾ, ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀਗਾ ਵੀ ਉਹਨੂੰ ਫੀਲਡ ਡਿਸਟ੍ਰਿਕਟ ਸਕੂਲ ਬੋਰਡ ਨੇ ਵੀ ਫਾਇਰ ਕਰਤਾ ਤੇ ਰੀਮੈਕਸ ਨੇ ਵੀ ਉਹਨੂੰ ਫਾਇਰ ਕਰਤਾ ਨਾ, ਵੀ ਇੱਥੇ ਇਹ ਗੱਲਾਂ ਨਹੀਂ ਚੱਲਦੀਆਂ ਹੈਗੀਆਂ ਜੀ। ਬਟ ਇੱਥੇ ਗੱਲ 3 ਘੰਟੇ ਪਹਿਲਾਂ ਟਾਕ ਸ਼ੋਅ ਚੱਲਿਆ ਵੀ ਕੀ ਮੁਸਲਮਾਨਾਂ ਨੂੰ ਪਰਮਿਸ਼ਨ ਦਿੱਤੀ ਚਾਹੀਦੀ ਹੈ ਕਿ ਨਹੀਂ। ਉਹ ਟਾਕ ਸ਼ੋਅ ਠੀਕ ਆ, ਆਪਣੀ ਜਗ੍ਹਾ ਟਾਕ ਸ਼ੋਅ ਸਹੀ ਸੀਗਾ ਵੀ ਦੇਣੀ ਚਾਹੀਦੀ ਜਾਂ ਨਹੀਂ, ਉਹ ਬੇਸ਼ੱਕ ਠੀਕ ਆ, ਤੁਸੀਂ ਕਰੋ ਟਾਕ ਸ਼ੋਅ, ਬਟ ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਆ ਉਹ ਸਿਰਫ ਯਾਨੀ ਕਿ ਆਪਣੇ ਆਪ ਨੂੰ ਬਚਾਉਣ ਲਈ ਵੀ ਮੇਰਾ ਟਾਕ ਸ਼ੋਅ ਸਹੀ ਹੋਵੇ, ਵੀ ਇਨਫੋਰਮੇਸ਼ਨ ਦਿੱਤੀ ਗਈ ਆ ਵੀ ਇਹ 5 ਵਾਰ ਨਮਾਜ਼ ਪੜ੍ਹਦੇ ਤੇ 5 ਵਾਰ ਇਹਦੀ ਅਨਾਉਂਸਮੈਂਟ ਕਰਨੀ ਹੈ ਸਪੀਕਰਾਂ ਦੇ, 5 ਵਾਰ ਇਹਦੀ ਉੱਚੀ ਉੱਚੀ ਪੜ੍ਹਨੀ ਆ ਨਾ। ਔਰ ਮੈਂ ਕੱਲ ਮੜੇ ਸਿਟੀ ਨੂੰ ਵੀ ਫੋਨ ਕੀਤਾ ਤੇ ਮੈਂ CBC ਦੀ ਰਿਪੋਰਟ ਵੀ ਦੇਖੀ, ਇਹਨੀ ਕਵਰ ਕੀਤੀ ਆ ਜੀ। CBC ਦੀ ਰਿਪੋਰਟ ਦੇ ਵਿੱਚ ਵੀ ਇਹੀ ਆਇਆ ਵੀ ਇਹਨੀ ਸਿਰਫ ਇੱਕ ਵਾਰ ਅਨਾਉਂਸਮੈਂਟ ਕਰਨੀ ਆ, ਉਹ ਸ਼ਾਮ ਵਾਲੀ ਨਮਾਜ਼ ਦੀ ਜਿਹੜੀ ਹੈ ਤੇ ਉਹ ਵੀ 5-6 ਮਿੰਟ ਲਈ ਕਰਨੀ ਆ ਜੀ। ਤੇ ਉਹਦੀ ਆਵਾਜ਼ ਵੀ ਪੂਰੀ ਡੈਮੋ ਰਹੂਗੀ, ਜਾਣੀ ਕਿ ਉਸ ਹਿਸਾਬ ਨਾਲ ਰਹੂਗੀ ਆਵਾਜ਼ ਵੀ ਜਿਹੜੀ ਉੱਥੇ ਆਲੇ ਦੁਆਲੇ ਸੁਣੇ ਤੇ ਹੋਰ ਕਿਤੇ ਬੜੀ ਦੂਰ ਨਾ ਜਾਵੇ ਹਨਾ ਜੀ। ਸੋ ਦਿਹਾੜੀ ਦੇ ਵਿੱਚ ਜੇ 5-6 ਮਿੰਟ ਲਈ ਉਹਨੇ ਇੱਕ ਵਾਰ ਕਰਨੀ ਆ ਅਨਾਉਂਸਮੈਂਟ, ਤੇ ਮੇਰੇ ਖਿਆਲ ਨਾਲ ਆਪਾਂ ਨੂੰ ਕੋਈ ਹਰਜ ਨਹੀਂ ਹੋਣਾ ਚਾਹੀਦਾ ਜੇ ਤੇ ਪੀਸ ਬਣਿਆ ਰਹਿੰਦਾ ਤਾਂ। ਬਿਲਕੁਲ ਸਮਝ ਰਹੇ ਤੁਸੀਂ। ਬਟ ਮੈਨੂੰ ਗੁੱਸਾ ਇਸ ਗੱਲ ਦਾ ਹੈ ਵੀ ਦੇਖੋ ਇੱਥੇ ਇੱਕ ਲੌਬੀ ਨੇ ਉਹਨਾਂ ਦੇ ਖਿਲਾਫ ਪਟੀਸ਼ਨ ਵੀ ਪਾਈ ਹੈ ਤੇ ਕੋਰਟ ਕੇਸ ਦੀ ਵੀ ਗੱਲ ਕੀਤੀ ਜਾ ਰਹੀ ਹੈ, ਤੇ ਲੌਬੀ ਉਹੀ ਆ ਜੋ ਸਿੱਖਾਂ ਦੇ ਮਸਲੇ 'ਚ ਵੀ ਲੱਤ ਉਡਾਉਂਦੀ ਹੈ। ਸੋ ਸੋਚਣ ਵਾਲੀ ਬੜੀ ਗੱਲ ਵਿੱਚ ਇਹ ਆ ਵੀ ਜੇ ਆਪਾਂ ਟਾਕ ਸ਼ੋਅ ਕਰਨਾ ਤੇ ਵਿੱਚ ਕਿਉਂ ਨਾ ਆਪਾਂ ਪ੍ਰੋਪਰ ਫੈਕਟਸ ਦੇ ਕੇ ਕਰੀਏ, ਕਿਉਂ ਆਪਾਂ ਕਿਸੇ ਦੇ ਐਵੇਂ ਧੱਕੇ ਨਾਲ ਇੰਜਾਮ ਲਾਉਂਦੇ ਕਿਸੇ ਦੇ। ਸਾਡੇ ਨਾਲ ਤਾਂ ਆਲਰੇਡੀ ਹੋ ਰਿਹਾ ਹੈ ਜੀ। ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਵੀ ਹੁਣ ਮੈਂ CBC ਰਿਪੋਰਟ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੋਊਗੀ ਤਾਂ ਤੁਸੀਂ ਪਲੀਜ਼ ਅਪਡੇਟ ਕਰ ਦਿਓ, ਸ਼ਾਇਦ ਮੈਂ ਗਲਤ ਹੋਵਾਂ, ਪਰ ਮੈਂ CBC ਰਿਪੋਰਟ ਵੀ ਦੇਖੀ ਆ ਤੇ ਮੈਂ ਸਿਟੀ ਨੂੰ ਵੀ ਫੋਨ ਕੀਤਾ ਵੀ ਤੁਸੀਂ ਕਿੰਨੀ ਪਰਮਿਸ਼ਨ ਦਿੱਤੀ। ਉਹਨੇ ਮੈਨੂੰ ਸਾਫ਼ ਕਿਹਾ ਵੀ ਇੱਕ ਵਾਰ ਇਹਨਾਂ ਨੇ ਇਹ ਨਹੀਂ ਕਰਨਾ ਅਨਾਉਂਸਮੈਂਟ, ਕਿਉਂਕਿ 5 ਵਾਰ ਨਮਾਜ਼ ਪੜ੍ਹਦੇ ਆ ਜ਼ਰੂਰ ਦਿਹਾੜੀ ਦੇ ਵਿੱਚ ਮੁਸਲਮਾਨ, ਸਾਰਿਆਂ ਨੂੰ ਪਤਾ ਜੀ। 5 ਵਾਰ ਅਨਾਉਂਸਮੈਂਟ ਨਹੀਂ ਹੋਣੀ, ਅਨਾਉਂਸਮੈਂਟ ਸਿਰਫ ਨਹੀਂ ਰਾਤ ਵਾਲੀ ਕਰਨੀ ਹੈ ਜਿਹੜੀ ਐਂਡ ਵਾਲੀ ਮੇਰੇ ਖਿਆਲ ਨਾਲ ਹੁੰਦੀ, ਜਦੋਂ ਖੋਲ੍ਹਣਾ ਹੁੰਦਾ ਰੋਜ਼ਾ ਆਈ ਥਿੰਕ ਜੀ, ਉਦੋਂ ਉਹਦੀ ਅਨਾਉਂਸਮੈਂਟ ਕਰਨੀ ਆ 5-6 ਮਿੰਟ ਲਈ, ਤੇ ਜੋ ਵੀ ਉਹ ਕਰਦੇ ਹੁੰਦੇ ਅਜ਼ਾਨ ਪੜ੍ਹਦੇ ਆ ਤੇ ਉਹਨੇ ਕਰਨੀ ਵੀ ਯਾਨੀ ਕਿ ਉਸ ਤਰੀਕੇ ਨਾਲ ਵੀ ਜਿਹੜਾ ਬਾਹਲਾ ਰੌਲਾ ਰੱਪਾ ਨਾ ਪਵੇ। ਤੇ ਇੰਨੀ ਕਿ ਦੇ ਨਾਲ ਜੇ ਇੱਥੇ ਕਮਿਊਨਿਟੀ ਦੇ ਵਿੱਚ ਭਾਈਚਾਰਾ ਬਣਿਆ ਰਹਿੰਦਾ ਤੇ ਆਈ ਡੋਂਟ ਥਿੰਕ ਆਪਾਂ ਨੂੰ ਕੋਈ ਮਸਲਾ ਉਠਾਉਣਾ ਚਾਹੀਦਾ ਆ। ਤੇ ਪਿਛਲੇ 2 ਦਿਨ ਤੋਂ ਮੇਰੇ ਖਿਆਲ ਨਾਲ ਚਾਲੂ ਹੋ ਚੁੱਕੀ ਹੈ ਤੇ ਮੈਨੂੰ ਤਾਂ ਮੇਰੇ ਘਰ ਦੇ ਲਾਗੇ ਕੁਝ ਨਹੀਂ ਸੁਣੀ, ਆਵਾਜ਼ ਕੋਈ ਨਹੀਂ ਸੁਣਿਆ। ਤੇ ਮੇਰੇ ਘਰ ਦੇ ਕੋਲ 2 ਮਸੀਤਾਂ ਆ, ਇੱਕ ਹੈਗੀ ਆ 1.5 ਕਿਲੋਮੀਟਰ ਤੇ ਇੱਕ ਹੈਗੀ ਆ 500 ਮੀਟਰ ਤੇ ਜੀ। ਬਿਲਕੁਲ ਵੀਰੇ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਿਹੜੀ ਇਹ ਨਮਾਜ਼ ਆ ਉਹ ਸਿਰਫ ਜਿਹੜਾ ਉਹ ਅੰਦਰ ਹੀ ਨੇੜੇ ਹੀ ਸੁਣਦੀ ਹੈ ਜੀ, ਕੋਈ ਦੂਰ ਨਹੀਂ ਗਾ, ਇੰਡੀਆ ਵਾਲਾ ਕੰਮ ਨਹੀਂ ਗਾ ਵੀ 10-10 ਕਿਲੋਮੀਟਰ ਤੱਕ। ਇਹ ਸਿਰਫ ਇੱਕ ਵਾਰੀ ਲਈ ਕਿਹਾ ਗਿਆ ਵੀ ਸ਼ਾਮ ਨੂੰ ਜਿਹੜਾ ਅਨਾਉਂਸ ਕੀਤਾ ਜਾਊਗਾ। ਗੱਲ ਤੁਹਾਡੀ ਸਹੀ ਆ। ਬਾਕੀ ਜਿਹੜਾ ਕੋਈ ਵੀ ਧਰਮ ਆ, ਉਹ ਜਿਹੜਾ ਵੀ ਉਸ ਧਰਮ ਨੂੰ ਮੰਨਦਾ ਉਹਨੂੰ ਮੁਬਾਰਕ ਆ ਜੀ, ਕਿ ਆਪਾਂ ਨੂੰ ਕੋਈ ਹੱਕ ਨਹੀਂ ਬਣਦਾ ਕਿਸੇ ਦੇ ਵੀ ਧਰਮ ਤੇ ਉਂਗਲ ਚੱਕਣ ਵਾਸਤੇ। ਜੇ ਸਾਡੇ ਲਈ ਉਂਗਲ ਚੱਕੀਏ ਤੇ ਫਿਰ ਸਾਨੂੰ ਬੜਾ ਦੁੱਖ ਲੱਗਦਾ। ਹਰੇਕ ਬੰਦੇ ਨੂੰ ਆਪਣਾ ਧਰਮ ਮੁਬਾਰਕ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 2156। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤੇ ਢਿੱਲੋਂ ਸਾਹਿਬ ਜੀ ਨੂੰ ਸਤਿ ਸ੍ਰੀ ਅਕਾਲ। ਮੈਂ ਗੱਲ ਕਰਨੀ ਸੀ, ਕਾਲ ਸੀਗੀ ਤੁਹਾਡੀ, ਉਹ ਕਹਿੰਦੇ ਸੀ ਵੀ ਦਾੜੀ ਖੁੱਲੀ ਛੱਡੀਓ ਜਾਂ ਬਣੀਓ ਜੀ। ਦੇਖੋ ਸਾਨੂੰ ਇਹ ਛੋਟੀਆਂ ਗੱਲਾਂ ਵਿੱਚ ਨਹੀਂ ਫਸਣਾ ਚਾਹੀਦਾ। ਅਸੀਂ ਇਹ ਦੇਖੀਏ ਪੰਜਾਬ ਦਾ ਭਲਾ ਕੌਣ ਕਰਦਾ, ਚਾਹੇ ਉਹਨੇ ਦਾੜੀ ਖੁੱਲੀ ਛੱਡੀ ਹੋਵੇ ਬਣੀ ਹੋਵੇ, ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਸਿਰਫ ਪੰਜਾਬ ਦਾ ਭਲਾ ਹੁੰਦਾ ਰਹੀ। ਜੇ ਅਸੀਂ ਦਾੜੀਆਂ 'ਚ ਰਹਿ ਗਏ, ਪੰਜਾਬ ਦਾ ਭਲਾ ਤਾਂ ਬਹੁਤ ਦੂਰ ਆ ਜੀ। ਆਪਣੀ ਸੋਚ ਨੂੰ ਲੰਬੀ ਰੱਖੀਏ, ਨਾ ਕਿ ਉਹ ਮੂੰਹ ਤੋਂ ਪੈਰਾਂ ਤੱਕੇ ਹੋਵੇ ਸੋਚ, ਬਰਾੜ ਸੋਚ ਹੋਵੇ ਉਹ ਕੁਛ ਕੰਮ ਕਰੂਗੀ। ਜੇ ਅਸੀਂ ਦਾੜੀਆਂ ਦੇ ਖੁੱਲੀਆਂ ਤੇ ਬਣੀਆਂ ਚੱਕਰ 'ਚ ਪੈ ਗਏ ਨਾ, ਇਹ ਸਾਡਾ ਕੁਛ ਨਹੀਂ ਸੁਧਰਨਾ। ਸਾਡੇ ਗੁਰੂਆਂ ਦੇ ਟਾਈਮ 'ਤੇ ਇੱਕ ਬੰਦਾ ਹੁੰਦਾ ਸੀ, ਸਿੰਘ ਸੀਗਾ, ਉਹਨੂੰ ਕੈਂਠਾ ਪਾਉਣ ਦਾ ਸ਼ੌਕ ਸੀ ਤੇ ਮੈਨੂੰ ਉਹਦਾ ਨਾਂ ਤਾਂ ਭੁੱਲ ਗਿਆ, ਢਿੱਲੋਂ ਸਾਹਿਬ ਯਾਦ ਹੋਊ। ਫਿਰ ਗੁਰੂਆਂ ਨੇ ਉਹਨੂੰ ਛੋੜ ਦੇ ਦਿੱਤੀ ਸੀ
ਤੂੰ ਦਾੜੀ ਬਣ ਸਕਦਾ ਕਿਉਂਕਿ ਤੇਰਾ ਕੈਂਸਰ ਦੀ ਤਾਂ ਨਹੀਂ, ਤੂੰ ਦਾੜੀ ਖੁੱਲੀ ਛੱਡ ਦੇਣਾ। ਤੇ ਜਦ ਗੁਰੂਆਂ ਨੇ ਛੋਟਾਂ ਦੇਤੀਆਂ ਸੀਗੀਆਂ ਏਦਾਂ ਦੀਆਂ ਛੋਟੀਆਂ ਤੇ ਚਲੋ ਉਹ 'ਚ ਕੋਈ ਨੁਕਸਾਨ ਨਹੀਂ, ਬਈ ਅਸੀਂ ਕਿਉਂ ਇਹ 'ਚ ਰੋਜ਼ ਐਵੇਂ ਉਲਝਦੇ ਹਾਂ। ਅਸੀਂ ਦੇਖੀਏ ਸਾਡਾ ਭਲਾ ਕੌਣ ਕਰਦਾ, ਚੰਗਾ ਲੀਡਰ ਹੋਵੇ ਤਾਂ ਅਸੀਂ ਦਾੜੀਆਂ ਬੰਨੀਆਂ ਖੁੱਲੀਆਂ ਸਿਰ ਬਾਹਰ ਲਾਣਾ ਦੇਖੀਏ, ਉਹਦਾ ਅੰਦਰ ਕਿਹੋ ਜਿਹਾ ਕੀ ਕਰਨਾ ਚਾਹੁੰਦਾ ਇਹ ਦੇਖਣਾ ਚਾਹੁੰਦਾ ਮੈਂ, ਬਸ ਇਹ ਨਹੀਂ ਕਹਿਣਾ ਚਾਹੁੰਦਾ। ਹਾਂ ਧੰਨਵਾਦ ਜੀ। ਉਹ ਵੀਰ ਹੋਣਾ ਤਾਂ ਵੀ ਸਿਰਫ ਇਤਿਹਾਸ ਜਾਣਨ ਦਾ ਹੀ ਸੀ ਜੀ, ਉਹਨਾਂ ਨੇ ਇਤਿਹਾਸ ਜਾਣਿਆ ਵੀ ਇਤਿਹਾਸ ਕੀ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ। ਧੰਨਵਾਦ ਜੀ, ਤੁਹਾਡੇ ਵਿਚਾਰ ਜਿਹੜੇ ਆ ਆਨ ਏਅਰ ਜਾ ਚੁੱਕੇ ਆ। ਹਾਂਜੀ ਵੀਰ ਜੀ, ਸਵਾਗਤ ਆ ਤੁਹਾਡਾ 2831। ਹਾਂਜੀ ਚੰਦੀ ਸਾਹਿਬ ਤੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਵਾਗਤ ਆ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਇੱਕ ਨਾ ਪ੍ਰੋਬਲਮ ਹੈ ਆਪਣੇ, ਖਾਸ ਕਰਕੇ ਚਲੋ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਦਾ। ਹੁਣ ਠੀਕ ਆ, ਚਲੋ ਬਾਵੇ ਨੇ ਗੀਤ ਗਾਇਆ ਹਨਾ, ਮੈਂ ਪਰ ਇਸ ਚੀਜ਼ ਦਾ ਵੀ ਮੈਨੂੰ ਕਈ ਵਾਰੀ ਲੱਗਦਾ ਵੀ ਜਦੋਂ ਆਪਾਂ ਉਹਨਾਂ ਨੂੰ ਕਹਿੰਦੇ ਆ, ਕਿਉਂਕਿ ਆਪਾਂ ਜ਼ਿੰਦਗੀ ਜਿਉਣੀ ਆ ਆਪਣੇ ਦੇ ਹਿਸਾਬ ਨਾਲ, ਜਿਹੜੀ ਚੀਜ਼ ਸਾਨੂੰ ਇਫੈਕਟ ਨਹੀਂ ਕਰਦੀ, ਕੋਈ ਚਾਹੇ ਗਊ ਮੂਤਰ ਪੀਵੇ ਜੋ ਮਰਜ਼ੀ ਪੀਵੇ ਹਨਾ, ਹਰੇਕ ਨੂੰ ਆਪਣੀ ਆਜ਼ਾਦੀ ਆ। ਹੁਣ ਕੱਲ ਪਰਸੋਂ ਮੈਂ ਦੇਖਿਆ ਇਹ ਚੀਜ਼ ਚੱਲੀ, ਚਲੋ ਠੀਕ ਹੈ, ਮੈਂ ਕਲਾਕਾਰਾਂ ਦੀ ਮੈਂ ਇੰਨੀ ਕੁ ਸਮਝਦਾ ਚਲੋ ਵੀ ਇਹਨਾਂ ਨੇ ਨਾ ਪਬਲਿਸਿਟੀ ਚਾਉਣਾ ਹੁੰਦਾ, ਕੋਈ ਵੀ ਕਲਾਕਾਰ ਹੈ, ਕਿਉਂਕਿ ਮੈਂ ਅੰਦਰੋਂ ਦੇਖਿਆ ਜਿਹੜੇ ਬਾਹਰੋਂ ਬਹੁਤ ਡਰ ਨੇ ਜੀ, ਬੜੇ ਵਧੀਆ ਬਣ ਕੇ ਰਹਿੰਦੇ ਨੇ, ਅੰਦਰੋਂ ਉਹਨਾਂ ਦੇ ਕਿਰਦਾਰ ਬੜੇ ਨਾਮੀ ਕਲਾਕਾਰ ਨੇ। ਜੇ ਉਹਨਾਂ ਦੀ ਰੇਡੀਓ ਤੇ ਗੱਲ ਕਰਦੀ ਨਾ ਤਾਂ ਉਹਨਾਂ ਦੇ ਜਿਹੜੇ ਸਪੋਰਟਰ ਨੇ ਸਾਨੂੰ ਗਾਲਾਂ ਕੀ ਸਾਡੇ ਘਰਾਂ ਤੱਕ ਪਹੁੰਚ ਜਾਣਗੇ ਉਹ ਜੀ ਤੇ ਇੰਨਾ ਮਤਲਬ ਲੋਕ ਉਹਨਾਂ ਨਾਲ ਇਨ ਟੱਚ ਹੈਗੇ ਨੇ। ਤੇ ਇਹਦੇ ਵਿੱਚ ਨਾ ਤੁਸੀਂ ਚਲੋ ਉਹਨੇ ਕਿਹਾ, ਪਰ ਮੈਂ ਕਹਿੰਦਾ ਨਾ ਕਿ ਅਸੀਂ ਆਪਣੇ ਹਿਸਾਬ ਨਾਲ ਜੇ ਦੇਖੀਏ ਦੁਨੀਆ ਅਸੀਂ ਕਿਵੇਂ ਜਿਉਣੀ ਆ, ਅਸੀਂ ਆਪਣੇ ਪਰਿਵਾਰ ਨੂੰ ਕੀ ਸੇਧ ਦੇਣੀ ਆ, ਉੱਥੇ ਤੱਕ ਆਪਾਂ ਰੱਖੀਏ। ਅਸੀਂ ਆਪਣੇ ਧਰਮ ਦੇ ਵਿੱਚ ਪਹਿਲਾਂ ਅਸੀਂ ਜਿਹੜੀ ਪਰਪੱਕਤਾ, ਜਿਹੜੇ ਧਰਮ 'ਚ ਸਾਡਾ ਜਨਮ ਹੋਇਆ ਉਹਦੇ 'ਚ ਅਸੀਂ ਕੀ ਸੁਧਾਰ ਕੀਤਾ, ਤਾਂ ਉਹਦੇ ਨਾਲ ਕੀ ਮਤਲਬ ਅਸੀਂ ਕੀ ਉਹਦੇ ਨਾਲ ਅਸੀਂ ਪ੍ਰੋਪਰ ਨਿਆਂ ਕਰ ਸਕੇ ਹਾਂ ਜਿਹੜਾ ਸਾਨੂੰ ਸਿਧਾਂਤ ਮਿਲਿਆ ਸੀਗਾ। ਹੁਣ ਉਹਦੇ ਵਿੱਚ ਜਿਹੜਾ ਆਹ ਚੱਲ ਰਿਹਾ ਹੁਣ ਨਾ, ਇੱਕ ਹੋਰ ਵੀ ਅੱਜ ਕੱਲ੍ਹ ਦੇਖਦੇ ਹਾਂ ਆਪਾਂ, ਮੈਨੂੰ ਲੱਗਦਾ ਜਿੰਨੀ ਦੂਸਰੇ ਦੀ ਮਤਲਬ ਜਦੋਂ ਅਸੀਂ ਕਹਿਣਾ ਨਾ ਕਿ ਅਸੀਂ ਬਹੁਤ ਪ੍ਰਾਊਡ ਕਰਦੇ ਹਾਂ ਅਸੀਂ ਆਪਣੇ ਧਰਮ ਤੇ, ਮੈਨੂੰ ਲੱਗਦਾ ਨਾ ਉਹ ਧਰਮ ਸ਼ਾਇਦ ਤੁਹਾਡੇ 'ਚ ਹਉਮੈ ਭਰ ਰਿਹਾ। ਜਦੋਂ ਕਈ ਬੰਦੇ ਕਹਿੰਦੇ ਨੇ ਫਲਾਣਿਆਂ ਦਾ ਧਰਮ ਸੈੱਟ ਮਾੜਾ ਹੈ, ਸਾਡਾ ਚੰਗਾ, ਉਹ ਸ਼ਾਇਦ ਉਹ ਤੁਸੀਂ ਆਪਣੇ ਧਰਮ ਨੂੰ ਨਿਭਾ ਕੇ ਨਾ ਤੁਹਾਨੂੰ ਉਹ ਮਤਲਬ ਦੂਜੇ ਆਪਾਂ ਗਰਕਣ ਵਾਲੇ ਪਾਸੇ ਲੈ ਕੇ ਜਾ ਰਿਹਾ, ਕਿਉਂਕਿ ਜਿਹੜੀ ਹਉਮੈ ਆ ਉਹ ਵੀ ਇੱਕ ਮਾੜੀ ਚੀਜ਼ ਆ, ਤੁਹਾਨੂੰ ਇਨਸਾਨੀਅਤ ਤੋਂ ਦੂਰ ਕਰਦੀ ਜਾਂਦੀ ਹੈ ਬਾਈ ਜੀ। ਹੁਣ ਦੇਖੋ ਚਲੋ ਠੀਕ ਆ, ਸਾਡੇ ਨਾਲ ਪਹਿਲਾਂ ਧੱਕਾ ਵੀ ਹੋਇਆ, ਹਰੇਕ ਦੀ ਖਾਲਿਸਤਾਨ ਦੀ ਤੁਸੀਂ ਮੰਗ ਵੀ ਕਰ ਸਕਦੇ ਆ ਲਾਅ ਦੇ ਵਿੱਚ ਰਹਿ ਕੇ, ਕਿਉਂਕਿ ਸਾਨੂੰ ਪਹਿਲਾਂ ਸਾਡੇ ਹੱਕ ਨਹੀਂ ਮਿਲੇ, ਲੋਕਾਂ ਦੇ ਵਿੱਚ ਉਸ ਚੀਜ਼ ਦਾ ਰੋਸ ਵੀ ਹੈਗਾ। ਪਰ ਖਾਲਿਸਤਾਨ ਦੀ ਮੰਗ ਦੇ ਨਾਲ ਨਾ ਬਾਈ ਜੀ, ਜਿਵੇਂ ਹੁਣ ਆਪਾਂ ਜਿਊਸ਼ਾਂ ਦੀ ਕਈ ਵਾਰੀ ਆਪਾਂ ਜਿਊਸ਼ਾਂ ਦਾ ਕਹਿੰਦੇ ਆ ਵੀ ਉਹਨਾਂ ਨੇ ਦੇਖੋ ਜੀ ਦੇਸ਼ ਬਣਾਏ ਨੇ, ਉਵੇਂ ਸਾਡਾ ਵੀ ਮਤਲਬ ਸਾਡੇ ਵੀ ਹੱਕ ਹੈਗਾ, ਅਸੀਂ ਆਪਣੇ ਦੇਸ਼ ਦੀ ਮਤਲਬ ਉਸ ਨਿਰਮਾਣ ਕਰ ਸਕਦੇ ਹਾਂ ਉਹ ਚੀਜ਼ ਨੂੰ ਨਾਲ ਲੈ ਕੇ ਜੀ। ਸੋ ਉਹਨਾਂ ਨੇ ਨਾਲ ਨਾ ਉਹਨਾਂ ਨੇ ਚਲਾਈ ਜ਼ਰੂਰ, ਉਹਨਾਂ ਨੇ ਮੁਹਿੰਮ ਨਾਲ ਰੱਖੀ, ਨਾਲ ਉਹਨਾਂ ਨੇ ਕਾਬਲੀਅਤਾਂ ਪੈਦਾ ਕੀਤੀ, ਮਤਲਬ ਪੜ੍ਹਾਈ ਵਾਲੇ ਪਾਸੇ ਲੋਕਾਂ ਦਾ ਜਿਹੜਾ ਮਤਲਬ ਜੀਵਨ ਪੱਧਰ ਸੀ ਉਹਨੂੰ ਬੜਾ ਉੱਚਾ ਉਹਨਾਂ ਨੇ ਨਾਲ ਦੀ ਨਾਲ ਕਰਦੇ ਰਹੇ ਉਸ ਤੇ ਕੰਮ ਨਾ ਜੀ। ਹੁਣ ਸਾਡੀ ਸੰਘਰਸ਼ ਦੀ ਲੜਾਈ ਤਾਂ ਨਾਲ ਚੱਲ ਰਹੀ ਹੈ, ਪਰ ਇਹਦੇ ਪਾਸੇ ਬਹੁਤ ਘੱਟ ਧਿਆਨ ਆ। ਤੁਸੀਂ ਦੇਖਿਓ ਆਪਣੇ ਆਲੇ ਦੁਆਲੇ ਦੇਖ ਲਿਓ ਵੀ ਕਿੰਨੇ ਕੁ ਲੋਕ ਪੜ੍ਹਾਈ ਨੂੰ ਤਰਜੀਹ ਦਿੰਦੇ ਨੇ, ਜਾਂ ਇੱਕ ਬੌਧਿਕ ਵਿਕਾਸ ਵਾਲੇ ਪਾਸੇ ਸਾਡਾ ਕਿੰਨਾ ਕੁ ਧਿਆਨ ਹੈ। ਇੱਕ ਬਾਈ ਜੀ ਹੋਰ ਵੀ ਚੀਜ਼ ਆ ਨਾ, ਜਿਵੇਂ ਆਪਾਂ ਕਹਿੰਦੇ ਆ ਵੀ ਉਹ ਜੀ ਐਵੇਂ ਤਰੱਕੀ ਕਰ ਗਏ, ਉਹਨਾਂ ਦਾ ਕਾਰਨ ਹੈ ਇੱਕ, ਜਦੋਂ ਤੁਸੀਂ ਕੋਈ ਬਿਜ਼ਨਸ ਕਰਦਾ ਆਪਣਾ ਬੰਦਾ ਹਨਾ ਜੀ, ਤੇ ਆਪਣੇ ਬੰਦੇ ਹਮੇਸ਼ਾ ਨੈਗੇਟਿਵ ਕਰਨਗੇ ਕਿ ਉਹਦੀਆਂ ਲੱਤਾਂ ਕਿਵੇਂ ਖਿੱਚਣੀਆਂ ਨੇ, ਉਹਦਾ ਬਿਜ਼ਨਸ ਕਿਵੇਂ ਫੇਰ ਕਰਨਾ। ਹੁਣ ਤੁਸੀਂ ਆ ਰੇਡੀਓ ਚੈਨਲ 'ਚ ਤੁਹਾਨੂੰ ਤਜਰਬਾ ਹੋ ਹੀ ਗਿਆ ਆਲੇ ਦੁਆਲੇ ਜੀ, ਠੀਕ ਹੈ ਨਾ। ਸੋ ਉਹਦੇ ਵਿੱਚ ਜਿਹੜੇ ਜਿੰਨੇ ਜੂਇਸ਼ ਨੇ, ਹੁਣ ਅਸੀਂ ਟਰਾਂਸਪੋਰਟੇਸ਼ਨ 'ਚ ਹੈਗਾ, ਮੈਂ ਜਾਂਦੇ ਹਾਂ ਵੇਅਰ ਹਾਊਸਾਂ 'ਚ, ਜਿੰਨੇ ਨਾਲ ਗੱਲ ਕਰੀ ਦੀ ਯੰਗ ਮੁੰਡੇ ਨੇ, ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤੇ ਨੇ ਜਿਊਸਾਂ ਨੇ। ਉਹ ਆਪ ਤਾਂ ਕਰ ਨਹੀਂ ਸਕਦੇ ਸੀ ਜਿਊਸ਼, ਉਹ ਆਪਣੀ ਕਮਿਊਨਿਟੀ 'ਚ ਹੈਲਪ ਕਰਦੇ ਨੇ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਮਦਦ ਕਿਵੇਂ ਹੁੰਦੀ ਆ, ਉਹ ਕਹਿੰਦੇ ਅਸੀਂ ਜਦੋਂ ਕੋਈ ਨਵਾਂ ਬੰਦਾ ਬਿਜ਼ਨਸ ਸ਼ੁਰੂ ਕਰਦਾ, ਚਰਚ ਦੇ ਵਿੱਚ ਸਾਡੀ ਗੈਦਰਿੰਗ ਹੁੰਦੀ ਆ, ਜਿਹੜੀ ਉਹਨਾਂ ਦੀ ਉਹਨੂੰ ਕੁਛ ਹੋਰ ਕਹਿੰਦੇ ਨੇ, ਚਰਚ ਨਹੀਂ ਸਿਨਾਗੋਗ ਕਹਿੰਦੇ ਨੇ, ਉਹਦੇ ਵਿੱਚੋਂ ਪੈਸੇ ਇਕੱਠੇ ਕਰਦੇ ਨੇ ਵੀ ਦੱਸ ਭਾਈ ਤੈਨੂੰ ਕੀ ਲੋੜ ਆ, ਕਿਹੜਾ ਬਿਜ਼ਨਸ ਕਰਨਾ, ਓਕੇ ਠੀਕ ਆ, ਤੂੰ ਆਹ ਲੈਣਾ, ਤੇਰਾ ਰॉ ਮਟੀਰੀਅਲ ਮੈਂ ਦਊਂਗਾ, ਤੈਨੂੰ ਲਿੰਕ ਵੀ ਮੈਂ ਕੱਢ ਕੇ ਦਊਂਗਾ। ਉਹ ਬੰਦਿਆਂ ਦੀ ਮਦਦ ਕਰਦੇ ਨੇ ਇੱਕ ਦੂਜੇ ਦੀ ਨਾ, ਜੋ ਕਿ ਇੱਕ ਕਮਿਊਨਿਟੀ ਨੂੰ ਮਤਲਬ ਸਟਰੋਂਗ ਕਰਨ ਵਾਸਤੇ। ਹੁਣ ਸਾਡੇ ਏਕੇ ਦੀ ਮੈਂ ਦੱਸਦਾ, ਹੁਣ ਆਪਣੇ ਜਿੰਨਾ ਬੰਦੇ ਨੂੰ ਬਿਜ਼ਨਸ 'ਚ ਫੇਲ ਕਿਵੇਂ ਕਰਨਾ ਉਧਰ ਵਾਲੇ ਪਾਸੇ ਹੁੰਦਾ, ਚਾਹੇ ਮੇਰਾ ਨੁਕਸਾਨ ਹੋ ਜੇ ਜੀ। ਹੁਣ ਇਹ ਹਿੰਦੂ ਕਮਿਊਨਿਟੀ 'ਚ ਬੜਾ ਘੱਟ ਹੈ ਜੀ। ਮੈਂ ਚਲੋ ਹੁਣ ਅਸੀਂ ਲਾਲੇ ਬਾਣੀਆਂ ਨਾਲ, ਸਾਡਾ ਆੜਤੀਆਂ ਨਾਲ ਵੀ ਰਿਹਾ ਜੀ, ਉਹ ਵੀ ਬਿਜ਼ਨਸ ਕਰਦੇ ਨੇ। ਸੋ ਸਾਨੂੰ ਪਹਿਲਾਂ ਆਪਣੀ ਕਮਿਊਨਿਟੀ ਦੇ ਪੱਖੋਂ ਨਾ ਸਾਨੂੰ ਸਮਾਜਿਕ ਤੌਰ ਤੇ ਸਟਰੋਂਗ ਹੋਣ ਦੀ ਲੋੜ ਹੈ ਜੀ। ਫਿਰ ਅਸੀਂ ਦੂਜੇ ਧਰਮ ਵਾਲੇ ਪਾਸੇ ਤਾਂ ਮੈਨੂੰ ਲੱਗਦਾ ਜਿਹੜਾ ਧਰਮ ਹੈ ਨਾ ਜੀ, ਉਹ ਇੱਕ ਬੰਦੇ ਤੇ ਰੱਬ ਦੇ ਵਿਚਲਾ ਇੱਕ ਉਹ ਆ,
ਇੱਕੋ ਇੱਕ ਮਤਲਬ ਆਪਾਂ ਕਹਿ ਸਕਦੇ ਕਿ ਪ੍ਰਾਈਵੇਟ ਰਿਸ਼ਤਾ ਰੱਬ ਦੇ ਨਾਲ ਤੁਹਾਡਾ, ਉਹ ਤੁਸੀਂ ਕਿਵੇਂ ਨਿਭਾਉਂਦੇ ਹੋ। ਤੇ ਕਈ ਵਾਰੀ ਬੰਦੇ ਪੁੱਛਦੇ ਨੇ ਨਾ ਵੀ ਤੂੰ ਦੱਸ, ਹੁਣ ਕਈ ਵਾਰੀ ਸਵਾਲ ਕਰ ਲੈਂਦੇ ਤੁਸੀਂ ਦੱਸੋ ਤੁਸੀਂ ਸਿੱਖ ਹੈਗੇ ਕਿ ਨਹੀਂ ਹੈਗੇ ਨਾ, ਕਈ ਵਾਰੀ ਲੋਕ ਏਦਾਂ ਵੀ ਸਵਾਲ ਕਰ ਲੈਂਦੇ ਨੇ। ਸੋ ਉਹ ਉਧਰਲੇ ਪਾਸੇ ਨੂੰ ਆਪਾਂ ਜੇ ਘੱਟ ਦਈਏ, ਆਪਾਂ ਆਪਣੇ ਹਿਸਾਬ ਨਾਲ ਹੀ ਸੋਚੀਏ ਤੇ ਅਸੀਂ ਆਪਣੇ ਪਰਿਵਾਰ ਨੂੰ ਕੀ ਦੇ ਰਹੇ ਹਾਂ, ਸਮਾਜ ਨੂੰ ਦੇ ਰਹੇ ਹਾਂ। ਜੇ ਉਧਰ ਨੂੰ ਰਹੀਏ ਨਾ, ਦੁਨੀਆ ਬਹੁਤ ਮੈਨੂੰ ਲੱਗਦਾ ਵਧੀਆ ਹੋ ਸਕਦੀ ਹੈ। ਹੁਣ ਕਰੋਨਾ ਤੋਂ ਬਾਅਦ ਤਾਂ ਸਾਨੂੰ ਹੋਰ ਵੀ ਇਸ ਵਾਲੇ ਪਾਸੇ ਸੋਚਣਾ ਚਾਹੀਦਾ। ਆਪਣੇ ਵਧੀਆ ਚਲੋ ਸਾਰੇ ਲੋਕ ਸਿੱਖਾਂ ਨੂੰ ਖਾਲਿਸਤਾਨ ਦੀ ਮੰਗ ਜਾਰੀ ਰੱਖਣੀ ਚਾਹੀਦੀ ਹੈ, ਪਰ ਇਹਨਾਂ ਚੀਜ਼ਾਂ ਤੇ ਵੀ ਮਤਲਬ ਸੋਚਣਾ ਚਾਹੀਦਾ ਨਾਲ ਨਾਲ ਨਾ। ਮੈਂ ਤੁਹਾਡੇ ਵਿਚਾਰ ਸਪੈਸ਼ਲੀ ਤੁਸੀਂ ਦਿਓ, ਤੇ ਜੇ ਢਿੱਲੋਂ ਸਾਹਿਬ ਨੇ ਕੋਈ ਕਰੈਕਸ਼ਨ ਕਰਨੀ ਹੈ ਇਹਦੇ ਚ ਜ਼ਰੂਰ ਮੈਨੂੰ ਦੱਸਿਆ ਜਾਵੇ ਬਾਈ। ਧੰਨਵਾਦ ਜੀ, ਧੰਨਵਾਦ ਜੀ। ਪਹਿਲਾਂ ਆਪਾਂ ਢਿੱਲੋਂ ਸਾਹਿਬ ਦੀ ਗੱਲ ਸੁਣਦੇ ਹਾਂ ਜੀ। ਢਿੱਲੋਂ ਸਾਹਿਬ। ਬਿਲਕੁਲ ਜੀ, ਜਿਹੜਾ ਧਰਮ ਹੈ, ਧਰਮ ਹਰ ਇੱਕ ਬੰਦੇ ਦਾ ਇੱਕ ਪ੍ਰਾਈਵੇਟ ਮਾਮਲਾ ਹੈ ਜੀ। ਜਿਹੜਾ ਬੰਦਾ, ਇਹ ਆਸਥਾ ਦਾ ਸਵਾਲ ਹੁੰਦਾ ਹੈ, ਕੋਈ ਆਸਤਕ ਹੈ ਕੋਈ ਨਾਸਤਕ ਹੈ। ਜਿਹੜੇ ਬੰਦੇ ਨਾਸਤਕ ਹੈ, ਨਾਸਤਕਾਂ ਦਾ ਮਤਲਬ ਵੀ ਇਹ ਹੈ ਕਿ ਉਹਨਾਂ ਦਾ ਕਿਸੇ ਚੀਜ਼ ਦੇ ਵਿੱਚ ਵਿਸ਼ਵਾਸ ਹੈ ਜਾਂ ਨਹੀਂ ਹੈ, ਇਹ ਉਹਨਾਂ ਦਾ ਇੱਕ ਪ੍ਰਾਈਵੇਟ ਮਾਮਲਾ। ਮੈਂ ਸਮਝਦਾ ਇਹ ਉਹਨਾਂ ਦਾ ਵੀ ਧਰਮ ਹੈ ਜੀ। ਕਿਸੇ ਦਾ ਆਪਣੇ ਧਰਮ ਦੇ ਵਿੱਚ ਹੈ, ਉਹ ਵਿਸ਼ਵਾਸ ਹੈ, ਹੋਣਾ ਚਾਹੀਦਾ ਹੈ। ਕੋਈ ਬੰਦਾ ਪੂਜਾ ਪਾਠ ਕਿਵੇਂ ਕਰਦਾ ਹੈ, ਕੋਈ ਗੁਰਦੁਆਰੇ ਜਾਂਦਾ ਹੈ, ਕੋਈ ਚਰਚ ਜਾਂਦਾ ਹੈ, ਕੋਈ ਮੰਦਿਰ ਜਾਂਦਾ ਹੈ, ਇਹ ਉਹਦਾ ਹੈ। ਲੇਕਿਨ ਧਰਮ ਆਪਣਾ ਧਰਮ ਕਿਸੇ ਹੋਰ ਦੇ ਧਰਮ ਦੇ ਵਿਕਾਸ ਦੇ ਵਿੱਚ ਰੁਕਾਵਟ ਨਾ ਪਾਵੇ, ਕਿਸੇ ਵੀ ਬੰਦੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਇਆ ਜਾਵੇ, ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚਾਇਆ ਜਾਵੇ। ਇਸ ਕਰਕੇ ਮੇਰੇ ਤਾਂ ਖਿਆਲ ਮੁਤਾਬਕ ਇਹ ਹੈ ਕਿ ਬੰਦੇ ਦੀ ਆਪਣੀ ਪ੍ਰਾਈਵੇਸੀ ਹੈ, ਪ੍ਰਾਈਵੇਸੀ ਦੇ ਵਿੱਚ ਜੋ ਮਰਜ਼ੀ ਕਰਦਾ ਰਹੇ। ਸਾਨੂੰ ਇਹਦੇ ਚ ਫਜ਼ੂਲ ਦੀ ਬਹਿਸ ਦੇ ਵਿੱਚ ਕਦੇ ਨਹੀਂ ਪੈਣਾ ਚਾਹੀਦਾ ਜੀ। ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ। ਟਵਾਣਾ ਸਾਹਿਬ ਨੇ ਗੱਲਾਂ ਬਿਲਕੁਲ ਜਾਇਜ਼ ਕੀਤੀਆਂ ਜੀ। ਕਿਸੇ ਨੂੰ ਵੀ ਕੋਈ ਹੱਕ ਨਹੀਂਗਾ ਕਿਸੇ ਦੇ ਧਰਮ ਦੇ ਉੱਤੇ ਉਂਗਲ ਚੁੱਕਣ ਦਾ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਹੁੰਦੇ ਸੀ, ਉਹਨਾਂ ਨੇ ਕਹਿਣਾ ਜੇ ਤੁਸੀਂ ਹਿੰਦੂ ਹੋ ਆਪਣੇ ਧਰਮ ਦੇ ਵਿੱਚ ਪਰਪੱਕ ਰਹੋ, ਜੇ ਮੁਸਲਮਾਨ ਹੋ ਤਾਂ ਆਪਣੇ ਧਰਮ ਦੇ ਵਿੱਚ ਪਰਪੱਕ ਰਹੋ। ਕਿਸੇ ਦਾ ਧਰਮ ਤਬਦੀਲ ਕਰਾਉਣਾ ਜਾਂ ਕਿਸੇ ਦੇ ਧਰਮ ਤੇ ਉਂਗਲ ਕਿੰਤੂ ਪਰੰਤੂ ਕਰਨਾ ਇਹ ਮਾੜੀ ਗੱਲ ਆ ਜੀ। ਠੀਕ ਹੈ, ਜੇ ਤੁਸੀਂ ਤੁਹਾਡੇ 'ਚ ਜਾਗਰੂਕਤਾ ਹੈਗੀ ਆ ਤਾਂ ਤੁਸੀਂ ਉਹਨਾਂ ਚੀਜ਼ਾਂ ਤੋਂ ਬਚ ਕੇ ਰਹੋ। ਜਿੱਦਾਂ ਹੁਣ ਕਿਹਾ ਜਾਂਦਾ ਜੀ ਗਊ ਮੂਤ ਪੀ ਲਓ, ਆਹ ਕਰ ਲਓ, ਉਹ ਉਹਨਾਂ ਦਾ ਧਰਮ ਆ ਜੀ, ਉਹ ਪੀਣ ਡਜਨ ਮੈਟਰ ਆ। ਪਰ ਜ਼ਰੂਰੀ ਨਹੀਂਗਾ ਵੀ ਆਪਾਂ ਉਹਦੇ ਤੇ ਅਮਲ ਕਰੀਏ, ਤੇ ਆਪਾਂ ਨੂੰ ਬਾਲਾ ਵਾਧੂ ਗੱਲਾਂ ਕਰਨ ਦਾ ਵੀ ਕੋਈ ਹੱਕ ਨਹੀਂ ਹੈਗਾ। ਜੇ ਸਾਡੇ ਤੇ ਕੋਈ ਮਾੜੀ ਜੀ ਵੀ ਕਿੰਤੂ ਪਰੰਤੂ ਕਰਦਾ ਤਾਂ ਅਸੀਂ ਉਸੇ ਵੇਲੇ ਉਹਨੂੰ ਪੈ ਜਾਂਦੇ ਆ ਵੀ ਭਾਈ ਤੁਸੀਂ ਇੱਦਾਂ ਕਰਦੇ ਹੋ, ਤੁਸੀਂ ਇੱਦਾਂ ਕਰਦੇ ਹੋ। ਪਰ ਸਾਡੇ ਸਮਾਜ ਦੇ ਵਿੱਚ ਜਿੱਦਾਂ ਟਵਾਣਾ ਸਾਹਿਬ ਨੇ ਕਿਹਾ, ਵਾਕਿਆ ਜਿਹੜੇ ਯਹੂਦੀ ਆ ਜੀ ਇੱਕ ਦੂਜੇ ਦੀ ਬਹੁਤ ਜ਼ਿਆਦਾ ਹੈਲਪ ਕਰਦੇ ਆ। ਯਹੂਦੀ ਜਿਹੜੇ ਆ ਉਹ ਕਦੀ ਵੀ ਜਿਹੜੇ ਭਾਵੇਂ ਕੈਨੇਡੀਅਨ ਸਟੋਰ ਆ, ਵਾਲਮਾਰਟ ਲਾ ਲਓ ਜਾਂ ਹੋਰ ਵੀ ਵੱਡੇ ਵੱਡੇ ਸਟੋਰ ਲਾ ਲਓ, ਕਿਤੇ ਬਹੁਤ ਹੀ ਘੱਟ, ਯਾਨੀ ਕਿ ਇੱਕ ਅੱਧਾ ਟਾਵਾਂ ਬੰਦਾ 25-27 ਦਿਨੀ ਉਹ ਜਿਹੜਾ ਦਿਸਦਾ ਵੀ ਕਿਤੇ ਗਿਆ ਹੋਵੇ। ਨਹੀਂ ਤੇ ਜਿੰਨੇ ਵੀ ਉਹਨਾਂ ਨੇ ਆਪਣੇ ਸਟੋਰਾਂ ਤੇ ਜਾਣਾ, ਆਪਣੇ ਸਟੋਰਾਂ ਤੋਂ ਉਹਨਾਂ ਨੇ ਗਰੋਸਰੀ ਲੈਣੀ ਆ, ਆਪਣੇ ਸਟੋਰਾਂ ਤੇ ਉਹਨਾਂ ਨੇ ਕੱਪੜਾ ਲੈਣਾ ਆ, ਉਹ ਕਦੀ ਵੀ ਪੈਸਾ ਜਿਹੜਾ ਬਾਹਰ ਨਹੀਂ ਦਿੰਦੇ, ਕਿਉਂਕਿ ਉਹਨਾਂ ਦਾ ਥਿੰਕ ਆ ਵੀ ਜਿਹੜਾ ਪੈਸਾ ਆ ਉਹ ਸਾਡੀ ਕਮਿਊਨਿਟੀ ਦੇ ਵਿੱਚ ਹੀ ਜਾਣਾ ਚਾਹੀਦਾ। ਤੇ ਸਾਡੇ ਪੰਜਾਬੀ ਆ ਜੀ, ਉਹਨਾਂ ਨੇ ਸਾਡੇ ਸਟੋਰਾਂ ਤੇ ਨਹੀਂ ਜਾਣਾ, ਉਹਨਾਂ ਨੇ ਹਮੇਸ਼ਾ ਹੀ ਦੂਜੇ ਸਟੋਰਾਂ ਤੇ ਜਾਣਾ। ਜੇ ਇੱਕ ਬੰਦਾ ਜਿਹੜਾ ਲੱਤ ਕੋਈ ਪੌੜੀ ਚੜ ਰਿਹਾ ਤਾਂ 10 ਬੰਦੇ ਉਹਦੀ ਲੱਤ ਖਿੱਚਣ ਨੂੰ ਤਿਆਰ ਹੁੰਦੇ, ਕਹਿਣਾ ਇਹ ਕਿਤੇ ਕੰਧ ਨਾ ਟੱਪ ਜਵੇ, ਦੂਜੇ ਬੰਨੇ ਪਤਾ ਨਹੀਂ ਕੀ ਹੋਣਾ, ਇਹਨੂੰ ਸੁੱਟ ਲਓ ਇੱਥੇ ਹੀ। ਇਸ ਕਰਕੇ ਸਾਡੇ ਸਮਾਜ ਦੇ ਵਿੱਚ ਜਿਹੜਾ ਲੱਤ ਖਿੱਚਣ ਵਾਲਾ ਟ੍ਰੈਂਡ ਆ ਬਹੁਤ ਜ਼ਿਆਦਾ ਆ, ਏਕੇ ਦੀ ਬਹੁਤ ਘਾਟ ਆ ਤੇ ਜੈਲਸ ਬਹੁਤ ਜ਼ਿਆਦਾ ਆ। ਟਵਾਣਾ ਸਾਹਿਬ ਦੀਆਂ ਗੱਲਾਂ ਜੀ ਬਹੁਤ ਹੀ ਵਧੀਆ ਸੀਗੀਆਂ। ਤੁਸੀਂ ਵੀ ਜੇ ਕਾਲ ਕਰਕੇ ਤੇ ਵਿਚਾਰ ਦੇਣੇ ਦੇ ਸਕਦੇ ਹੋ। ਹਾਂਜੀ ਵੀਰ ਜੀ, ਸਵਾਗਤ ਆ ਤੁਹਾਡਾ 2956। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਟਾਈਮ ਆ ਨਾ ਜਿਹੜੇ ਕਾਲ ਕਰਦੇ ਆ ਜੀ ਥੋੜਾ ਹੀ ਉਹਨਾਂ ਨੂੰ ਕਿਹਾ ਕਰੋ ਲਿਆ ਕਰਨ। ਤੇ ਮੈਂ ਤਾਂ ਇਹ ਗੱਲ ਕਰਨੀ ਸੀ, ਇਹ ਜਿਹੜਾ ਆਹ ਨਵਾਜ਼ ਬਾਬਤ ਕੱਲ ਟਾਕ ਸ਼ੋ ਵੱਡੇ ਨੇ ਵਿਚਾਰੇ ਨੇ ਕੀਤਾ ਸੀ, ਕੋਈ ਮਾੜੀ ਗੱਲ ਨਹੀਂ ਉਹਨੇ ਕਹੀ ਵੀ ਚਲੋ ਏਦਾਂ ਆ ਵੀ ਜੋ ਵੀ ਉਹਨੇ ਕੀਤਾ ਵਧੀਆ ਹੀ ਕੀਤਾ। ਗਾਂ ਕੱਲ ਨੂੰ ਸਿੰਘਾਂ ਦੇ ਬਾਬਤ ਚੱਲਣਾ, ਆਪਣੇ ਖਾਲਸਿਆਂ ਦੇ ਬਾਬਤ ਉਹ ਵੀ ਚਲੋ ਉਹ ਕਰਦਾ, ਸਾਰਿਆਂ ਦੇ ਬਾਬਤ ਕਰਦਾ। ਉਹਨੇ ਇਹ ਵੀ ਕਿਹਾ ਵੀ ਨਗਰ ਕੀਰਤਨ ਇੱਕ ਕੱਢੋ, ਕੋਈ ਮਾੜੀ ਗੱਲ ਨਹੀਂ। ਚੰਗੀ ਗੱਲ, ਮੈਂ ਵੀਰੇ ਸੁਣਿਆ ਨਹੀਂ, ਇਸ ਕਰਕੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਨਹੀਂ ਜੀ। ਮੈਂ ਕੋਈ ਨਹੀਂ, ਮੈਂ ਸੁਣਦਾ ਹੁੰਦਾ ਉਹਦਾ ਪ੍ਰੋਗਰਾਮ ਚੱਲਦਾ। ਇੱਕ ਦਿਨ ਉਹਨਾਂ ਟ੍ਰੇਡ ਤੇ ਕੀਤਾ, ਕਈ ਹੁਣ ਰੇਡੀਓ ਵਾਲੇ ਕਹੀ ਜਾਂਦੇ ਜੀ ਤੁਸੀਂ ਉਹ ਨਾ ਕਰਿਓ, ਫਲਾਨਾ ਨਾ ਕਰਿਓ। ਇੱਕ ਦੂਜੇ ਦੀਆਂ ਜਿੱਦਾਂ ਤੁਸੀਂ ਕਹਿੰਦੇ ਆਪਣੇ ਬੰਦੇ ਇਹ ਜ਼ਰੂਰ ਲੱਤਾਂ ਖਿੱਚਣਗੇ। ਇਹ ਨਹੀਂ ਕਹਿਣਗੇ ਵੀ ਜੇ ਉਹ ਰੇਡੀਓ ਵਾਲੇ ਕਹਿ ਗਏ ਭਾਈ ਤੁਸੀਂ ਦੇਖੋ ਉਹਦੀ ਮਾੜੀ ਜਿਹੀ ਟਰਾਈ ਕਰਕੇ, ਇਹ ਨਹੀਂ ਤਾਂ ਅਗਲੇ ਨੂੰ ਜਾਣੀ ਇਹ ਕਹਿਣਾ ਵੀ ਤੁਸੀਂ ਉਹ ਕੰਮ ਨਾ ਕਰੋ। ਤੇ ਬੜਾ ਵਧੀਆ ਸੀਗਾ ਵੱਡੇ ਸਾਹਿਬ ਦਾ ਸ਼ੋਅ। ਤੇ ਇੱਕ ਮੈਂ ਇਹਨਾਂ ਨੂੰ ਕਹਿਣਾ ਢਿੱਲੋਂ ਸਾਹਿਬ ਨੂੰ ਦੱਸਿਓ ਜਿਹੜੇ ਗਰਾਇਆਂ ਦੇ ਕੋਲੋਂ ਫੜੇ ਸੀ ਦਿੱਲੀ ਦੇ ਜੀ ਗੱਡੀ ਲੈ ਕੇ ਆਉਂਦੇ, ਉਹਨਾਂ ਦਾ ਕਿੱਦਾਂ ਹੋਈ, ਕੋਈ ਕੇਸ ਕੂਸ ਹੋਇਆ ਜਾਂ ਕਿੱਦਾਂ ਹੋਈ? ਦੱਸ। ਥੈਂਕ ਯੂ ਜੀ। ਧੰਨਵਾਦ ਜੀ, ਧੰਨਵਾਦ ਜੀ। ਢਿੱਲੋਂ ਸਾਹਿਬ ਕੌਣ ਫੜੇ ਗਏ ਜੀ? ਕੀ ਮੈਂ ਗਰਾਇਆਂ ਦੇ ਕੋਲ ਫੜੇ ਗਏ ਜੀ, ਕੋਈ ਦਿੱਲੀ ਤੋਂ ਗੱਡੀ ਲੈ ਕੇ ਆਉਂਦੇ? ਨਹੀਂ ਜੀ, ਕੋਈ ਜਾਣਕਾਰੀ ਨਹੀਂ ਮੇਰੇ ਕੋਲ, ਨਹੀਂ ਜਾਣਕਾਰੀ ਨਹੀਂ ਹੈ। ਠੀਕ ਹੈ ਜੀ, ਕੱਲ ਨੂੰ ਜੇ ਹੋਇਆ ਤਾਂ ਕਰਿਓ ਟਰਾਈ ਜੀ, ਜੇ ਕੁਝ ਪਤਾ ਲੱਗਾ ਤੁਹਾਨੂੰ ਆਪਾਂ ਨੈਕਸਟ ਕਾਲ ਲੈਣੇ ਜੀ। ਬਿਲਕੁਲ ਓਕੇ, ਬਿਲਕੁਲ ਬਿਲਕੁਲ।
ਹਾਂਜੀ 0190 ਸਵਾਗਤ ਹੈ ਜੀ। ਹਾਂਜੀ ਸਨੀ ਸਾਹਿਬ, ਗੱਲ ਇਹ ਹੈ ਵੀ ਜਿੱਦਾਂ ਆਪਾਂ ਆਪਣੀ ਕਹਿੰਦੇ ਵੀ ਆਪਣਾ ਖਿਆਲ ਕਰਨਾ ਚਾਹੀਦਾ, ਆਪਣੀ ਕਮਿਊਨਿਟੀ ਦਾ ਧਿਆਨ ਕਰਨਾ ਚਾਹੀਦਾ, ਸਾਨੂੰ ਦੂਜਿਆਂ ਵੱਲ ਦੇਖਣਾ ਨਹੀਂ ਚਾਹੀਦਾ ਜੀ। ਹੁਣ ਜਿਹੜੀ ਗੱਲ ਆ ਰਹੀ ਹੈ ਇੱਥੇ ਦੇਖੋ, ਜਿਸ ਤਰ੍ਹਾਂ ਤੁਹਾਨੂੰ ਪਤਾ ਕਰੋਨਾ ਦੀ ਵਜ੍ਹਾ ਨਾਲ ਗੁਰੂ ਘਰ ਦੇ ਵਿੱਚ ਹੁਣ ਸੰਗਤ ਨਹੀਂ ਆ ਰਹੀ ਹੈ, ਠੀਕ ਹੈ ਜੀ। ਤੇ ਜਿਹੜੇ ਸਾਡੇ ਗ੍ਰੰਥੀ ਸਾਹਿਬ ਆਏ ਹੋਏ ਨੇ ਇੰਡੀਆ ਤੋਂ, ਤੇ ਉਹਨਾਂ ਬਾਰੇ ਜਿਹੜੀ ਰਿਪੋਰਟ ਆ ਰਹੀ ਵੀ ਉਹ ਆਰਥਿਕ ਤੌਰ ਤੇ ਕਾਫੀ ਕਮਜ਼ੋਰ ਹੈ ਇਸ ਟਾਈਮ, ਠੀਕ ਹੈ ਕਿ ਨਹੀਂ। ਤੇ ਉਹਨਾਂ ਕੋਲ ਵਾਪਸ ਜਾਣ ਦੇ ਵੀ ਪੈਸੇ ਨਹੀਂ ਹੈ, ਠੀਕ ਹੈ ਨਹੀਂ, ਕਈਆਂ ਕੋਲ। ਔਰ ਪਲੱਸ ਉਹ ਕਿਸੇ ਵੀ ਗੁਰੂ ਘਰ ਦੀ ਕਮੇਟੀ ਦੇ ਵਿਰੁੱਧ ਕੁਝ ਕਹਿ ਨਹੀਂ ਸਕਦੇ। ਕਾਰਨ ਉਹਨਾਂ ਦਾ ਇਹ ਵੀ ਜੇ ਅਸੀਂ ਕੁਝ ਬੋਲਾਂਗੇ ਤਾਂ ਸਾਨੂੰ ਅੱਗੋਂ ਸਪਾਂਸਰ ਨਹੀਂ ਕਰਨਗੇ ਤੇ ਸਾਨੂੰ ਇੱਥੇ ਦਾ ਵੀਜ਼ਾ ਨਹੀਂ ਮਿਲੇਗਾ, ਅਸੀਂ ਦੁਬਾਰਾ ਫਿਰ ਨਹੀਂ ਆ ਸਕਾਂਗੇ। ਪਰ ਅੰਦਰੋਂ ਤਾਂ ਉਹ ਪਰੇਸ਼ਾਨ ਹੀ ਹੋਏ ਨੇ ਜੀ। ਤੇ ਉਹਨਾਂ ਬਾਰੇ ਕੀ ਕੀਤਾ ਜਾਵੇ? ਕੀ ਕਮੇਟੀ ਜਿਹੜੀਆਂ ਅਲੱਗ-ਅਲੱਗ ਗੁਰੂ ਘਰ ਦੀਆਂ ਕਮੇਟੀਆਂ ਜਿਨ੍ਹਾਂ ਨੇ ਉਹਨੂੰ ਸਪਾਂਸਰ ਕੀਤਾ ਵੀ ਉਹਨਾਂ ਨੂੰ ਕੋਈ ਤਨਖਾਹ ਵਗੈਰਾ ਦਿੱਤੀ ਜਾਏ, ਕਿਸ ਤਰ੍ਹਾਂ ਕੀਤਾ ਜਾਏ? ਦੇਣੀ ਤਾਂ ਚਾਹੀਦੀ ਹੈ ਕਿ ਉਹਨਾਂ ਨੂੰ, ਕਿਉਂਕਿ ਬਿਲਕੁਲ ਜੀ ਬਿਲਕੁਲ ਹੋਣੀ ਚਾਹੀਦੀ ਹੈ ਕਿ ਬਿਲਗਾ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਕਿਉਂਕਿ ਜਿਹੜਾ ਵੀ ਆਇਆ ਤਾਂ ਉਹਦੇ ਪੇਟ ਲੱਗਾ ਜੀ, ਉਹਦੇ ਬੱਚੇ ਵੀ ਹੈਗੇ, ਥੋੜੀ ਬਹੁਤੀ ਸਪੋਰਟ ਕਰਨੀ ਚਾਹੀਦੀ। ਜਿੰਨੇ ਕੁ ਜੋਗੇ ਹੈਗੇ, ਚਲੋ ਬਹੁਤ ਜ਼ਿਆਦਾ ਨਹੀਂ ਦੇ ਸਕਦੇ, ਪਰ ਉਹਨਾਂ ਦੇ ਵੀ ਪੇਟ ਲੱਗਾ। ਇੰਡੀਆ 'ਚ ਪਰਿਵਾਰ ਆ ਜੀ, ਤੇ ਮੀਡੀਅਮ ਫੈਮਲੀਆਂ ਦੇ ਨਾਲ ਹੀ ਬਿਲੋਂਗ ਕਰਦੇ, ਤਾਂ ਹੀ ਵਿਚਾਰੇ ਆਏ ਹੁੰਦੇ ਇੱਥੇ। ਸੈਕੰਡ, ਕਿਉਂਕਿ ਹੁਣ ਸੰਗਤਾਂ ਜਾਂਦੀਆਂ ਨਹੀਂ ਗੀਆਂ, ਉਹਨਾਂ ਨੂੰ ਚੜਾਵਾ ਨਹੀਂ ਚੜਦਾ। ਇਸ ਸਮੇਂ ਦੇ ਵਿੱਚ ਇੱਕ ਜਿਹੜਾ ਸਾਥ ਦੇਣਾ ਸਾਰਿਆਂ ਦਾ ਬਣਦਾ ਜੀ, ਸਾਥ ਦੇਣਾ। ਅੱਗੇ ਉਹਨਾਂ ਦਾ ਵੀਜ਼ਾ ਵੀ ਵਧਾਉਣਾ ਚਾਹੀਦਾ, ਪਰ ਬੋਲ ਉਹ ਤਾਂ ਨਹੀਂ ਸਕਦੇ ਜੀ। ਵਾਕਿਆ ਤੁਹਾਡੀ ਗੱਲ ਸਹੀ ਆ, ਪਰ ਕਮੇਟੀਆਂ ਦੇਣਗੀਆਂ ਜੀ ਸਾਥ। ਕਮੇਟੀਆਂ ਨੂੰ ਪਤਾ ਹੀ ਆ, ਵਿੱਚ ਉਹ ਡੇਲੀ ਕੀਰਤਨ ਕਰਦੇ, ਕੋਈ ਕਥਾ ਕਰਦਾ, ਕੋਈ ਅਲੱਗ-ਅਲੱਗ ਸੇਵਾਵਾਂ ਦੇ ਰਹੇ ਆ। ਤੁਹਾਡੀ ਜਿਹੜੀ ਆਵਾਜ਼ ਆ ਪਹੁੰਚ ਚੁੱਕੀ ਹੋਣੀ ਹੈ ਜੀ ਸਾਰਿਆਂ ਦੇ ਕੋਲ। ਥੈਂਕ ਯੂ ਜੀ, ਥੈਂਕ ਯੂ ਬਹੁਤ, ਥੈਂਕ ਯੂ ਬਹੁਤ, ਧੰਨਵਾਦ ਜੀ, ਧੰਨਵਾਦ। ਹਾਂਜੀ ਸਵਾਗਤ ਹੈ ਜੀ 7140। ਹਾਂਜੀ ਚੰਡੀਗੜ੍ਹ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਬਾਜਵਾ ਸਾਹਿਬ, ਸਵਾਗਤ ਹੈ। ਸਤਿ ਸ੍ਰੀ ਅਕਾਲ ਬਾਜਵਾ ਸਾਹਿਬ। ਮੈਂ ਸਾਡੇ ਵੀਰ ਜੀ ਚੰਦ ਸਾਹਿਬ ਗੱਲ ਉਹ ਕਰਕੇ ਗਏ ਨੇ, ਤੇ ਪਹਿਲਾਂ ਇੱਕ ਵੀਰ ਨੇ ਦਾੜੀ ਦਾ ਬੱਜੀ ਦਾ ਸਵਾਲ ਕੀਤਾ ਸੀ ਜੀ। ਤੇ ਗੱਲ ਇਹ ਹੈ ਵੀ ਦਾੜੀ ਕੋਈ ਬੰਨ ਲਵੇ, ਕੋਈ ਖੋਲ ਲਵੇ। ਮੈਂ ਟਿੱਪਣੀ ਨਹੀਂ ਕਿਸੇ ਤੇ ਕਰਨ ਲੱਗਾ, ਆਪਣੇ ਆਪਣੇ ਵਿਚਾਰ ਨੇ। ਉਹਨਾਂ ਦੀ ਵੀ ਗੱਲ ਬਹੁਤ ਵਧੀਆ, ਜਿਸ ਮਤਲਬ ਨਾਲ ਉਹਨਾਂ ਗੱਲ ਕਹੀ ਨਾ ਉਹ ਵੀ ਬਹੁਤ ਵਧੀਆ। ਪਰ ਮੈਂ ਢਿੱਲੋਂ ਸਾਹਿਬ ਇਹ ਗੱਲ ਕਹਿਣਾ ਕਿ ਜੇ ਤੁਸੀਂ ਪੱਤਰਕਾਰ ਹੋ, ਤੁਹਾਡੇ ਗੱਲ ਵਿੱਚ ਤੁਹਾਨੂੰ ਪਾਉਣਾ ਪਏਗਾ ਕੋਈ ਪੱਤਰਕਾਰੀ ਦਾ ਜੀ। ਜੇ ਤੁਸੀਂ ਕਿਤੇ ਜਾਓਗੇ ਨਾ ਕਾਰਡ ਤੁਹਾਨੂੰ ਪਾਉਣਾ ਪਏਗਾ। ਜੇ ਕੋਈ ਅਫਸਰ ਹੈ ਤੇ ਉਹਨੂੰ ਉਸ ਅਹੁਦੇ ਦਾ ਜੋ ਵੀ ਸਟਾਰ ਹੈ, ਜੋ ਵੀ ਉੱਤੇ ਪੱਟੀ ਵੱਜੀ ਜਾਂਦੀ ਹੈ, ਜੋ ਲੱਗਦਾ ਉਹਨੂੰ ਲਾਉਣਾ ਹੀ ਪਵੇਗਾ। ਲੇਕਿਨ ਜਿਸ ਸੰਸਥਾ ਦੀ ਬਿਨਾਂ ਨਾਂ ਲਿਆ ਤੋਂ ਚਲੋ ਗੱਲ ਕੀਤੀ, ਮੈਂ ਤਾਂ ਸਰਦਾਰ ਸੁਖਬੀਰ ਸਿੰਘ ਜੀ ਵੜਿਆ ਕਿਉਂਕਿ ਸਿੱਖ ਭਰਾ ਨੇ ਆਪਣੇ ਵਿਰੋਧਤਾ ਵੱਖਰੀ ਚੀਜ਼ ਹੈ ਜੀ, ਆਲੋਚਨਾ ਕਰਨੀ ਵੱਖਰੀ ਚੀਜ਼ ਹੈ, ਤੇ ਬੋਲਬਾਣੀ ਸ਼ੁੱਧ ਰੱਖਣੀ ਆਪਣੇ ਅਵਸ ਦੀ ਗੱਲ ਹੈ ਜੀ। ਕਿਉਂਕਿ ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿਹੜੇ ਨੇ ਉਹ ਉਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜੀ, ਕਿ ਜਿਹੜੀ ਕੁਰਬਾਨੀਆਂ ਕਰਕੇ ਬਣੀ ਹੈ ਜੀ, ਜਿਹੜੀ ਬਹੁਤ ਵੱਡਾ ਯੋਗਦਾਨ ਪਾ ਕੇ ਤੇ ਇਹ ਸੰਸਥਾ ਦਾ ਨਾਂ ਰੱਖਿਆ ਸ਼੍ਰੋਮਣੀ ਅਕਾਲੀ ਦਲ, ਉਹਦੇ ਪ੍ਰਧਾਨ ਨੇ। ਪਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਵੀ ਇਸ ਅਹੁਦੇ ਤੇ ਪਹਿਲਾਂ ਰਿਹਾ ਨਾ, ਸਰਦਾਰ ਸੁਖਬੀਰ ਸਿੰਘ ਜੀ, ਤੁਸੀਂ ਬੇਨਤੀ ਹੈ ਵੀ ਝਾਤੀ ਮਾਰ ਲਓ ਕਿ ਉਹ ਦਾੜਾ ਨਹੀਂ ਬਣਦਾ ਰਿਹਾ, ਕਿਉਂਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋ। ਇਸ ਕਰਕੇ ਤੁਹਾਨੂੰ ਦਾੜਾ, ਤੁਸੀਂ ਅੰਮ੍ਰਿਤ ਵੀ ਛਕਿਆ ਤੇ ਤੁਹਾਨੂੰ ਦਾੜਾ, ਜੇ ਅੱਜ ਗੱਲ ਚੱਲੀ ਤਾਂ ਅਸੀਂ ਬੇਨਤੀ ਕਰਕੇ ਕਹਿੰਦੇ ਕਿ ਤੁਹਾਨੂੰ ਦਾੜਾ ਜਿਹੜਾ ਨਾ ਇਹ ਖੁੱਲ੍ਹਾ ਹੀ ਸੌਂਪਦਾ। ਇਸ ਕਰਕੇ ਜਿਸ ਵੀ ਅਹੁਦੇ ਤੇ ਕੋਈ ਉਹਨੂੰ ਉਸ ਤਰ੍ਹਾਂ ਦੇ ਬਣ ਕੇ ਰਹੇਗਾ ਨਾ ਤੇ ਬਹੁਤ ਜ਼ਿਆਦਾ ਸਤਿਕਾਰ ਵਧੇਗਾ। ਇਸ ਕਰਕੇ ਜੇ ਇਹ ਗੱਲ ਚੱਲੀ ਹੈ ਤੇ ਬਹੁਤ ਚੰਗੀ ਗੱਲ ਹੋਈ ਹੈ। ਮੇਰੇ ਕਹਿਣ ਦਾ ਮਤਲਬ ਵੀ ਜੋ ਕੁਝ ਵੀ ਕੋਈ ਕਰ ਰਿਹਾ ਨਾ, ਉਹਦੀ ਉਹਨੂੰ ਵਰਦੀ ਤੇ ਉਸੇ ਤਰ੍ਹਾਂ ਦਾ ਉਸ ਅਹੁਦੇ ਦੀ ਪਛਾਣ ਕਰਕੇ ਉਸ ਅਹੁਦੇ ਦੇ ਮੁਤਾਬਕ ਹੀ ਰਹਿਣਾ ਪਵੇਗਾ ਤੇ ਰਹਿਣਾ ਵੀ ਚਾਹੀਦਾ। ਦੂਜੀ ਗੱਲ ਹੈ ਮੁਸਲਮਾਨ ਭਰਾਵਾਂ ਦੀ ਚੱਲੀ, ਕੱਲ ਟਾਕ ਸ਼ੋ ਚੱਲਿਆ, ਵੱਡਾ ਸਾਡਾ ਭਰਾ ਹੈ, ਮੈਂ ਵੀ ਟਾਕ ਸ਼ੋ ਦੇ ਵਿੱਚ ਹੁੰਦਾ, ਤੁਹਾਡੇ ਸਾਰੇ ਨੇ ਮੋਹ ਪਿਆਰ ਆ ਆਪਣਾ, ਆਪਾਂ ਭਰਾ ਆ। ਜਾਂ ਬਿਲਗਾ ਸਾਹਿਬ ਆਉਂਦੇ ਨੇ ਸਾਡੇ, ਇਹ ਤੇ ਅਸੀਂ ਇਹਨੂੰ ਜੱਫੀ ਪਾ ਕੇ ਮਿਲਣ ਨੂੰ ਤਿਆਰ, ਸਾਡਾ ਬੜਾ ਪਿਆਰ ਹੈ, ਅਸੀਂ ਗੱਲਾਂ ਵੀ ਕਰ ਲੈਂਦੇ। ਲੇਕਿਨ ਗੱਲਾਂ ਦੀ ਆਲੋਚਨਾ ਕਰਨੀ ਸਾਡੀ ਹੋਰ ਗੱਲ ਹੈ। ਸਾਡਾ ਜਿਹੜਾ ਖੂਨ ਦਾ ਰਿਸ਼ਤਾ ਹੈ ਨਾ, ਉਹ ਇੱਕ ਵੱਖਰੀ ਜਿਹਾ ਸਾਨੂੰ ਆਪਣਾ ਜਿਹੜਾ ਮਾਣ ਸਤਿਕਾਰ ਤੇ ਪਿਆਰ ਹੈ ਨਾ, ਉਹ ਬਣਾ ਕੇ ਰੱਖਣਾ ਚਾਹੀਦਾ ਹੈ। ਤੇ ਮੁਸਲਮਾਨ ਭਰਾਵਾਂ ਦੀ ਗੱਲ, ਉਹ ਵੀ ਸਾਡੇ ਭਰਾ ਨੇ ਜੀ ਜੀ। ਤੇ ਇਸ ਕਰਕੇ ਉਹਨਾਂ ਦੀਆਂ 5 ਨਵਾਜ਼ਾਂ ਹੁੰਦੀਆਂ ਨੇ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਕੀਤਾ ਹੈ। ਉਹਨਾਂ ਦਾ ਜਿੱਥੇ ਵਕਤ ਪੈਂਦਾ ਉੱਥੇ ਨਵਾਜ਼ ਗੁਜ਼ਾਰ ਲੈਂਦੇ ਨੇ। ਮੈਂ ਲੰਮਾ ਨਹੀਂ ਜਾਣਾ। ਤੇ ਇਹ ਉਹਨਾਂ ਦਾ ਜਿਹੜਾ ਰਮਜ਼ਾਨ ਦਾ ਮਹੀਨਾ, ਰੋਜ਼ਿਆਂ ਦਾ ਆਪਾਂ ਆਪਣੀ ਲਫ਼ਜ਼ ਵਿੱਚ ਕਹਿੰਦੇ ਪੰਜਾਬੀ 'ਚ, ਉਹਨਾਂ ਦਾ ਇੱਕ ਸਾਲ ਬਾਅਦ ਮਹਾਨ ਤਿਉਹਾਰ ਆਉਂਦਾ ਹੈ। ਬਿਲਕੁਲ। ਉਦੋਂ ਬਾਅਦ ਉਹ ਕੁਰਬਾਨੀ ਕਰਦੇ ਨੇ
ਤੇ ਜਿਹੜੀ ਆਖਰੀ ਉਹਨਾਂ ਦੀ ਸ਼ਾਮ ਦੀ ਨਮਾਜ਼ ਹੁੰਦੀ, ਫਜਰ ਦੀ ਨਮਾਜ਼ ਉਹਨੂੰ ਕਹਿੰਦੇ ਨੇ, ਕਿਉਂਕਿ ਮੇਰੇ ਮੌਲਵੀ ਸਾਹਿਬ ਨਾਲ ਵੀ ਕਈ ਵਾਰੀ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਹੈ। ਤੇ ਉਹ ਪਹਿਲਾਂ ਸਗੋਂ ਮੈਂ ਇੱਕ ਹੋਰ ਵੀ ਗੱਲ ਸੁਣਦਾ ਰਿਹਾ ਸਾਂ ਕਿ ਮਸੀਤ ਵਿੱਚ ਬੀਬੀਆਂ ਨੂੰ ਨਹੀਂ ਜਾਣ ਦਿੰਦੇ। ਮੇਰੀ ਮੌਲਵੀ ਸਾਹਿਬ ਨਾਲ ਗੱਲ ਹੋਈ, ਮੈਂ ਕਿਹਾ ਵੀ ਇਹ ਕੀ ਗੱਲ ਹੈ? ਕਹਿੰਦੇ ਤੁਹਾਨੂੰ ਇਹ ਪਹਿਲੇ ਸੁਣੀ ਸੁਣਾਈ ਗੱਲ ਤੋਂ ਭੁਲੇਖਾ ਹੈ ਕਿਤੇ ਕਿ ਸਾਡੀਆਂ ਬੀਬੀਆਂ, ਸਾਡੀਆਂ ਔਰਤਾਂ ਉਹ ਵੀ ਜਾਂਦੀਆਂ ਨੇ, ਪਰ ਸਾਡਾ ਇੱਕ ਅਕੀਦਾ ਹੈ, ਉਹ ਬੰਦਿਸ਼ ਹੈ ਕਿ ਜਿਹੜੀ ਬੀਬੀ ਜਾਏਗੀ ਉਹਦੇ ਨਾਲ ਉਹਦਾ ਭਰਾ ਜਾਵੇ, ਉਹਦਾ ਪੁੱਤ ਜਾਵੇ, ਉਹਦਾ ਆਦਮੀ ਜਾਵੇ, ਇਕੱਲੀ ਨਹੀਂ ਜਾਏਗੀ। ਇਹ ਗੱਲ ਹੈ। ਜਾਏਗੀ ਜ਼ਰੂਰ, ਉਹਨਾਂ ਦਾ ਇੱਕ ਪਾਸੇ ਵੱਖਰਾ ਪਾਠ ਹੋਏਗਾ, ਸਾਡਾ ਵੱਖਰਾ ਪਾਠ ਹੋਏਗਾ, ਤੇ ਅਸੀਂ ਬੜੇ ਆਰਾਮ ਨਾਲ ਜਿਹੜੀ ਆਪਣੀ ਨਮਾਜ਼ ਹੈ 5 ਵਕਤੀ ਤੇ ਰਾਤ ਦੀ ਜਿਹੜੀ ਆਖਰੀ ਸਾਡੀ ਫਜਰ ਦੀ ਨਮਾਜ਼ ਹੈ ਉਹਨੂੰ ਅਸੀਂ ਗੁਜ਼ਾਰ ਕੇ ਤੇ ਫਿਰ ਆਪਣੀ ਰੋਜੀ ਰੋਟੀ ਖਾਂਦੇ ਹਾਂ ਤੇ ਆਪਣਾ ਫਰਜ਼ ਅਦਾ ਕਰਦੇ ਹਾਂ ਜੋ ਸਾਡੇ ਅੱਲਾਹ ਤਾਲਾ ਦੇ। ਫਿਰ ਉਸ ਤੋਂ ਬਾਅਦ ਅਗਲੇ ਦਿਨ ਇਹ ਕਰਦੇ ਨੇ ਕੁਰਬਾਨੀ, ਉਹ ਚਾਹੇ ਉਹ ਭੇਡੂ ਹੋਵੇ, ਚਾਹੇ ਉਹ ਬੱਕਰਾ ਹੋਵੇ, ਚਾਹੇ ਉਹ ਦੁੰਬਾ ਹੋਵੇ, ਚਾਹੇ ਉਹ ਗਾਂ ਹੋ, ਉਹ ਇੱਕ ਇੱਕ ਵੀ ਕਰਦੇ, 2-2 4-4 ਜਿੰਨੀ ਕਿਸੇ ਦੀ ਪਹੁੰਚ ਹੈ ਉਹਨੂੰ ਵੱਢ ਦੇ ਸਕਦੇ ਨੇ। ਪਰ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ ਮੁਸਲਮਾਨ ਭਰਾਵਾਂ ਨੂੰ ਕਿ ਪਿੱਛੇ ਤੁਹਾਡੇ ਇੱਥੇ ਕੈਨੇਡਾ ਵਿੱਚ, ਕਿ ਮੈਂ ਤਾਂ ਅਮਰੀਕਾ ਤੋਂ ਬੋਲਣ ਡਿਆ, ਇਹ ਗੱਲ ਚੱਲੀ ਸੀ ਕਿ ਤੁਸੀਂ ਇਹਨਾਂ ਨੇ ਕਿਤੇ ਉਹ ਗਾਂ ਜਿਹੜੀ ਕੁਰਬਾਨੀ ਕਰਕੇ ਨਾ, ਕੁਰਬਾਨੀਆਂ ਕਰੋ ਤੁਸੀਂ, ਗਾਵਾਂ ਖਾਣ ਨੂੰ ਬੜੀਆਂ ਨਹੀਂ ਲੋਕੀ ਖਾਂਦੇ ਪਏ ਨੇ, ਜਿਹੜਾ ਨਹੀਂ ਖਾਂਦਾ ਉਹ ਨਾ ਖਾਏ, ਠੀਕ ਹੈ ਨਾ, ਤੁਸੀਂ ਆਪਣਾ ਕਰੋ। ਲੇਕਿਨ ਇਹਨੂੰ ਨਾ ਜਿਸ ਤਰ੍ਹਾਂ ਗੱਲ ਚੱਲੀ ਪਿੱਛੇ ਵੀ ਉਹਨਾਂ ਨੇ ਕਿਤੇ ਸ਼ਰੇਆਮ ਉਹਨੂੰ ਕੀਤਾ ਸੀ, ਜੋ ਵੀ ਉਹਨਾਂ ਦੀ ਕੁਰਬਾਨੀ ਸ਼ਰੇਆਮ ਖੁੱਲੇ ਚ ਨਾ ਕਰੋ ਤਾਂ ਕਿ ਤੁਹਾਡੇ ਤੇ ਕੋਈ ਉਂਗਲ ਉਠਾਵੇ, ਤੇ ਕਰੋ ਆਪਣਾ ਦਿਨ ਖੁੱਲੇ ਦਿਲ ਮਨਾਓ ਆਪਣੇ ਅੰਦਰ ਰਹਿ ਕੇ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਕੀ ਪ੍ਰਵਾਸੀ ਮਜ਼ਦੂਰ ਵੀ ਗਾਰੇ ਤੇ ਇੱਟਾਂ ਵਾਂਗ ਉਸਾਰੀ ਦਾ ਸਮਾਨ ਹੀ ਹਨ? ਕਿਉਂਕਿ ਪ੍ਰਵਾਸੀ ਮਜ਼ਦੂਰ ਹੁਣ ਬੈਠੇ ਆ ਤੇ ਫੈਕਟਰੀਆਂ ਵਾਲੇ ਕਹਿਣ ਡੇ ਸਾਡੀਆਂ ਫੈਕਟਰੀਆਂ ਬੰਦ ਹੋ ਜਾਣੀਆਂ ਜੇ ਪ੍ਰਵਾਸੀ ਮਜ਼ਦੂਰ ਚਲੇ ਗਏ, ਤੇ ਹੁਣ ਜਿਹੜੇ ਇੰਡਸਟਰੀਅਲ ਆ ਉਹ ਪ੍ਰਵਾਸੀ ਮਜ਼ਦੂਰਾਂ ਦੀ ਤਸਾਰ ਵੀ ਨਹੀਂ ਲੈਂਦੇ, ਭੁੱਖੇ ਮਰਨ ਡਏ ਆ। ਯਾਨੀ ਕਿ ਲੋੜ ਆ ਉਹਨਾਂ ਨੂੰ, ਜੇ ਵਰਤਣ ਦੀ ਲੋੜ ਆ ਤੇ ਉਹਨਾਂ ਦੀ ਹੈਲਪ ਕਰਨ ਲਈ ਕੋਈ ਅੱਗੇ ਨਹੀਂ ਆ ਰਿਹਾ। ਦੇਖੋ ਗੱਲ ਇਹ ਹੈ ਚੰਦੀ ਸਾਹਿਬ ਵੀ ਜਦੋਂ ਲਾਕਡਾਊਨ ਲੱਗਿਆ ਜੀ, ਤੁਸੀਂ ਪੜਾਵਾਰ ਦੇਖੋ ਵੀ ਜੇ ਲਾਕਡਾਊਨ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਰਾਤ ਨੂੰ 8 ਵਜੇ ਜੀ 8 ਵਜੇ ਉਹਨਾਂ ਨੇ ਆਪਣੀ ਗੱਲ ਸ਼ੁਰੂ ਕੀਤੀ ਹੈ, ਥੋੜਾ ਸਮਾਂ ਚੱਲਿਆ ਹੋਊਗਾ, ਔਰ 12 ਵਜੇ ਤੋਂ ਲਾਕਡਾਊਨ ਸ਼ੁਰੂ ਹੋ ਜਾਣਾ ਸੀ। ਕੁੱਲ ਸਮਾਂ ਕਿੰਨਾ ਬਚਦਾ ਹੈ? 3.5 ਘੰਟੇ 4 ਘੰਟੇ ਇੰਨਾ ਸਮਾਂ ਬਚਦਾ ਹੈ ਜੀ। ਜਿੰਨਾ ਬੰਦਿਆਂ ਕੋਲੇ ਕੋਈ ਸਾਧਨ ਨਹੀਂ, 4 ਘੰਟਿਆਂ ਚ 3.5 ਘੰਟਿਆਂ ਚ ਉਹ ਕੀ ਕਰ ਲੈਣਗੇ? ਕੀ ਗੰਜੀ ਨਹਾ ਲੂਗੀ ਤੇ ਕੀ ਗੰਜੀ ਵਿਛੋੜ ਲੂਗੀ, ਸਾਡੀ ਇਹ ਕਹਾਵਤ ਚੱਲਦੀ ਹੈ ਜੀ। ਲੇਕਿਨ ਆਪਾਂ ਇਸ ਗੱਲ ਨੂੰ ਜਾਣਦੇ ਹਾਂ ਕਿ ਜਿਸ ਬੰਦੇ ਨੇ ਸਵੇਰੇ ਕਮਾਈ ਵਾਸਤੇ ਨਿਕਲਣਾ ਤੇ ਰਾਤ ਦਾ ਖਾਣਾ ਉਹਦਾ ਤਾਂ ਤਿਆਰ ਹੋਣਾ ਜੇ ਉਹ ਕਮਾਊਗਾ। ਜਦੋਂ ਲਾਕਡਾਊਨ ਲੱਗ ਗਿਆ ਉਹ ਬੰਦਾ ਫਸ ਗਿਆ, ਉਹਨੂੰ ਕੌਣ ਦੇਊਗਾ ਖਾਣ ਵਾਸਤੇ? ਸਾਡੇ ਦੇਸ਼ ਦੇ ਵਿੱਚ ਇੰਨੇ ਧਰਮਾਤਮਾ ਲੋਕ ਹੈ ਨਹੀਂ, ਇੰਨੇ ਲੋਕ ਹੈ ਨਹੀਂ ਪਰਉਪਕਾਰੀ ਨਹੀਂ ਕਿ ਦੇ ਦੇਣ। ਠੀਕ ਹੈ, ਦਾਨੀ ਬਹੁਤ ਸਾਰੇ ਲੋਕ ਹੈਗੇ ਆ, ਦਾਨ ਵੀ ਦਿੰਦੇ ਹੈ, ਉਹ ਹੈਗੇ, ਉਹਨਾਂ ਦਾ ਕੋਈ ਸ਼ੱਕ ਨਹੀਂ, ਪਰ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਮਜ਼ਦੂਰ ਹੋਣ ਉਹਨਾਂ ਨੂੰ ਕੌਣ ਦੇਊਗਾ? ਉਹਨਾਂ ਨੇ ਡਿਮਾਂਡ ਕੀਤੀ ਅਸੀਂ ਆਪਣੇ ਘਰਾਂ ਨੂੰ ਜਾਣਾ, ਕਿਸੇ ਨੇ ਘਰਾਂ ਨੂੰ ਜਾਣ ਨਹੀਂ ਦਿੱਤਾ। ਉਹ ਲੋਕ ਪੈਦਲ ਤੁਰ ਪਏ, ਸਾਈਕਲਾਂ ਤੇ ਤੁਰ ਪਏ। ਆਪਾਂ ਖਬਰਾਂ ਪੜ੍ਹਦੇ ਰਹੇ ਹਾਂ ਕਿ ਜੀ ਕੋਈ ਬੰਦਾ 500 ਕਿਲੋਮੀਟਰ ਤੱਕ ਜਾ ਕੇ ਡਿੱਗ ਪਿਆ, ਕੋਈ 700 ਤੇ ਡਿੱਗ ਪਿਆ ਬੰਦੇ, ਕੋਈ ਬੱਚਾ ਮਰ ਗਿਆ, ਕੋਈ ਬੁੱਢਾ ਮਰ ਗਿਆ, ਕੋਈ ਜਵਾਨ ਮਰ ਗਿਆ। ਮਤਲਬ ਇਸ ਕਿਸਮ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ। ਕਿਸੇ ਵੀ ਸਰਕਾਰ ਨੇ ਸੋਚਿਆ ਨਹੀਂ, ਨਾ ਸੂਬਿਆਂ ਦੀਆਂ ਸਰਕਾਰਾਂ ਨੇ, ਨਾ ਸੈਂਟਰ ਦੀ ਸਰਕਾਰ ਨੇ। ਅਖੀਰ ਚ ਸੈਂਟਰ ਦੀ ਸਰਕਾਰ ਨੇ ਕਹਿਤਾ ਚਲੋ ਜੀ ਠੀਕ ਹੈ, ਇਹਨਾਂ ਨੂੰ ਲੈ ਜਾਓ ਤੁਸੀਂ ਆਪੋ ਆਪਣੇ ਸੂਬਿਆਂ ਨੂੰ ਕਹਿਤਾ ਲੈ ਜਾਓ, ਸਰਕਾਰਾਂ ਨੂੰ ਕਹਿਤਾ ਆਪਣੀਆਂ ਗੱਡੀਆਂ ਚ ਲੈ ਜਾਓ। ਫਿਰ ਇਹ ਸਵਾਲ ਹੋ ਗਿਆ ਕਿ ਸੋਸ਼ਲ ਡਿਸਟੈਂਸ ਗੱਡੀਆਂ ਚ ਕਿਵੇਂ ਰਹਿ ਜਾਊਗਾ, ਬੱਸਾਂ ਚ ਕਿਵੇਂ ਰਹਿ ਜਾਊਗਾ? ਇਹਨਾਂ ਲਈ ਚਾਹੀਦਾ ਇਹ ਹੈ ਕਿ ਘੱਟੋ ਘੱਟ ਟ੍ਰੇਨਾਂ ਦਾ ਪ੍ਰਬੰਧ ਹੋਵੇ। ਕਾਫੀ ਹਿਚਕਚਾਹਟ ਤੋਂ ਬਾਅਦ ਕੇਂਦਰ ਸਰਕਾਰ ਨੇ ਕਹਿਤਾ ਜੀ ਅਸੀਂ ਟ੍ਰੇਨਾਂ ਦਾ ਪ੍ਰਬੰਧ ਵੀ ਦੇ ਦਿੰਦੇ ਹਾਂ, ਤੁਹਾਨੂੰ ਟ੍ਰੇਨਾਂ ਕਰ ਲਓ ਜੀ। ਟ੍ਰੇਨਾਂ ਦਾ ਫਿਰ ਭਾੜਾ ਕਿਰਾਇਆ ਕੌਂਦੀ ਵੀ ਇਸ ਕਰਦੇ ਉੱਤੇ ਆ ਗਿਆ। ਵਾਹਵਾ ਗਿਣਤੂ ਪ੍ਰੰਤੂ ਹੁੰਦਾ ਰਿਹਾ, ਰਾਜਨੀਤੀ ਹੋਈ, ਸੋਨੀਆ ਗਾਂਧੀ ਨੇ ਐਲਾਨ ਕਰਤਾ ਜੀ ਟ੍ਰੇਨ ਦਾ ਖਰਚਾ ਸਾਡੀਆਂ ਸਟੇਟ ਇਕਾਈਆਂ ਜਿਹੜੀਆਂ ਕਾਂਗਰਸ ਪਾਰਟੀ ਆਪਣੇ ਕੋਲੇ ਦੇਊਗੀ। ਫਿਰ ਨਿਤੀਸ਼ ਕੁਮਾਰ ਨੇ ਵੀ ਕਹਿਤਾ ਜੀ ਵਗੈਰਾ ਵਗੈਰਾ, ਤੁਹਾਨੂੰ ਪਤਾ ਹੀ ਹੈ ਸਾਰਾ ਕੁਛ ਇਹ ਹੋ ਗਿਆ, ਸਾਡੇ ਸੋਚ ਤੇ ਵੀ ਜਾਣਦੇ ਹੈ। ਲੇਕਿਨ ਕਰਨਾਟਕਾ ਦੇ ਵਿੱਚ ਖਬਰ ਆ ਗਈ, ਕਰਨਾਟਕਾ ਦੇ ਵਿੱਚ ਕੁਝ ਜਿਹੜੇ ਲੋਕ ਸੀਗੇ, ਜਿਹੜੇ ਇੰਡਸਟਰੀਅਲਿਸਟ ਹੈ ਜਾਂ ਜਿਹੜੇ ਰੀਅਲ estate ਦਾ ਕੰਮ ਕਰਦੇ ਹੈ, ਉਸਾਰੀ ਦਾ ਕੰਮ ਕਰਵਾਉਣ ਵਾਲੇ ਲੋਕ ਹੈ, ਉਹ ਮੁੱਖ ਮੰਤਰੀ ਨੂੰ ਮਿਲੇ ਜੀ ਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਜੀ ਆਹ ਜਿਹੜੇ ਮਜ਼ਦੂਰ ਹੈ ਨਾ ਇਹਨਾਂ ਨੂੰ ਜਾਣ ਨਾ ਦਿਓ, ਜੇ ਇਹ ਚਲੇ ਗਏ ਸਾਡਾ ਤਾਂ ਫਿਰ ਕਾਰੋਬਾਰ ਬੰਦ ਹੋ ਜਾਊ, ਅਸੀਂ ਕੀ ਕਰਾਂਗੇ ਜੀ। ਮੁੱਖ ਮੰਤਰੀ ਸਾਹਿਬ ਨੇ ਨਾ ਆਸ ਸਾਧ ਦੇਖਿਆ ਨਾ ਪਾਸਾ ਦੇਖਿਆ ਤੇ ਚੁੱਪ ਕਰਕੇ ਐਲਾਨ ਕਰਤਾ ਕਿ ਕਿਸੇ ਵੀ ਪ੍ਰਵਾਸੀ ਨੂੰ ਕਰਨਾਟਕਾ ਚੋਂ ਬਾਹਰ ਨਹੀਂ ਜਾਣ ਦਿੱਤਾ ਜਾਊਗਾ। ਤੇ ਨਾਲ ਇਹ ਗੱਲ ਕਹਿਤਾ ਜੀ ਕਿ ਇਹ ਪ੍ਰਵਾਸੀ ਜਿਹੜੇ ਹੈਗੇ ਹੈ ਇਹ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਜੀ।
ਇਹਦੇ ਬਗੈਰ ਸਾਨੂੰ ਸਰਦਾ ਨਹੀਂ, ਅਸੀਂ ਇਹਨਾਂ ਨੂੰ ਜਾਣ ਨਹੀਂ ਦੇਵਾਂਗੇ। ਔਰ ਉਹਨਾਂ ਨੇ ਉਵੇਂ ਨਾਲ ਦੀ ਨਾਲ ਹੀ ਸੁਨੇਹਾ ਭੇਜਤਾ ਕੇਂਦਰ ਸਰਕਾਰ ਨੂੰ ਕਿ ਜੀ ਜਿਹੜੀਆਂ ਗੱਡੀਆਂ ਤੁਸੀਂ ਸਾਡੇ ਕਰਨਾਟਕਾ ਵਾਸਤੇ ਰਿਜ਼ਰਵ ਕੀਤੀਆਂ ਜੀ ਉਹਨਾਂ ਗੱਡੀਆਂ ਨੂੰ ਰੱਦ ਕਰ ਦਿਓ, ਅਸੀਂ ਨਹੀਂ ਗੱਡੀਆਂ ਲੈਣੀਆਂ। ਤੇ ਨਾਲ ਹੀ ਸੈਂਟਰ ਸਰਕਾਰ ਨੇ ਕਹਿਤਾ ਜੀ ਗੱਡੀਆਂ ਰੱਦ ਤੁਹਾਡੀਆਂ ਜੀ। ਹੁਣ ਸਾਡਾ ਜਿਹੜਾ ਭਾਰਤੀ ਸੰਵਿਧਾਨ ਹੈ, ਭਾਰਤ ਦਾ ਸੰਵਿਧਾਨ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਕੁਝ ਹੱਕ ਦਿੰਦਾ ਹੈ, ਕੁਝ ਮੌਲਿਕ ਹੱਕ ਹੈ ਜਿਨ੍ਹਾਂ ਨੂੰ ਅਸੀਂ ਬੁਨਿਆਦੀ ਹੱਕ ਕਹਿ ਦਿੰਦੇ। ਭਾਰਤੀ ਸੰਵਿਧਾਨ ਦਾ ਆਰਟੀਕਲ ਜਿਹੜਾ 21 ਹੈ ਉਹ ਸਾਰੇ ਬੰਦਿਆਂ ਨੂੰ ਜਿਉਣ ਦਾ ਹੱਕ ਦਿੰਦਾ ਹੈ ਜੀ, ਉਹਨਾਂ ਨੂੰ ਵਿਚਰਨ ਦਾ ਹੱਕ ਦਿੰਦਾ ਹੈ, ਉਹਨਾਂ ਨੂੰ ਪੂਰੇ ਫੇਰੇ ਦਾ ਹੱਕ ਦਿੰਦਾ ਹੈ। ਜ਼ਿੰਦਗੀ ਉਹਨਾਂ ਨੇ ਕਿਵੇਂ ਜਿਉਣੀ ਹੈ ਇਹ ਉਹਨਾਂ ਦੇ ਉੱਤੇ ਛੱਡੀ ਹੋਈ ਹੈ ਗੱਲ ਕਿ ਉਹ ਆਪਣੀ ਜ਼ਿੰਦਗੀ ਜਿਉਣ, ਕਿਸੇ ਬੰਦੇ ਨੂੰ ਤੰਗ ਨਾ ਕਰਨ ਜੀ। ਜੇ ਮਜ਼ਦੂਰਾਂ ਦਾ ਜੀ ਕਰਦਾ ਕਿ ਉਹ ਆਪਣੇ ਪਰਿਵਾਰਾਂ ਨੂੰ ਜਾ ਕੇ ਮਿਲ, ਉਹਨਾਂ ਦੇ ਵੀ ਬੱਚੇ ਹੈ, ਉਹਨਾਂ ਦੀਆਂ ਵੀ ਮਾਵਾਂ ਹੈ, ਉਹਨਾਂ ਦੇ ਵੀ ਬਾਪ ਹੈ, ਭੈਣਾਂ ਹੈ, ਭਰਾ ਹੈ, ਬੀਵੀਆਂ ਜੀ, ਉਹਨਾਂ ਕੋਲ ਜਾਣਾ ਚਾਹੁੰਦੇ ਆ ਤੇ ਅਸੀਂ ਕਹਿੰਦੇ ਜੀ ਨਹੀਂ ਸਾਡਾ ਦਾ ਕਾਰੋਬਾਰ ਖੜ ਜੂ ਤੇ ਇਹਨੂੰ ਨਾ ਜਾਣ ਦਿਓ। ਸਰਕਾਰਾਂ ਫੈਸਲੇ ਕਰ ਲੈਣ ਕਿ ਜੀ ਇਹਨਾਂ ਵਾਸਤੇ ਅਸੀਂ ਗੱਡੀਆਂ ਨਹੀਂ ਜਾਣ ਦੇਣੀਆਂ, ਪੈਦਲ ਅਸੀਂ ਨਹੀਂ ਤੁਰਦੇ ਨਾ, ਗੱਡੀ ਅਸੀਂ ਨਹੀਂ ਜਾਣ ਦੇਣੀ, ਤੁਸੀਂ ਇੱਥੇ ਬੰਨ ਦਿਓ। ਜਿਵੇਂ ਅਸੀਂ ਉਸਾਰੀ ਕਰਦੇ ਹਾਂ, ਉਸਾਰੀ ਵਾਸਤੇ ਗਾਰੇ ਦੀ ਵੀ ਲੋੜ ਹੈ, ਸੀਮਿੰਟ ਦੀ ਵੀ ਲੋੜ ਹੈ, ਉਹਦੇ ਵਾਸਤੇ ਸਰੀਏ ਦੀ ਵੀ ਲੋੜ ਹੈ, ਉਹਦੇ ਵਾਸਤੇ ਇੱਟਾਂ ਦੀ ਵੀ ਲੋੜ ਹੈ ਜੀ। ਕੀ ਸਾਡੇ ਜਿਹੜੇ ਇਹ ਮਜ਼ਦੂਰ ਭਰਾ ਹੈਗੇ ਇਹ ਉਹ ਵੀ ਉਸ ਕਿਸਮ ਦਾ ਸਮਾਨ ਹੀ ਹੈ, ਇੱਟਾਂ ਵਗੈਰਾ ਹੀ ਹੈ ਸਾਰਾ ਕੁਛ। ਇਹਨਾਂ ਦੇ ਵਿੱਚ ਕੋਈ ਮਤਲਬ ਜਿਹੜੀ ਹੈਗੀ ਹੈ ਇਹਨਾਂ ਦੀਆਂ ਭਾਵਨਾ ਨਹੀਂ ਹੈ, ਇਹਨਾਂ ਦੇ ਵਿੱਚ ਮਤਲਬ ਕੋਈ ਜਿਹੜਾ ਹੈਗਾ ਮੋਹ ਸਨੇਹ ਜਿਹੜਾ ਹੁੰਦਾ ਆਪਣੇ ਪਰਿਵਾਰਾਂ ਪ੍ਰਤੀ ਉਹ ਨਹੀਂ। ਇਹਦੇ ਤੇ ਅਸੀਂ ਇਹ ਬੰਦਸ਼ ਕਿਉਂ ਲਾਉਣੀ? ਇਹਦੇ ਨਾਲ ਹੀ ਮੈਂ ਥੋੜੀ ਗੱਲ ਕਰੂੰਗਾ ਕਿ ਕੱਲਾ ਇਹ ਸਰਕਾਰਾਂ ਦੀ ਹਾਲਤ ਨਹੀਂ ਜੀ, ਸਾਡੀ ਅਦਾਲਤੀ ਪ੍ਰਣਾਲੀ ਦੀ ਹਾਲਤ ਵੀ ਇਹੋ ਜਿਹੀ ਹੈ, ਅਦਾਲਤੀ ਢਾਂਚੇ ਦੀ ਗੱਲ ਵੀ ਇਹੋ ਹੈ ਜੀ। ਪਿਛਲੇ ਦਿਨਾਂ ਤੁਸੀਂ ਦੇਖਿਆ ਹੋਣਾ ਇੱਕ ਸਮਾਜ ਸੇਵੀ ਨੇ ਇੱਕ ਪਟੀਸ਼ਨ ਦਾਇਰ ਕੀਤੀ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਮਜ਼ਦੂਰਾਂ ਦੇ ਕੋਲੇ ਨਾ ਪੈਸਾ ਨਾ ਉਹਨਾਂ ਦੇ ਕੋਲੇ ਜ਼ਬਾਨ ਹੈ ਜੀ। ਉਹ ਵਿਚਾਰੇ ਜਾਣ ਕਿੱਥੇ ਜਾ ਕੇ ਕਿਵੇਂ ਵਕੀਲ ਕਰਨ, ਕਿਵੇਂ ਉਹ ਐਪਲੀਕੇਸ਼ਨ ਪਾਉਣ, ਉਹਨਾਂ ਨੂੰ ਤਾਂ ਇਹ ਨਹੀਂ ਪਤਾ ਕਿ ਅਸੀਂ ਆਪਣੇ ਆਪ ਨੂੰ ਰਜਿਸਟਰ ਕਿਵੇਂ ਕਰਾਉਣਾ ਜੀ। ਮੈਂ ਤੁਹਾਨੂੰ ਬਠਿੰਡੇ ਦੀ ਗੱਲ ਦੱਸਦਾ, ਕੱਲ 2-3 ਨੌਜਵਾਨ ਮੁੰਡੇ ਯੂਪੀ ਦੇ ਉਹ ਆਏ ਭੱਜ ਕੇ ਮੇਰੇ ਕੋਲੇ, ਮੈਂ ਬੈਠਾ ਕਿਸੇ ਥਾਂ ਦੇ ਉੱਤੇ, ਸਤਿ ਸ੍ਰੀ ਅਕਾਲ ਸਰ, ਮੈਂ ਕਿਹਾ ਸਤਿ ਸ੍ਰੀ ਅਕਾਲ। ਉਹਨਾਂ ਨੇ ਬੜੇ ਮੁੰਡੇ ਉਹ ਯੂਪੀ ਦੇ ਸਤਿ ਸ੍ਰੀ ਅਕਾਲ ਬੁਲਾਈ ਜੀ। ਟੈਲੀਫੋਨ ਉਹਨਾਂ ਦੇ ਕੋਲੇ ਸਰ ਕਹਿੰਦੇ ਗੱਲ ਸੁਣਿਓ। ਮੈਂ ਉਹਨਾਂ ਦਾ ਟੈਲੀਫੋਨ ਪੜਿਆ, ਟੈਲੀਫੋਨ ਪੜ ਕੇ ਮੈਂ ਕਿਹਾ ਕੀ ਆ, ਕੋਈ ਬੰਦਾ ਬੋਲ ਰਿਹਾ ਪੰਜਾਬੀ, ਉਹ ਮੈਨੂੰ ਕਹਿੰਦਾ ਜੀ ਆ ਨਾ ਤੁਸੀਂ ਇੱਕ ਮੇਲ ਐਡਰੈਸ ਲਿਖੋ। ਮੈਂ ਕਿਹਾ ਜੀ ਲਿਖਾਓ। ਮੈਂ ਕਾਪੀ ਮੇਰੇ ਕੋਲੇ ਸੀ, ਪੈਨ ਕੱਢਿਆ, ਮੈਂ ਮੇਲ ਐਡਰੈਸ ਲਿਖਣ ਲੱਗ ਗਿਆ। ਮੈਂ ਜਦੋਂ ਦੇਖਿਆ ਉਹ ਮੇਲ ਐਡਰੈਸ ਪੰਜਾਬ ਸਰਕਾਰ ਦਾ ਐਡਰੈਸ ਹੈ ਜਿਹਦੇ ਉੱਤੇ ਉਹਨਾਂ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਹੋਣੀ ਹੈ ਕਿ ਅਸੀਂ ਆਪਣੇ ਘਰਾਂ ਨੂੰ ਜਾਣਾ। ਮੈਂ ਉਹਨਾਂ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਨਹੀਂ ਕਰ ਸਕਦੇ? ਕਹਿੰਦੇ ਸਰ ਸਾਨੂੰ ਪੰਜਾਬੀ ਨਹੀਂ ਆਉਂਦੀ, ਉਹਨੇ ਤਾਂ ਹਿੰਦੀ ਦੇ ਵਿੱਚ। ਸਾਡੀ ਇਹ ਸਮੱਸਿਆ ਤੁਸੀਂ ਸਾਨੂੰ ਲਿਖ ਕੇ ਦੇ ਦਿਓ। ਮੈਂ ਉਹਨੂੰ ਕਾਗਜ਼ ਤੇ ਲਿਖ ਕੇ ਦਿੱਤਾ, ਮੈਂ ਕਿਹਾ ਕਾਕਾ ਲਓ ਤੁਸੀਂ ਆਪਦਾ ਕਰ ਲਓ ਜੀ। ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਬੰਦਿਆਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਾਉਣ ਦੀ ਪ੍ਰੋਬਲਮ ਹੈ ਉਹ ਜਾਣਗੇ ਤਾਂ ਜਾਣਗੇ ਕਿਵੇਂ ਅਦਾਲਤਾਂ 'ਚ। ਕਿਸੇ ਭਲੇ ਬੰਦੇ ਨੇ, ਤੁਹਾਡੇ ਵਰਗੇ ਸ਼ਖਸ ਨੇ ਜਾ ਕੇ, ਸ਼ਖਸੀਅਤ ਨੇ, ਚੰਗੇ ਬੰਦੇ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਤੀ ਤੇ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਕੀ ਹੈ? ਮਾਨਯੋਗ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਜਦੋਂ ਸਰਕਾਰ ਇਹਨਾਂ ਨੂੰ ਅਨਾਜ ਦਿੰਦੀ ਹੈ, ਇਹਨਾਂ ਨੂੰ ਖੁਰਾਕ ਦਿੰਦੀ ਹੈ, ਇਹਨਾਂ ਲੋਕਾਂ ਨੂੰ ਫਿਰ ਪੈਸਿਆਂ ਦੀ ਕੀ ਲੋੜ ਹੈ? ਇਹਨੂੰ ਪੈਸੇ ਕਿਉਂ ਦਿੱਤੇ ਜਾਣ? ਮਾਫ ਕਰਨਾ, ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੀ ਅਸੀਂ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਜੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ ਇਹ ਕਹਿ ਦਿੱਤਾ ਜਾਵੇ ਕਿ ਗੁਰਦੁਆਰਾ ਸਿੰਘ ਬੰਗਲਾ ਸਾਹਿਬ ਚੋਂ ਜਾਂ ਗੁਰਦੁਆਰਾ ਜਿਹੜੇ ਹੈਗੇ ਸਾਡਾ ਸੀਸਗੰਜ ਸਾਹਿਬ, ਉੱਥੋਂ ਭਾਈ ਅਸੀਂ ਲੰਗਰ ਲਿਆਵਾਂਗੇ, ਤੁਹਾਨੂੰ ਰੋਟੀ ਦੇ ਦੇਵਾਂਗੇ, ਤੁਸੀਂ ਰੱਖ ਲਓ, ਤੁਸੀਂ ਤਨਖਾਹ ਨਾ ਲਓ, ਤਨਖਾਹ ਛੱਡ ਦੇਣਗੇ। ਪਰ ਮਜ਼ਦੂਰਾਂ ਪ੍ਰਤੀ ਜਿਹੜਾ ਨਜ਼ਰੀਆ ਕਿਉਂ ਹੈ? ਤਾਂ ਇਹਦੇ ਤੋਂ ਮੈਨੂੰ ਇਸ ਗੱਲ ਦਾ ਫੁਰਨਾ ਮਤਲਬ ਮੇਰੇ ਦਿਮਾਗ ਦੇ ਵਿੱਚ ਆਈ ਕਿ ਅਸੀਂ 21ਵੀਂ ਸਦੀ 'ਚ ਦਾਖਲ ਹੋ ਰਹੇ ਹਾਂ। ਅਸੀਂ ਚੰਦ ਤੋਂ ਲੈ ਕੇ ਮੰਗਲ ਤਾਰੇ ਤੱਕ ਜਾਣ ਦੀ ਗੱਲ ਕਰ ਰਹੇ ਹਾਂ। ਸਮਾਜ ਦਾ ਉਹ ਵਰਗ ਜਿਹੜਾ ਵਰਗ ਸਾਡੀ ਆਰਥਿਕਤਾ ਨੂੰ ਰੋੜਦਾ ਹੈ, ਜਿਹੜਾ ਵਰਗ ਸਾਡੀ ਜਿਹੜੀ ਹੈਗੀ ਹੈ ਮਸ਼ੀਨਰੀ ਨੂੰ ਚੱਲਦਾ, ਇੱਕ ਪੁਰਜੇ ਦੇ ਤੌਰ ਦੇ ਉੱਤੇ ਚਲਾਉਂਦਾ ਹੈ, ਉਹ ਬਿਲਡਿੰਗਾਂ ਤਿਆਰ ਕਰਦੇ ਆ, ਉਹ ਕਿੰਨੇ ਕੰਮ ਕਰਦੇ ਆ, ਉਹ ਕਾਰਖਾਨੇ ਚਲਾਉਂਦੇ ਆ, ਕੱਪੜੇ ਬਣਾਉਂਦੇ ਆ, ਸਾਰਾ ਕੁਝ ਬਣਾਉਂਦੇ ਆ। ਉਹਨਾਂ ਬੰਦਿਆਂ ਦੀ ਸਾਡੇ ਸਮਾਜ ਦੇ ਵਿੱਚ ਕਿੰਨੀ ਵੱਡੀ ਭੂਮਿਕਾ ਹੈ। ਔਰ ਅਸੀਂ ਲੈ ਕੇ ਉਹਨਾਂ ਦੀ ਹਾਲਤ ਕੀ ਕਰਤੀ? ਅਸੀਂ ਉਹਨਾਂ ਨੂੰ ਇੱਟਾਂ ਗਾਰਾ ਤੇ ਉਸਾਰੀ ਦੇ ਸਮਾਨ ਵਾਂਗ ਸਮਝਣ ਲੱਗਦੇ। ਇਹ ਜਿਹੜਾ ਵਰਤਾਰਾ, ਇਹ ਜਿਹੜੀ ਸੋਚ ਹੈ, ਇਹ ਬਹੁਤ ਘਟੀਆ ਸੋਚ ਹੈ, ਬੜੀ ਮਾੜੀ ਸੋਚ ਹੈ। ਆਪਣੀ ਭੈਣ ਜੀ ਨੇ ਪਿਛਲੇ ਦਿਨਾਂ 'ਚ ਤੁਹਾਡੇ ਯਾਦ ਹੋਣਾ ਜਿਹਦੇ 1 ਤਾਰੀਖ ਸੀ, 1 ਮਈ ਸੀ, ਉਹਨਾਂ ਨੇ ਸਾਨੂੰ ਯਾਦ ਕਰਾਇਆ ਸੀ ਕਿ ਅੱਜ ਮਈ ਦਿਵਸ ਹੈ। ਔਰ ਇਹ ਤੁਸੀਂ ਟਾਈਮ ਯਾਦ ਕਰੋ, 1886 1 ਮਈ 1886 ਨੂੰ
ਸ਼ਿਕਾਗੋ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਮੁਜ਼ਾਹਰਾ ਕੀਤਾ ਸੀ, ਉਹ ਮੁਜ਼ਾਹਰਾ ਕਿਉਂ ਕਰਦੇ ਸੀ? ਉਦੋਂ ਲੋਕਾਂ ਨੂੰ ਕੰਮ ਕਰਨ ਵਾਸਤੇ 18 16 ਘੰਟੇ ਕੰਮ ਕਰਨਾ ਪੈਂਦਾ ਸੀ ਜੀ। ਉਹਨਾਂ ਦੇ ਕੰਮ ਦੀ ਕੋਈ ਸਮਾਂ ਸੀਮਾ ਹੋ ਜੇ, ਡਿਮਾਂਡ ਸੀ ਕਿ ਸਾਨੂੰ 8 ਘੰਟੇ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ। ਮੌਕਾ ਤਾਂ ਕੀ ਦੇਣਾ ਸੀ? ਉਹਨਾਂ ਤੇ ਤਸ਼ੱਦਦ ਹੋਇਆ, ਗੋਲੀਆਂ ਚੱਲੀਆਂ, ਡਾਂਗ ਵਰੀ, ਔਰ ਉਹਦੇ ਵਿੱਚੋਂ ਜਿਹੜੇ ਬੰਦੇ ਮਾਰੇ ਗਏ। ਉਸ ਤੋਂ ਬਾਅਦ ਚਲੋ ਜਿੱਤ ਹੋਈ, ਵਿਕਟਰੀ ਹੋਈ, ਸਾਰੀ ਦੁਨੀਆ ਦੇ ਵਿੱਚ 8 ਘੰਟੇ ਕੰਮ ਦਾ ਸਿਸਟਮ ਸ਼ੁਰੂ ਹੋ ਗਿਆ। ਹੁਣ ਇੱਕ ਪਾਸੇ ਤਾਂ ਅਸੀਂ 8 ਘੰਟੇ ਕੰਮ ਦੀ ਗੱਲ ਕਰਦੇ ਹਾਂ, 1886 ਦੇ ਵਿੱਚ ਜਿਹਨਾਂ ਲੋਕਾਂ ਨੇ ਲੜਾਈ ਲੜੀ ਉਹਨਾਂ ਨੇ ਹੱਕ ਲਿਆ। ਦੂਜੇ ਪਾਸੇ ਲੋਕਾਂ ਨੂੰ ਇਹ ਵੀ ਹੱਕ ਹੈ ਨਹੀਂ। ਕੱਲ ਨੂੰ ਤਾਂ ਫਿਰ ਇਹ ਹੋ ਜਾਊਗਾ ਕਿ ਤੁਸੀਂ ਜੇ ਮੇਰੇ ਕੋਲੇ ਨਰਮਾ ਚੁਗਦੇ ਹੋ ਤਾਂ ਤੁਹਾਨੂੰ ਨਰਮਾ ਮੇਰੇ ਹੀ ਚੁਗਣਾ ਪੈਣਾ ਜੀ। ਜੇ ਮੇਰੇ ਤੁਸੀਂ ਝੋਨਾ ਲਾਉਣ ਵਾਸਤੇ ਆਏ ਹੋ ਤਾਂ ਤੁਹਾਨੂੰ ਇਹ ਇਜਾਜ਼ਤ ਨਹੀਂ ਮਿਲਣੀ ਕਿ ਤੁਸੀਂ ਝੋਨਾ ਦੂਜੇ ਪਾਸੇ ਲਾਓਗੇ। ਔਰ ਜੇ ਇਹ ਵਰਤਾਰਾ ਸਾਡੇ ਇੱਥੇ ਇੰਡੀਆ 'ਚ ਹੋ ਗਿਆ ਤਾਂ ਚੰਦੀ ਸਾਹਿਬ ਫਿਰ ਗੱਲ ਇਹ ਵੀ ਕੱਲ ਨੂੰ ਇਹੀ ਜਿਹੜੀ ਫਿਤਰਤ ਹੈ, ਇਹੀ ਵਿਚਾਰ ਜਿਹੜੇ ਆ ਜਿਨ੍ਹਾਂ ਦੇਸ਼ਾਂ ਦੇ ਵਿੱਚ ਤੁਸੀਂ ਬੈਠੇ ਹੋ ਉਹਨਾਂ ਲੋਕਾਂ 'ਚ ਵੀ ਆ ਸਕਦੇ ਹੈ। ਜਿਹੜੇ ਉੱਥੋਂ ਦੇ ਹਾਕਮ ਉਹ ਵੀ ਕਰ ਸਕਦੇ ਆ ਕਿ ਪ੍ਰਵਾਸੀ ਇਹਨਾਂ ਨਾਲ ਵੀ ਉਹ ਵਿਤਕਰਾ ਕਰੋ। ਕੋਈ ਇਸ ਕਿਸਮ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ, ਕੋਈ ਚਾਹੇ ਦੇਸੀ ਹੈ ਤੇ ਚਾਹੇ ਕੋਈ ਪਰਦੇਸੀ ਹੈ। ਘੱਟੋ ਘੱਟ ਜਿਹੜਾ ਹੈਗਾ ਇਨਸਾਨ ਨੂੰ ਇਨਸਾਨ ਸਮਝਣਾ ਚਾਹੀਦਾ ਹੈ। ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ। ਉਹ ਬਾਬੇ ਨਾਨਕ ਨੇ ਇਹ ਗੱਲ ਕਹੀ ਸੀ ਸੈਂਕੜੇ ਵਰੇ ਪਹਿਲਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ ਸੀ, ਇਹ ਸਾਰਾ ਕੁਛ ਕੀਤਾ ਕਰਾਇਆ ਸੀ। ਅੱਜ ਸਾਡੇ ਸਾਹਮਣੇ ਅਸੀਂ ਪਾਣੀ ਜ਼ਰੂਰ ਪੜ੍ਹਦੇ ਹਾਂ, ਪਰ ਉਹਦੇ ਤੇ ਜਿਹੜਾ ਹੈਗਾ ਅਮਲ ਜਿਵੇਂ ਕਰਨਾ ਚਾਹੀਦਾ ਉਵੇਂ ਹੋਵੇ। ਇਕੱਲੀ ਬਾਣੀ ਚਲੋ ਸਾਡੀ ਸਿੱਖਾਂ ਦੀ ਹੈ, ਜਿਹੜੇ ਹੋਰ ਹੈ, ਜੇ ਕਰਨਾਟਕਾ ਦਾ ਮੁੱਖ ਮੰਤਰੀ ਹੈ ਉਹ ਵੀ ਤਾਂ ਗੀਤਾ ਗ੍ਰੰਥ ਪੜ੍ਹਦਾ ਹੋਣਾ। ਮੇਰਾ ਖਿਆਲ ਹੈ ਕਿਸੇ ਧਾਰਮਿਕ ਗ੍ਰੰਥ ਦੇ ਵਿੱਚ ਨਹੀਂ ਲਿਖਿਆ ਹੋਣਾ ਕਿ ਤੁਸੀਂ ਸਮਾਜ ਦੇ ਇੱਕ ਤਬਕੇ ਦੇ ਨਾਲ ਵਿਤਕਰਾ ਕਰੋ। ਕੇਂਦਰ ਦੇ ਵਿੱਚ ਤੁਸੀਂ ਦੇਖੋ ਕਿ ਅੱਜ ਬੁੱਧ ਆਪਣਾ ਜੋ ਮਹਾਤਮਾ ਬੁੱਧ ਦਾ ਜੋ ਸੀ ਜਿਹੜਾ ਦਿਨ, ਮੈਂ ਸਵੇਰੇ ਪ੍ਰਧਾਨ ਮੰਤਰੀ ਸਾਹਿਬ ਦੀ ਤਕਰੀਰ ਸੁਣੀ। ਉਹ ਤਕਰੀਰ ਦੇ ਵਿੱਚ ਕਹਿੰਦੇ ਜੀ ਟੈਕਨੀਕ ਦੀ ਵਜ੍ਹਾ ਕਾਰਨ ਮੈਂ ਤੁਹਾਡੇ ਨਾਲ ਮਨਾ ਰਿਹਾ ਜੋ ਵੀ ਹੈ। ਚਲੋ ਜੋ ਕਿਸੇ ਵੀ ਦੇਵੀ ਦੇਵਤੇ ਦੀ ਗੱਲ ਕਰਨੀ ਹੈ ਚੰਗੀ ਹੈ, ਮਨਾਉਣ ਵਧੀਆ ਗੱਲ ਹੈ, ਉਹ ਉਹਨਾਂ ਦੀ ਮਰਜ਼ੀ ਹੈ, ਬੰਦੇ ਦੀ ਆਪਣੀ ਪ੍ਰਾਈਵੇਸੀ ਹੁੰਦੀ ਹੈ। ਪਰ ਦੂਜਿਆਂ ਲੋਕਾਂ ਨੂੰ ਵੀ ਤਾਂ ਤੁਸੀਂ ਹੱਕ ਹਕੂਕ ਦਿਓ ਨਾ, ਉਹਨਾਂ ਦੇ ਹੱਕ ਕਿਉਂ ਖੋਏ ਜਾਣ? ਇਹ ਚੀਜ਼ ਜਿਹੜੀ ਹੈਗੀ ਜੀ ਇਹਨੇ ਬੜਾ ਡਿਸਟਰਬ ਕੀਤਾ ਹੋਇਆ ਸਵੇਰ ਤੋਂ ਮੈਨੂੰ, ਜਦੋਂ ਮੈਂ ਸਾਰਾ ਕੁਝ ਦੇਖਿਆ ਕਿ ਇਸ ਦੇਸ਼ ਦੇ ਵਿੱਚ ਆ ਵੀ ਹੋ ਰਿਹਾ। ਹੁਣ ਇਹਨਾਂ ਲੋਕਾਂ ਦੀ ਤੁਸੀਂ ਗਿਣਤੀ ਲਾਓ, ਇੱਕ ਨਹੀਂ ਦੋ ਨਹੀਂ, ਲੱਖਾਂ ਦੀ ਤਾਦਾਦ ਦੇ ਵਿੱਚ ਹੈ। ਉਹ ਬੰਦਿਆਂ ਦੇ ਭੁੱਖੜ ਭਾਣੇ ਵਿਚਾਰੇ ਤੁਰੇ ਫਿਰਦੇ ਆ, ਨੰਗੇ ਪੈਰਾਂ ਤੋਂ ਫਿਰਦੇ ਆ, ਮੰਗਦੇ ਫਿਰਦੇ ਆ, ਘਰਾਂ ਚੋਂ ਵੀ ਕੋਈ ਰੋਟੀ ਦੇ ਦੇ, ਕੋਈ ਦੁੱਧ ਦੇ ਦੇ, ਕੋਈ ਕੁਛ ਦੇ ਦੇ। ਅੱਜ ਸਾਡੇ ਪੰਜਾਬ ਦੀ ਹਾਲਤ ਇਹ ਹੈ। ਇਹ ਉਹ ਪੰਜਾਬ ਹੈ ਜਿਹੜੇ ਪੰਜਾਬ ਦੇ ਵਿੱਚ ਬੰਦਾ ਭੁੱਖ ਨਾਲ ਨਹੀਂ ਮਰ ਸਕਦਾ, ਲੇਕਿਨ ਹਾਲਤ ਇੱਥੇ ਵੀ ਲਾਕਡਾਊਨ ਨੇ ਤੇ ਕਰਫਿਊ ਵੀ ਮਾਰੀ ਕਰ ਛੱਡੀ ਹੈ ਜੀ। ਬਿਲਕੁਲ ਜੀ, ਮੈਂ ਨਾਲ ਹੀ ਜਾਣਕਾਰੀ ਦੇਣੀ ਚਾਹੁੰਦਾ ਜੀ। ਜਿਹੜੇ PTN 24 ਤੇ ਪ੍ਰੋਗਰਾਮ ਆ ਸਵੇਰੇ 4 ਵਜੇ ਤੋਂ ਲੈ ਕੇ 9:30 ਵਜੇ ਤੱਕ ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਐਕਸਡੇਲ ਤੋਂ ਲਾਈਵ ਚੱਲਦਾ ਜੀ। ਗੁਰਬਾਣੀ ਦਾ ਆਨੰਦ ਮਾਣਦੇ ਹੋ। 9:30 ਤੋਂ ਲੈ ਕੇ 11 ਵਜੇ ਤੱਕ ਆਪਾਂ PTN 24 ਤੇ ਜਿਹੜਾ 1690 AM ਦੇ ਨਾਲ ਜੁੜੇ ਹੁੰਦੇ ਆ। ਉਸ ਤੋਂ ਬਾਅਦ ਪ੍ਰੋਗਰਾਮ ਨਿਰੰਤਰ ਚੱਲਦੇ ਰਹਿੰਦੇ। ਸ਼ਾਮ ਨੂੰ ਬਲਵਿੰਦਰ ਸਿੰਘ ਪੱਖੋ ਕੇ ਪ੍ਰੋਗਰਾਮ ਸੰਘਰਸ਼ ਦਾ ਸੱਚ ਲੈ ਕੇ ਆਉਂਦੇ ਨੇ। ਅਤੀਤ ਦੀਆਂ ਪੈੜਾਂ ਵੀ ਲਗਾਤਾਰ ਜਿਹੜੀ ਨਾਰਥ ਅਮਰੀਕਾ ਬੁਲੇਟਿਨ ਹੁੰਦੀ ਹੈ, ਸਪੀਡ ਨਿਊਜ਼, ਸਾਰੇ ਜਿਹੜੇ ਪ੍ਰੋਗਰਾਮ 24 ਆਵਰ ਤੁਸੀਂ ਆਨੰਦ ਮਾਣਦੇ ਹੋ। ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਸਮਾਪਤਾ, ਕਿਉਂਕਿ ਇਸ ਤੋਂ ਬਾਅਦ ਹਲਚਲ ਪ੍ਰੋਗਰਾਮ ਲੈ ਕੇ ਵੀਰ ਹੋਣੀ ਜਿਹੜੇ ਸਟੂਡੀਓ 'ਚ ਪਹੁੰਚ ਚੁੱਕੇ ਆ। ਮੈਂ ਹੁਣ ਕਾਲਾਂ ਜਿਹੜੀਆਂ ਆਉਂਦੀਆਂ ਨਹੀਂ ਕਰ ਸਕਦਾ, ਮਾਫੀ ਮੰਗਦੀ ਤੁਹਾਡੇ ਕੋਲੋਂ। ਢਿੱਲੋਂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਮਿਹਰਬਾਨੀ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।